ਕੱਚੀ ਕੰਧ ਉੱਤੇ ਕਾਨਾ ਏ, ਕੱਚੀ ਕੰਧ ਉੱਤੇ ਕਾਨਾ ਏ, ਮਿਲਣਾ ਤੇ ਰੱਬ ਨੂੰ ਸੀ, ਤੇਰਾ ਪਿਆਰ ਬਹਾਨਾ ਏ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਬਲਵਿੰਦਰ। ਅੱਜ ਕੌਣ ਦਿਲਾਂ ਦੀਆਂ ਜਾਣੇ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ ਔਰ ਰੂਬਰੂ ਹੋਏ ਹਾਂ ਅੱਜ ਇੱਕ ਅਜਿਹੀ ਫਨਕਾਰਾ ਗੁਲੂਕਾਰਾ ਦੇ ਨਾਲ, ਜਿਨ੍ਹਾਂ ਬਾਰੇ ਮੈਂ ਕਹਿ ਸਕਦਾ ਕਿ ਉਹ ਗਾਇਕ ਬਹੁਤ ਬਾਕਮਾਲ ਨੇ, ਲੇਕਿਨ ਅਦਾਕਾਰੀ ਔਰ ਗੁਲੂਕਾਰੀ ਔਰ ਇਸ ਤੋਂ ਇਲਾਵਾ ਪੇਂਟਿੰਗ ਕਰਦੇ ਨੇ, ਸ਼ਿਲਪਕਾਰੀ ਕਰਦੇ ਨੇ, ਕਸੀਦਾਕਾਰੀ ਕਰਦੇ ਨੇ, ਤਾਂ ਉਹ ਸਿਰਾ ਲਾ ਦਿੰਦੇ ਨੇ। ਲੇਕਿਨ ਇਸ ਤੋਂ ਇਲਾਵਾ ਜਿਹੜੀ ਗੱਲ ਸਭ ਤੋਂ ਸੋਹਣੀ ਹੈ, ਉਹਨਾਂ ਦੀ ਸ਼ਖਸੀਅਤ ਦੇ ਜਿਹੜੇ ਗੁਣ ਨੇ ਉਹ ਬਹੁਤ ਸੋਹਣੇ ਨੇ। ਉਹਨਾਂ ਦੀ ਜਿਹੜੇ ਸ਼ਖਸੀ ਗੁਣ ਨੇ ਉਹਨਾਂ ਦੇ ਵਿੱਚ ਫਕੀਰਾਨਾ, ਜੀ ਹਾਂ, ਉਹ ਕੁੜੀ, ਉਹ ਔਰਤ, ਉਹ ਨਾਰੀ ਦੇਖਣ ਨੂੰ ਗਾਇਕਾ ਹੈ, ਦੇਖਣ ਨੂੰ ਅਦਾਕਾਰਾ ਹੈ, ਪਰ ਉਹਦੇ ਅੰਦਰ ਇੱਕ ਫਕੀਰਗੀ ਛੁਪੀ ਹੋਈ ਹੈ। ਜਦੋਂ ਵੀ ਮੈਂ ਗੱਲ ਕਰਦਾ ਹਾਂ ਮੈਨੂੰ ਬਹੁਤ ਆਨੰਦ ਆਉਂਦਾ ਹੈ, ਖਾਸ ਤੌਰ ਤੇ ਜਦੋਂ ਇੰਟਰਵਿਊ ਤੋਂ ਬਿਨਾਂ ਵੀ ਜਦੋਂ ਮੈਂ ਗੱਲ ਕਰਦਾ ਹਾਂ, ਖਾਸ ਤੌਰ ਤੇ ਰਸਮੀ ਗੱਲਾਂ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਮਿਲਦੇ ਹਾਂ, ਉਹਨਾਂ ਦੀ ਰੂਹ ਇੰਨੀ ਪੁਰਸਕੂਨ ਹੈ ਕਿ ਗੱਲਾਂ ਕਰਕੇ ਆਨੰਦ ਆ ਜਾਂਦਾ ਹੈ। ਤੁਸੀਂ ਵੀ ਜਦ ਉਹਨਾਂ ਦੇ ਰੂਬਰੂ ਹੋਵੋਗੇ ਤੁਸੀਂ ਇਸ ਗੱਲ ਨੂੰ ਲਾਜ਼ਮੀ ਤੌਰ ਤੇ ਸਵੀਕਾਰ ਕਰੋਗੇ। ਜੀ ਹਾਂ, ਮੇਰੀ ਮੁਰਾਦ ਅਮਰ ਨੂਰੀ ਮੈਮ ਹੋਰਾਂ ਤੋਂ। ਮੈਮ ਸਤਿ ਸ੍ਰੀ ਅਕਾਲ ਜੀ, ਖੁਸ਼ ਆਮਦੀਦ, ਵੈਲਕਮ। ਸਤਿ ਸ੍ਰੀ ਅਕਾਲ ਜੀ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਕੌਣ ਦਿਲਾਂ ਦੀਆਂ ਜਾਣੇ ਪ੍ਰੋਗਰਾਮ ਨੂੰ ਦੇਖ ਰਹੇ ਇਸ ਟਾਈਮ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਸੱਚੀਓ ਕਿਹਾ ਸੀਗਾ ਕਿ ਉਹਨਾਂ ਨੂੰ ਮਿਲੀਏ ਤਾਂ ਉਹਨਾਂ ਨਾਲ ਫਕੀਰਗੀ, ਇੱਕ ਫਕੀਰਾਨਾ ਰੂਹ ਆ। ਔਰ ਤੁਸੀਂ ਸੱਚੀਓ ਅੱਜ ਆ ਪਾਈ ਬੈਠੇ ਹੋ ਫਕੀਰਾਨਾ ਨਾਲ, ਬੁੱਧ ਤੁਹਾਡੇ ਵਿਰਾਜਮਾਨ ਨੇ। ਇਹਦਾ ਮਤਲਬ ਮੇਰੀ ਗੱਲ ਤੇ ਸਟੈਂਪ ਲੱਗ ਗਈ ਹੈ, ਮੋਹਰ ਲੱਗ ਗਈ ਇੱਕ ਤਰ੍ਹਾਂ ਨਾਲ। ਫਕੀਰੀ ਦਾ ਘਰ ਤਾਂ ਬਹੁਤ ਦੂਰ ਆ, ਉਹਦੇ ਵਾਸਤੇ ਬੜਾ ਸਬਰ, ਸੰਤੋਖ, ਤਪ ਚਾਹੀਦਾ ਹੈ। ਬਹੁਤ ਚੀਜ਼ਾਂ ਤਪ ਚੋਂ ਨਿਕਲਦਾ ਹੈ, ਕਿੰਨੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਕੇ ਜਦੋਂ ਫਿਰ ਵੀ ਸਹਿਜਤਾ ਰਵੇ, ਫਿਰ ਵੀ ਆਨੰਦ ਵਿੱਚ ਰਵੇ, ਉਹਨੂੰ ਫਕੀਰ ਕਹਿੰਦੇ ਆ। ਪਰ ਤੁਸੀਂ ਆਨੰਦ 'ਚ ਤਾਂ ਰਹਿੰਦੇ ਹੋ। ਮੈਂ ਤਾਂ ਜਦੋਂ ਗੱਲ ਕਰਦਾ ਤੁਹਾਡੀਆਂ ਪੋਸਟਾਂ ਦੇਖਦਾ, ਹਮੇਸ਼ਾ ਹੀ ਤੁਸੀਂ ਆਨੰਦ ਭਰਪੂਰ ਰਹਿੰਦੇ ਹੋ। ਇਹ ਵੀ ਤਾਂ ਹੋ ਸਕਦਾ ਤੁਹਾਡੇ ਵਰਗੀਆਂ ਜਿਹੜੀਆਂ ਅੱਛੀਆਂ ਚੰਗੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਰਹਿ ਕੇ ਅਸੀਂ ਏਦਾਂ ਦੇ ਹੋ ਗਏ ਹੋਈਏ, ਸਾਨੂੰ ਰੰਗ ਹਾਏ ਹਾਏ, ਥੈਂਕ ਯੂ ਸੋ ਮਚ। ਅੱਛਾ ਨੂਰੀ ਮੈਮ, ਪਿਛਲੇ ਦਿਨੀ ਕਿਉਂਕਿ ਜਦੋਂ ਮੈਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ, ਅਸਲ ਦੇ ਵਿੱਚ ਅਸੀਂ ਸਾਰੇ ਘਰਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਡੱਕੇ ਗਏ ਸੀ। ਇਹ ਘਰਾਂ ਦੇ ਵਿੱਚ ਸਾਨੂੰ ਮਜਬੂਰਨ ਬਹੁਤਿਆਂ ਨੂੰ ਰਹਿਣਾ ਪਿਆ, ਕਰੋਨਾ ਦਾ ਮਸਲਾ ਸੀਗਾ। ਲੇਕਿਨ ਬਹੁਤ ਸਾਰੇ ਜਿਹੜੇ ਫਨਕਾਰ ਨੇ, ਕਲਾਕਾਰ ਨੇ, ਉਹਨਾਂ ਦੀ ਰੂਹ ਦੀ ਤਸਕੀਨ ਜਿਹੜੀ ਹੈਗੀ ਆ ਉਹ ਇਸ ਗੱਲ ਨਾਲ ਬਹੁਤ ਪੁਰਸਕੂਨ ਹੋਈ, ਬਹੁਤ ਮਤਲਬ ਆਨੰਦ 'ਚ ਭਰੀ ਗਈ ਕਿ ਉਹਨਾਂ ਨੂੰ ਘਰੇ ਬੈਠ ਕੇ ਆਪਣੇ ਅੰਦਰ ਦੀ ਯਾਤਰਾ ਦਾ ਇੱਕ ਜ਼ਰੀਆ, ਇੱਕ ਵਸੀਲਾ ਮਿਲ ਗਿਆ। ਤੇ ਨੂਰੀ ਹੋਰਾਂ ਦਾ ਮੈਨੂੰ ਪੱਕਾ ਯਕੀਨ ਸੀ ਕਿ ਕਿਉਂਕਿ ਤੁਹਾਡੇ ਸੁਭਾਅ 'ਚ ਪਹਿਲਾਂ ਵੀ ਇਸ ਕਿਸਮ ਦੀ ਜਿਹੜੀ ਹੈਗੀ ਆ ਸਾਦਗੀ ਬਹੁਤ ਹੈ, ਸਰਲਤਾ ਬਹੁਤ ਹੈ। ਤੇ ਕਰੋਨਾ ਨੇ ਕਿਆ ਨੂਰੀ ਦੀ ਜ਼ਿੰਦਗੀ 'ਚ ਕੁਛ ਐਡ ਔਨ ਕੀਤੀ ਚੀਜ਼, ਕੁਛ ਉਹਦੇ ਨਾਲ ਹੋਰ ਜੁੜਿਆ ਕੁਛ ਵੀ, ਜਿਹੜੀ ਉਹ ਇਸ ਕਿਸਮ ਦੀ ਇੱਕ ਆਨੰਦ ਦੀ ਅਵਸਥਾ ਨੂੰ ਹੋਰ ਅੱਗੇ ਵਧਾਇਆ ਹੋਵੇ ਉਸਨੇ? ਜੀ ਬਿਲਕੁਲ ਬਿਲਕੁਲ, ਤੁਸੀਂ ਜਿਹੜੀ ਗੱਲ ਪੁੱਛੀ ਆ ਬਿਲਕੁਲ ਸਹੀ ਆ ਕਿ ਹਰ ਬੰਦਾ, ਜਦੋਂ ਆਪਾਂ ਗੱਡੀ ਜਾ ਰਹੀ ਆ ਜਾਂ ਆਪਾਂ ਭੱਜੇ ਦੌੜੇ ਜਾ ਰਹੇ ਆ ਤਾਂ ਸਾਰਾ ਕੁਝ ਪਿੱਛੇ ਛੁੱਟਦਾ ਜਾ ਰਿਹਾ, ਅਸੀਂ ਭੱਜੇ ਜਾ ਰਹੇ ਆ। ਜਦੋਂ ਅਸੀਂ ਇੱਕਦਮ ਖਲੋ ਜਾਂਦੇ ਆ, ਫਿਰ ਉਹ ਜਿਹੜੇ ਭੱਜੇ ਜਾਂਦੇ ਸਾਨੂੰ ਕਲੀਅਰ ਨਹੀਂ ਨਾ ਦਿਖਦੇ ਹੁੰਦੇ, ਆਸੇ ਪਾਸੇ ਕਲੀਅਰ ਨਹੀਂ ਦਿਖਦਾ ਹੈਗਾ, ਸਾਰਾ ਭੱਜਿਆ ਜਾਂਦਾ। ਸਾਡੀ ਰੇਸ ਲੱਗੀ ਹੋਈ, ਉਨੀ ਰੇਸ ਨਾਲ ਪਿੱਛੇ ਸਾਰੀਆਂ ਚੀਜ਼ਾਂ ਡੀਫੋਕਸ ਹੋ ਜਾਂਦੀਆਂ ਨੇ। ਸਹੀ ਗੱਲ ਤੁਹਾਡੀ। ਹਾਂ, ਜਦੋਂ ਅਸੀਂ ਖਲੋ ਜਾਂਦੇ ਆ, ਖਲੋ ਕੇ ਫਿਰ ਸਾਨੂੰ ਸਾਰਾ ਕੁਝ ਕਲੀਅਰ ਦਿਖਦਾ, ਆਪਣਾ ਆਪ ਵੀ, ਬਾਹਰ ਵੀ। ਇਹ ਮੈਂ ਤਾਂ ਕਹਿੰਦੀ ਇੱਕ ਜ਼ਿੰਦਗੀ ਦੇ ਵਿੱਚ ਏਦਾਂ ਦੀ ਖੜੋਤ ਆਈ ਸੀਗੀ ਹਰ ਜ਼ਿੰਦਗੀ ਦੇ ਵਿੱਚ ਕਿ ਆਪਣੇ ਦੇ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ। ਆਪਣਾ ਚਾਹ ਤੇਰਾ, ਤੁਸੀਂ ਕਿੱਥੇ ਰਹਿੰਦੇ ਹੋ, ਕਿਵੇਂ ਦਾ ਮਾਹੌਲ ਆ ਉੱਥੇ, ਕਿੱਦਾਂ ਦਾ ਔਰਾ ਕਿੱਦਾਂ ਦਾ ਹੈ, ਉਹ ਤੁਹਾਨੂੰ ਦੇਖਣ ਦਾ ਮੌਕਾ ਮਿਲਿਆ। ਕਿਉਂਕਿ ਹਰ ਬੰਦਾ ਨਾ ਬਿਜ਼ੀ ਆਪਣੀ ਲਾਈਫ ਦੇ ਵਿੱਚ, ਜਿਹੜੇ ਜੌਬ ਕਰਦੇ ਨੇ, ਸਵੇਰੇ ਜਾਂਦੇ ਨੇ, ਨੱਠ ਭੱਜ ਤੇ ਸਾਰਾ ਦਿਨ ਕੰਮ ਤੋਂ ਥੱਕ ਟੁੱਟ ਕੇ ਫਿਰ ਆ ਕੇ ਵਿਚਾਰੇ ਸਾਰਾ ਤੇ ਪਰ ਜਦੋਂ ਸਾਰਿਆਂ ਨੂੰ ਅੰਦਰ ਲਾਕਡਾਊਨ ਦੇ ਵਿੱਚ ਅੰਦਰ ਆਪਣੇ ਘਰਾਂ ਦੇ ਅੰਦਰ ਬਹਿਣਾ ਪਿਆ, ਫਿਰ ਉਹਨਾਂ ਨੂੰ ਨੱਠ ਭੱਜ ਨਹੀਂ ਸੀ ਵੀ ਸਵੇਰੇ ਉੱਠਣਾ ਹੈ, ਜਲਦੀ ਜਾਣਾ, ਇੱਧਰ ਜਾਣਾ, ਆਹ ਕੰਮ ਕਰਨਾ, ਉਹ ਸਾਰਾ ਖਾਲੀ ਹੋ ਗਿਆ। ਫ੍ਰੀ ਜੇ ਹੋ ਗਏ ਬੰਦੇ ਨਾ, ਕੁਝ ਫ੍ਰੀ ਹੋ ਗਏ। ਫਿਰ ਉਹਨਾਂ ਨੂੰ ਆਪਣਾ ਆਪ ਦਿਖਣਾ ਸ਼ੁਰੂ ਹੋਇਆ ਕਿ ਸਾਡੇ ਕੀ ਚੱਲ ਰਿਹਾ ਹੈ, ਸਾਡੇ ਚੱਲ ਰਿਹਾ ਹੈ। ਉਹਦੀ ਕਈ ਲੋਕਾਂ ਨੂੰ ਉਸ ਮਨ ਦੀ ਪਕੜ ਵੀ ਮਹਿਸੂਸ ਹੋਈ ਕਿ ਸਿਰਫ ਪਕੜ ਕੇ
ਅਸੀਂ ਉਹਨੂੰ ਕਿੱਦਾਂ ਸੈੱਟ ਕਿੱਦਾਂ ਕਰਨਾ ਹੈ। ਕਿਉਂਕਿ ਜਿੰਨੀ ਦੇਰ ਤੁਹਾਨੂੰ ਕੋਈ ਚੀਜ਼ ਤੁਹਾਡਾ ਦੋਸ਼ ਆ ਜਾਂ ਮੈਂ ਤਾਂ ਸ਼ੁਰੂ ਦੀ ਗੱਲ ਕਰ ਰਹੀ ਕਲਾਕਾਰ ਸਿੰਗਰ ਆ, ਹਾਂ ਸਹੀ ਗੱਲ ਹੈ ਤੁਹਾਡੀ। ਹਾਂ। ਤੇ ਸਿੰਗਰ ਜਿੰਨੀ ਦੇਰ ਤੁਹਾਨੂੰ ਸੁਣਨ ਦੀ ਬੋਧ ਨਹੀਂ ਆਉਂਦੀ ਹੂੰ ਕਿ ਆਪਣੇ ਆਪ ਨੂੰ ਸੈੱਟ ਨਹੀਂ ਕਰ ਸਕਦੇ। ਜੇ ਹੂੰ ਤੁਹਾਨੂੰ ਸੁਰ ਨਹੀਂ ਆਉਂਦਾ, ਤੁਹਾਨੂੰ ਸੁਰ ਆਪਣਾ ਸੁਣਦਾ ਹੀ ਨਹੀਂ ਹੈਗਾ, ਹੂੰ ਤੁਸੀਂ ਹਾਰਮੋਨੀਅਮ ਤੇ ਤਾਨਪੁਰੇ ਤੇ ਰਿਆਜ਼ ਕਰ ਰਹੇ ਹੋ ਹੂੰ ਔਰ ਤੁਹਾਡਾ ਜਿਹੜਾ ਸਾਹ ਹੈਗਾ, ਆਵਾਜ਼ ਤੁਸੀਂ ਉਹਦੇ ਨਾਲ ਮੈਚ ਕਰ ਰਹੇ ਹੋ, ਜੇ ਤੁਹਾਨੂੰ ਗਹਿਰਾਈ ਦਾ ਸੁਣਨਾ ਨਹੀਂ ਹੈਗਾ ਹੂੰ ਤਾਂ ਸੁਰ ਉਹਦੇ ਨਾਲ ਇੱਕ ਮਿਕ ਨਹੀਂ ਹੋ ਸਕਦਾ, ਤੁਹਾਡੀ ਹੂੰ ਤੁਹਾਡੀ ਹੂੰ ਇੱਕਤਾ ਹੀ ਨਹੀਂ ਸਕਦੀ। ਹੂੰ ਕਿ ਸੁਣਨਾ ਜਿਹੜਾ ਹੈਗਾ ਹੈ, ਗਹਿਰਾਈ ਚ ਉਤਰਦੇ ਆਪਾਂ ਸੁਣਨ ਦੇ ਨਾਲ, ਹੂੰ ਹੂੰ ਕਿ ਉਸ ਚੀਜ਼ ਨੂੰ ਸੁਣ ਕੇ ਆਪਾਂ ਆਪਣੇ ਅੰਦਰ ਉਤਾਰਦੇ ਹਾਂ, ਤਾਂ ਅਸੀਂ ਸੁਰ ਚ ਹੋ ਜਾਂਦੇ ਹਾਂ, ਹੂੰ ਇੱਕ ਸਾਡਾ ਸੁਰ। ਇਸੇ ਤਰ੍ਹਾਂ ਹੀ ਇਹ ਹੈਗਾ ਕਿ ਜਿਹੜੀ ਜ਼ਿੰਦਗੀ ਤੁਹਾਡੀ ਹੈਗੀ ਹੈ, ਜਦੋਂ ਤੁਸੀਂ ਖਲੋ ਜਾਂਦੇ ਹੋ, ਤੁਸੀਂ ਆਪਣੇ ਆਪ ਨੂੰ ਅੰਦਰ ਮਹਿਸੂਸ ਕਰਦੇ ਹੋ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ। ਹੂੰ ਤੁਸੀਂ ਆਪਣੇ ਦੋਸ਼, ਆਪਣੀਆਂ ਜਿਹੜੀਆਂ ਅੰਦਰ ਦੀਆਂ ਕੁਝ ਕੁਰੀਤੀਆਂ ਕਹਿ ਲਓ, ਜਾਂ ਤੁਸੀਂ ਤੁਹਾਨੂੰ ਮੌਕਾ ਹੀ ਨਹੀਂ ਮਿਲਿਆ ਕਦੇ ਉਹ ਹਾਂ, ਚੀਜ਼ਾਂ, ਜਿਹੜੇ ਸੀ ਭਰਮ ਪਾਲ ਰੱਖੇ ਹੁੰਦੇ ਆਪਦੇ ਆਪ ਦੇ। ਮਨ ਦੇ ਅੰਦਰ ਟੈਨਸ਼ਨਾਂ ਐਵੇਂ ਫਾਲਤੂ ਦੀਆਂ ਕਚਰਾ ਇਕੱਠਾ ਕੀਤਾ ਹੁੰਦਾ ਦਿਮਾਗ 'ਚ, ਉਹ ਫਿਰ ਸਾਫ਼ ਕਰਨ ਦਾ ਮੌਕਾ ਉਦੋਂ ਮਿਲਦਾ ਜਦੋਂ ਤੁਸੀਂ ਪੂਰਾ ਸਕੂਨ ਹੋ ਕੇ ਆਰਾਮ ਨਾਲ ਬੈਠਦੇ ਹੋ, ਹੂੰ ਖਾਲੀ ਹੋ ਕੇ। ਤੇ ਉਹ ਚੀਜ਼ਾਂ ਮੇਰੇ ਖਿਆਲ ਬਹੁਤ ਸਾਰੇ ਲੋਕਾਂ ਨਾਲ ਏਦਾਂ ਹੋਈਆਂ, ਮੇਰੇ ਨਾਲ ਵੀ ਹੋਈਆਂ ਨੇ। ਤੇ ਹੂੰ ਬਹੁਤ ਕੁਝ ਕਈ ਜ਼ਿੰਦਗੀ ਦੇ ਵਿੱਚ ਚੀਜ਼ਾਂ ਮੇਰੀਆਂ, ਜਿਹੜੇ ਮੇਰੇ ਸ਼ੌਕ ਸੀਗੇ, ਹੂੰ ਮੇਰੇ ਇਵੇਂ ਕਰਕੇ ਉਹ ਮੇਰੇ ਸ਼ੌਕ ਕਿਤੇ ਪਿੱਛੇ ਛੁੱਟ ਗਏ ਸੀ ਮੇਰੇ ਤੋਂ। ਮੈਂ ਤੇ ਇਹ ਪਤਾ ਲੱਗਿਆ ਕਿ ਕਰੋਨਾ ਦੇ ਦਿਨਾਂ 'ਚ ਨੂਰੀ ਮੈਮ ਤੁਸੀਂ ਜਿਹੜੀ ਉਹ ਮਿੱਟੀ ਦੇ ਖਿਡੌਣੇ ਜਾਂ ਮਿੱਟੀ ਦੀਆਂ ਮੂਰਤਾਂ ਜਾਂ ਉਹ ਇਸ ਤਰ੍ਹਾਂ ਦੀ ਸ਼ਿਲਪਕਾਰੀ ਤੁਸੀਂ ਸ਼ੁਰੂ ਕੀਤੀ, ਪੇਂਟਿੰਗ ਤੁਸੀਂ ਸ਼ੁਰੂ ਕੀਤੀ, ਜਿਹੜੇ ਕਿ ਬੜੇ ਸਾਲਾਂ ਤੋਂ ਤੁਸੀਂ ਪੋਸਟਪੋਨ ਕਰਦੇ ਆ ਰਹੇ ਸੀਗੇ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਮੈਂ ਪੌਟ ਬਣਾਏ ਮਿੱਟੀ ਦੇ, ਹੂੰ ਮਿੱਟੀ ਦੇ ਨਹੀਂ, ਮਤਲਬ ਕਿ ਉਹਦੇ ਸੀਮਟ ਦੇ ਔਰ ਪੀਓਪੀ ਦੇ ਵਿੱਚ ਬਣਾਏ ਆ। ਮਿੱਟੀ ਦੀਆਂ ਕੁਝ ਏਦਾਂ ਦੀਆਂ ਚੀਜ਼ਾਂ ਬਣਾਈਆਂ ਨੇ, ਜਿਹੜੀ ਚੀਕਣੀ ਮਿੱਟੀ ਨਹੀਂ ਹੁੰਦੀ, ਜਿਹੜੀ ਘੁਮਿਆਰ ਹੂੰ ਤੇ ਰੱਖ ਕੇ ਚੀਜ਼ਾਂ ਬਣਾਉਂਦਾ ਹੈ, ਹੂੰ 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 ਕਿ ਕੁਦਰਤੀ ਮੈਂ ਆਪਣੇ ਕੋਲ ਰੱਖਦੀ ਹੁੰਦੀ ਹਾਂ ਵੀ ਜਦੋਂ ਵੀ ਮੈਨੂੰ ਟਾਈਮ ਕਿਤੇ ਮਿਲਦਾ, ਜਦੋਂ ਮੈਂ ਫ੍ਰੀ ਹੁੰਦੀ ਹਾਂ, ਤਾਂ ਫਿਰ ਮੈਂ ਉਸ ਮਿੱਟੀ 'ਚ ਮਿੱਟੀ ਹੋ ਜਾਂਦੀ ਹਾਂ। ਅੱਛਾ ਮੈਮ, ਤੁਸੀਂ ਤੁਹਾਡੇ ਕੋਲ ਇੱਕ ਸਿਨਫ ਨਾ ਉਹ ਹੈ ਗਾਇਕੀ ਦੀ। ਤੁਸੀਂ ਜਦੋਂ ਜੀ ਮਿੱਟੀ ਦੇ ਘੜੇ ਬਣਾਉਂਦੇ ਹੋ, ਮੂਰਤਾਂ ਬਣਾਉਂਦੇ ਹੋ, ਕਿ ਸੱਚੀ ਮੁੱਚੀ ਨਾਲ ਗੁਣਗੁਣਾਉਂਦੇ ਵੀ ਮਿੱਟੀ ਦਾ ਮੈਂ ਘੜਾ ਬਣਾਵਾਂ ਜਾਂ ਮਿੱਟੀ ਦਾ ਮੈਂ ਬਾਵਾ ਬਣਾਵਾਂ? ਮੈਨੂੰ ਪੱਕਾ ਯਕੀਨ ਹੈ ਕਿ ਤੁਸੀਂ ਉਹ ਘੜੇ ਨੂੰ ਵੀ ਜ਼ਰੂਰ ਗੀਤ ਸੁਣਾਉਂਦੇ ਹੋਵੋਗੇ, ਉਹ ਮੂਰਤੀਆਂ ਨੂੰ, ਖਿਡੌਣਿਆਂ ਨੂੰ ਲਾਜ਼ਮੀ ਤੌਰ ਤੇ ਸੁਣਾਉਂਦੇ ਹੋਵੋਗੇ। ਅਸਲ 'ਚ ਮੈਂ ਜਿਹੜੀ ਵੀ ਚੀਜ਼ ਕਰਦੀ ਹਾਂ, ਜਦੋਂ ਮੈਂ ਗਾਣਾ ਗਾਉਂਦੀ ਹਾਂ, ਹੂੰ ਫਿਰ ਮੈਂ ਗਾਣਾ ਹੀ ਬਣ ਜਾਂਦੀ ਹਾਂ, ਹੂੰ ਸੰਗੀਤ ਬਣਨ ਦੀ ਕੋਸ਼ਿਸ਼ ਕਰਦੀ ਹਾਂ। ਜਦੋਂ ਮੈਂ ਡਾਂਸ ਕਰਦੀ ਹਾਂ, ਹੂੰ ਉਦੋਂ ਕਿਤੇ ਧਿਆਨ ਨਹੀਂ, ਮੈਂ ਫਿਰ ਡਾਂਸ ਹੀ ਬਣ ਜਾਂਦੀ ਹਾਂ। ਵੀ ਹੂੰ ਡਾਂਸ ਹੂੰ ਮੈਨੂੰ ਹੁੰਦਾ ਮੈਂ ਨ੍ਰਿਤ ਹਾਂ, ਹੂੰ ਵੀ ਮੈਂ ਨ੍ਰਿਤ ਕਰਨ ਵਾਲੀ ਆ ਜਾਂ ਨਾ। ਤੇ ਜਦੋਂ ਮੈਂ ਕੁਛ ਏਦਾਂ ਦੀਆਂ ਚੀਜ਼ਾਂ ਬਣਾਉਣੀ, ਪੇਂਟਿੰਗ ਬਣਾਉਣੀ ਆ, ਫਿਰ ਮੈਂ ਹੂੰ ਰੰਗਾਂ ਦੀ ਹੋ ਜਾਂਦੀ, ਫਿਰ ਮੈਂ ਆਪਣੇ ਆਪ ਨੂੰ ਐ ਸੋਚਦੀ ਮੈਂ ਇੱਕ ਰੰਗ ਆ, 7 ਰੰਗ ਵਾਹ 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 ਵਾਹ। ਦੀ ਚੀਜ਼ਾਂ ਬਣਾਉਣੀ ਆ। ਉਦੋਂ ਹੂੰ ਮੈਂ ਇੱਥੋਂ ਨਹੀਂ ਗਾਉਂਦੀ, ਮੇਰੀ ਰੂਹ ਗਾਉਂਦੀ ਆ ਫਿਰ ਵਾਹ, ਅੰਦਰ ਇਨਸ਼ਾਅੱਲਾ ਵਾਹ। ਨਾਲ ਇੱਕ ਮਿਕ ਹੋ ਕੇ। ਮੇਰਾ ਹੁੰਦਾ ਵੀ ਮੈਨੂੰ ਕਿਵੇਂ ਤਰਾਸ਼ਣਾ ਹੈ, ਇਹਨੂੰ ਕਿਵੇਂ ਬਣਾ ਰਹੀ ਹਾਂ ਮੈਂ, ਕੀ ਇੰਨਾ ਇੱਕ ਮੈਨੂੰ ਆਨੰਦ ਆਉਂਦਾ, ਉਹ 'ਚ ਖੋ ਜਾਂਦੀ ਹਾਂ। ਇਹਦਾ ਮਤਲਬ ਜਦੋਂ ਮੈਂ ਤੁਹਾਡੀ ਜਾਣ ਪਛਾਣ ਕਰਾਈ ਹੈ ਵੀ ਇੱਕ ਫਕੀਰਾਨਾ, ਇੱਕ ਫਕੀਰਨੀ ਨਾਲ ਮੈਂ ਅੱਜ ਗੱਲ ਕਰਨ ਲੱਗਿਆ। ਨੂਰੀ ਮੈਮ ਨੂੰ ਐਜ਼ ਅ ਗਾਇਕਾ ਤੇ ਬਹੁਤੇ ਸੁਣਦੇ ਰਹੇ ਨੇ, ਅਦਾਕਾਰਾ ਦੇ ਰੂਪ ਚ ਦੇਖਦੇ ਰਹੇ ਨੇ, ਪਰ ਆਹ ਜਿਹੜੇ ਗੁਣ ਨੇ ਸ਼ਾਇਦ ਇਹ ਮੈਨੂੰ ਲੱਗਦਾ ਹੈ ਮੈਨੂੰ ਮੌਕਾ ਮਿਲ ਰਿਹਾ ਕਿ ਮੈਂ ਦੋਸਤਾਂ ਪਾਠਕਾਂ ਤੱਕ ਪਹੁੰਚਾਵਾਂ ਕਿ ਇੱਕ ਫਕੀਰਗੀ ਨੂੰ ਤੁਸੀਂ ਕਿੰਨਾ, ਕਿਉਂਕਿ ਦਰਸ਼ਕਾਂ ਨੂੰ ਮੈਂ ਇੱਕ ਹੋਰ ਚੀਜ਼ ਦੱਸਣ ਲੱਗਿਆ ਨੂਰੀ ਮੈਮ, ਮੈਂ ਜਦੋਂ ਤੁਹਾਡੇ ਘਰ ਗਿਆ ਸੀ ਤਾਂ ਤੁਸੀਂ ਸਭ ਤੋਂ ਪਹਿਲਾਂ ਮੇਰੀ ਜਿਹੜੀ ਜਾਣ ਪਛਾਣ, ਤਾਰੁਫ ਤੁਸੀਂ ਆਪਣੀਆਂ ਗਾਵਾਂ ਨਾਲ ਕਰਾਇਆ, ਜਿਹੜੇ ਤੁਸੀਂ ਗਾਵਾਂ ਰੱਖੀਆਂ ਹੋਈਆਂ ਸੀ ਪਰਲੇ ਪਾਸੇ। ਔਰ ਹਾਂ ਮੈਨੂੰ, ਮੈਂ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਕਿ ਨੂਰੀ ਮੈਮ ਉਹਨਾਂ ਨਾਲ ਹਰ ਵੇਲੇ ਗੱਲਾਂ ਕਰਦੇ ਨੇ, ਤੇ ਜਿਹੜੇ ਉਹ ਬੱਚੇ ਸੀ ਜਾਂ ਬੱਚੀਆਂ ਸੀ, ਤਾਂ ਨੂਰੀ ਮੈਮ ਜਦੋਂ ਗੱਲਾਂ ਕਰਦੇ ਸੀ ਉਹਨਾਂ ਨਾਲ, ਤਾਂ ਉਹ ਬੱਚੇ ਮੈਨੂੰ ਇਹ ਲੱਗਿਆ ਜਿਵੇਂ ਹੁੰਗਾਰਾ ਭਰ ਰਹੇ ਹੋਣ। ਕਿਆ ਜੀ ਮੈਂ ਸਹੀ ਕਹਿ ਰਿਹਾ ਹਾਂ ਤੁਹਾਡੇ ਨਾਲ? ਤੁਸੀਂ ਉਹਨਾਂ ਨਾਲ ਬਹੁਤ ਗੱਲਾਂ ਕਰਦੇ ਹੋ, ਤੁਸੀਂ ਬਹੁਤ ਅਰਲੀ ਵੀ ਉੱਠਦੇ ਹੋ, ਕਰੀਬ 3-4 ਵਜੇ ਤੁਸੀਂ ਉੱਠ ਕੇ ਸਾਰਾ ਵੀ ਕਰਦੇ ਹੋ ਇਹ ਘਰ ਦੇ ਮਸਲੇ, ਜਿੰਨੇ ਵੀ ਛੋਟੀ ਛੋਟੀ ਚੀਜ਼ਾਂ ਹੁੰਦੀਆਂ। ਔਰ ਮੈਨੂੰ ਇਹ ਵੀ ਪਤਾ ਲੱਗਾ ਤੁਸੀਂ ਮੋਰ ਵੀ ਪਾਲੇ ਹੋਏ ਆ, ਚਿੱਟੇ ਰੰਗ ਦੇ ਮੋਰ ਵੀ ਮੈਂ ਤੁਹਾਡੀਆਂ ਕਿਤੇ ਸਟੋਰੀਜ਼ ਦੇ ਵਿੱਚ ਦੇਖੇ ਨੇ। ਹਾਂਜੀ ਹਾਂਜੀ। ਬਲਵਿੰਦਰ ਜੀ, ਮੋਰ ਪਾਲੇ ਨਹੀਂ ਹੈਗੇ, ਅਸੀਂ ਪਾਲ ਨਹੀਂ ਸਕਦੇ ਕਿਸੇ ਨੂੰ, ਪਾਲਣਹਾਰ ਤਾਂ ਕੋਈ ਹੂੰ ਹੋਰ ਆ। ਹਾਂ ਹਾਂ, ਉਹ ਇੱਥੇ ਆ ਜਾਂਦੇ ਨੇ, ਅਸੀਂ ਸਪੈਸ਼ਲ ਉਹਨਾਂ ਨੂੰ ਲੈ ਕੇ ਨਹੀਂ ਆਏ ਹੈਗੇ, ਉਹ ਆਪੇ ਹੀ ਪਤਾ ਨਹੀਂ ਜਦੋਂ ਅਸੀਂ ਇਸ ਘਰ 'ਚ ਪਰ ਤੁਸੀਂ ਦਾਣਾ ਪਾਉਂਦੇ ਹੋਵੋਗੇ, ਤੁਸੀਂ ਚਾਰਾ ਪਾਉਂਦੇ ਹੋਵੋਗੇ, ਉਹ ਪਿਆਰ ਪਾਉਂਦੇ ਹੋਵੋਗੇ, ਆ ਜਾਂਦੇ ਨੇ ਉਹ। ਮੇਰੀ ਮੁਹੱਬਤ ਆ,
ਹਾਂ ਮੈਂ ਹੀ ਕਹਿ ਰਿਹਾ। ਜਦੋਂ ਮੈਨੂੰ ਹੁੰਦਾ ਮੈਂ ਇਹਨਾਂ ਨੂੰ ਕੁਛ ਲੈ ਕੇ ਜਾਵਾਂ। ਜਿਹੜੀਆਂ ਗਾਵਾਂ ਗਾਵਾਂ ਵਾਸਤੇ ਵੀ ਮੈਂ ਚਾਰਾ ਲੈ ਕੇ ਜਾਂਦੀ ਆ। ਜਦੋਂ ਹਾਂ ਸੀਗਾ, ਜਿਹੜੇ ਸਾਡੇ ਗਾਵਾਂ ਦੇ ਉੱਤੇ ਆਪਾਂ ਬਾਬਾ ਜੀ ਜਿਹੜੇ ਸਾਡੇ ਕੰਮ ਕਰਦੇ ਨੇ, ਗਾਵਾਂ ਨੂੰ ਹੂੰ ਸਾਂਭ ਸੰਭਾਲ ਕਰਦੇ ਸੀ, ਉਹ ਵੀ ਫਿਰ ਹੂੰ 15 ਨਹੀਂ ਆ ਸਕੇ। ਉਹ ਹੂੰ ਫਿਰ ਪਿੰਡ ਸੀਗੇ, ਨਾਲ ਪਿੰਡ ਹੈਗਾ ਸਲਾਣਾ, ਉੱਥੇ ਸੀਗੇ ਤੇ 15 ਦਿਨ ਨਹੀਂ ਸੀ ਆ ਸਕੇ। ਫਿਰ 15 ਦਿਨ ਮੈਂ ਗਾਵਾਂ ਨੂੰ ਸਵੇਰੇ ਉੱਠ ਕੇ ਚਾਰਾ ਚੂਰਾ ਪਾਉਂਦੀ ਸੀਗੀ, ਸ਼ਾਮ ਨੂੰ ਵੀ ਚਾਰਾ ਪਾਉਣਾ, ਪਾਣੀ ਵੀ ਪਿਆਉਣਾ, ਫਿਰ ਧਾਰ ਵੀ ਮੈਂ ਆਪ ਕੱਢਦੀ ਹੁੰਦੀ ਸੀ ਉਹਦੀ ਸਵੇਰ। ਵਾਹ ਵਾਹ ਵਾਹ। ਤੇ ਉਹ ਇੰਨਾ ਕੁ ਪਿਆਰ ਹੋ ਗਿਆ ਸੀ ਉਹਨਾਂ ਨਾਲ। ਜਦੋਂ ਬਾਬਾ ਜੀ ਸਾਡੇ ਵਾਪਸ ਆ ਗਏ 15 ਦਿਨਾਂ ਬਾਅਦ, ਥੋੜਾ ਥੋੜਾ ਆਣਾ ਜਾਣਾ ਸ਼ੁਰੂ ਹੋ ਗਿਆ। ਫਿਰ ਬਾਬਾ ਜੀ ਜਦੋਂ ਨਾ ਉਹਦੀ ਧਾਰ ਕੱਢਣ ਲੱਗਿਆ ਕਰਨ, ਉਹ ਨਾ ਮੁੜ ਮੁੜ ਕੇ ਕਿਆ ਕਰੇ ਵੀ ਕਿੱਥੇ ਆ, ਵੀ ਕਿੱਥੇ ਰਹਿ ਗਈ। ਹਾਂ ਹਾਂ ਹਾਂ। ਦੁੱਧ ਨੀ ਦਿੰਦੀ ਭਾਈ, ਮੈਂ ਤਾਂ ਇੰਨੇ ਸਾਲਾਂ ਤੋਂ ਉਹਦੇ ਨਾਲ ਏਦਾਂ ਸੀਗਾ। ਕਹਿੰਦੇ 15 ਦਿਨਾਂ ਚ ਤੂੰ ਕੀ ਕਰਤਾ ਉਹਨਾਂ ਨੂੰ, ਬਸ ਖੁਦ ਕੀਤੀ ਉਹਨਾਂ ਨੂੰ। वो गामा वेट कर दी ने, आज वो फकीरनी नहीं आई जो बातें करती थी मुझसे। ਤੇ ਯਕੀਨ ਕਰਿਓ, ਕਦੇ ਮਿਲਿਆ ਮੈਂ ਬਾਬਾ ਜੀ ਤੋਂ, ਬਾਬਾ ਜੀ ਦੇ ਨਾਲ ਗੱਲ ਕਰਵਾਉਂਗੀ ਕਦੇ। ਬਾਬਾ ਕਹਿੰਦੇ ਰੋ ਰਹੀਆਂ ਗਾਵਾਂ, ਅੱਖਾਂ ਚੋਂ ਹੰਝੂ ਜਾ ਰਹੇ। ਫਿਰ ਉਹਨੇ ਮੈਨੂੰ ਆਵਾਜ਼ ਮਾਰੀ, ਕਹਿੰਦੇ ਵੀ ਤੈਨੂੰ ਤਾਂ ਮੈਨੂੰ ਤਾਂ ਦੁੱਧ ਨਹੀਂ ਦੇ ਰਹੀਆਂ ਇਹ। ਫਿਰ ਮੈਂ ਗਈ ਉੱਥੇ, ਉਹਨੂੰ ਜਾ ਕੇ ਕੁਝ ਖਿਲਾਇਆ, ਪਿਆਰ ਕੀਤਾ। ਉਹਦੇ ਪਰਲ ਪਰਲ ਹੰਝੂ ਜਾਣ। ਉਹਨੂੰ ਹੋ ਗਿਆ ਵੀ 2-3 ਦਿਨ ਹੋ ਗਏ ਆ ਨਹੀਂ ਰਹੀ। ਫਿਰ ਮੈਂ ਜਾ ਕੇ ਉਹਨੂੰ ਪਿਆਰ ਕੀਤਾ। ਮੈਂ ਕਿਹਾ ਮੈਨੂੰ ਕਿਹਾ, ਮੈਂ ਕਿਹਾ ਮੈਨੂੰ ਮਾਫ ਕਰ ਦੇ। ਮੈਂ ਕਿਹਾ ਗੱਲਾਂ ਜਿਵੇਂ ਆਪਾਂ ਆਪ ਇਨਸਾਨ ਗੱਲਾਂ ਕਰਦੇ, ਮੈਨੂੰ ਲੱਗ ਰਿਹਾ ਸੀ ਉਹਦੀ ਰੂਹ ਸੁਣ ਰਹੀ ਆ, ਉਹਨੂੰ ਸਾਰੀ ਸਮਝ, ਤੁਹਾਡੀ ਫੀਲਿੰਗ ਉਹਨਾਂ ਤੱਕ ਪਹੁੰਚ ਰਹੀ ਸੀਗੀ। ਮੈਨੂੰ ਲੱਗ ਰਿਹਾ ਸੀ ਕਿ ਉਹਨੂੰ ਸਾਰਾ ਕੁਝ ਮੇਰਾ ਸਮਝ ਆ ਰਿਹਾ ਹੈ। ਮੈਨੂੰ ਪਿਆਰ ਕੀਤਾ, ਜਾ ਕੇ ਉਹਨੂੰ ਗਲਵੱਕੜੀ ਪਾਈ। ਮੈਂ ਕਿਹਾ ਸੌਰੀ, ਮੈਂ ਕਿਹਾ ਮੇਰੇ ਤੋਂ ਗਲਤੀ ਹੋ ਗਈ ਤੇ ਮੈਂ ਕਿਹਾ ਮੈਂ ਬਿਜ਼ੀ ਹੋ ਗਈ ਸੀ ਕੰਮਾਂ 'ਚ, ਪਰ ਮੈਂ ਕਿਹਾ ਮੈਨੂੰ ਮਾਫ ਕਰ ਦਿਓ, ਮੈਂ ਆਉਂਗੀ ਰੋਜ਼ ਤੈਨੂੰ ਆ ਕੇ ਪਿਆਰ ਕਰੂੰਗੀ। ਬਹੁਤ ਸੋਹਣੇ ਤਰੀਕੇ ਨਾਲ ਖੜ ਗਈ ਤੇ ਫਿਰ ਮੈਂ ਉਹਦੀ ਧਾਰ ਕੱਢੀ, ਭੈਣ ਵਧੀਆ ਬਾਲਟੀ ਪੂਰੀ ਭਰ ਕੇ 1.5 ਬਾਲਟੀ ਦੁੱਧ ਦੀ ਦਿੱਤੀ ਉਹਨੇ ਫਿਰ। ਵਾਹ ਵਾਹ ਵਾਹ। ਤੇ ਮੋਰਾਂ ਬਾਰੇ, ਮੋਰ ਤੁਹਾਡੇ ਰੋਜ਼ ਆਉਂਦੇ ਨੇ, ਤੁਸੀਂ ਸਟੋਰੀਆਂ ਪਾਉਂਦੇ। ਜਦੋਂ ਤੁਸੀਂ ਇੱਕ ਦਿਨ ਨੱਚ ਵੀ ਰਹੇ ਸੀਗੇ, ਤੁਸੀਂ ਸਟੋਰੀ ਪਾਈ, ਉੱਥੇ ਵੀ ਪਿੱਛੇ ਮੋਰ ਤੁਹਾਡੇ ਘੁੰਮ ਰਹੇ ਸੀਗੇ। ਹਾਂਜੀ ਹਾਂਜੀ। ਜਦੋਂ ਸਵੇਰੇ ਉੱਠਦੀ ਆ ਨਾ, ਸਵੇਰੇ ਉੱਠ ਜਦੋਂ ਮੈਂ ਘਰ ਆਪਣੇ ਰੂਮ ਚੋਂ ਬਾਹਰ ਨਿਕਲਦੀ ਆ, ਤਾਂ ਫਿਰ ਮੇਰੇ ਹੱਥ 'ਚ ਦਾਣਾ ਰੋਟੀਆਂ ਇਹੀ ਹੁੰਦੀਆਂ ਨੇ। ਸਭ ਤੋਂ ਪਹਿਲਾਂ ਜਾ ਕੇ ਮੈਂ ਗਾਂ ਨੂੰ ਪਿਆਰ ਕਰਨਾ, ਉਹਨੂੰ ਰੋਟੀ ਖਵਾਉਣੀ ਆ। ਤੇ ਫਿਰ ਉਸ ਤੋਂ ਬਾਅਦ ਕਾਫੀ ਸਾਰੀ ਰੋਟੀ ਹੁੰਦੀ ਆ, ਚਿੜੀਆਂ ਨੂੰ ਪਾਣੀ ਹੈ, ਜਿੰਨੇ ਪੰਛੀ ਹੁੰਦੇ ਨੇ। ਫਿਰ ਮੋਰ ਮੇਰੇ ਪਿੱਛੇ 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 ਫਿਰ ਦਿੰਦੇ। ਉਹ ਫਿਰ ਏਦਾਂ ਜਦੋਂ ਮੈਂ ਚਿੜੀਆਂ ਨੂੰ ਰੋਟੀ ਪਾਉਣੀ ਆ, ਏਦਾਂ ਨਹੀਂ ਖਾਂਦੇ ਹੈ। ਉਹਨਾਂ ਨੂੰ ਹੁੰਦਾ ਬੈਠ ਸਾਡੇ ਨਾਲ ਗੱਲਾਂ ਕਰ, ਸਾਨੂੰ ਆਪਣੇ ਹੱਥ ਨਾਲ ਖਵਾ। ਫਿਰ ਮੈਂ ਉਹਨਾਂ ਨੂੰ ਖਵਾਈ ਜਾਣੇ, ਨਾਲ ਗਾਣੇ ਵੀ ਗਾਈ ਜਾਣੇ, ਨਾਲ ਗੱਲਾਂ ਵੀ ਕਰੀ ਜਾਣੀਆਂ। ਫਿਰ ਆਪਣੇ ਚੁੰਝ ਦੇ ਨਾਲ ਮੈਂ ਉਹਨਾਂ ਨੂੰ ਖਿਲਾਈ ਜਾਂਦੀ ਆ। ਬਿਸਕਿਟ ਹੁੰਦੇ ਆ, ਰੋਟੀ ਕੁਛ ਵੀ ਆ, ਫਿਰ ਉਹਨਾਂ ਮੇਰੇ ਕੋਲ ਖਾਈ ਜਾਣੀ ਆ। ਤੇ ਫਿਰ ਉਹਨਾਂ ਨੇ ਫਿਰੀ ਜਾਣਾ, ਸਾਰਿਆਂ ਨੇ ਮੇਰੇ ਆਸੇ ਪਾਸੇ ਪੈਲਾਂ ਪਾਉਂਦੇ ਨੇ ਫਿਰੀ ਜਾਣਾ। ਫਿਰ ਤੇ ਉਹ ਬਹੁਤ ਬੜਾ ਆਨੰਦਿਤ ਜਿਹਾ ਮਾਹੌਲ ਹੁੰਦਾ ਹੈ ਨਾ। ਉਹ ਰੱਜ ਕੇ ਮਾਣਨ ਦਾ ਮੌਕਾ ਮਿਲਿਆ ਲਾਕਡਾਊਨ ਦੇ ਵਿੱਚ ਨਾ। ਤੇ ਕੁਝ ਕਢਾਈਆਂ ਵੀ, ਇਹਦਾ ਮਤਲਬ ਵੀ ਨੂਰੀ ਨੂੰ ਇੱਕ ਅੰਦਰ ਇੱਕ ਹੋਰ ਨੂਰੀ, ਇੱਕ ਉਸ ਨੂਰੀ ਦੇ ਨੂਰ ਦੇ ਦਰਸ਼ਨ ਹੋਏ, ਜਿਹੜੇ ਬੜੇ ਚਿਰਾਂ ਤੋਂ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਰਹੇ ਸੀ ਵੀ ਰੂਬਰੂ ਨਹੀਂ ਹੋ ਪਾ ਰਹੇ ਸੀਗੇ, ਡਾਇਲੌਗ ਨਹੀਂ ਸੀ ਕਰ ਪਾ ਰਿਹਾ ਅੰਦਰੋਂ। ਪਰ ਨੂਰੀ ਮੈਮ ਕਿਤੇ ਅੰਦਰ ਕੁਝ ਹੋਰ ਚੀਜ਼ਾਂ ਵੀ ਦਿਸੀਆਂ ਕਿ ਯਾਰ ਆਹ ਚੀਜ਼ ਮੈਂ ਦੇਖੀ ਨਹੀਂ ਸੀ, ਜਾਂ ਆਹ ਮਸਲੇ ਵੀ ਪਏ ਸੀਗੇ। ਕਿਤੇ ਨੂਰੀ ਦਾ ਕੋਈ ਆਪਣੇ ਅੰਦਰੂਨੀ ਕੋਈ ਹੋਰ ਨੂਰੀ ਨਾਲ ਵੀ ਰੂਬਰੂ ਹੋਏ, ਜਾਂ ਇਹ ਲੱਗਿਆ ਕਿ ਨਹੀਂ ਇਹ ਉਸੇ ਨੂਰੀ ਦਾ ਇੱਕ ਬੈਸਟ ਤੇ ਇੱਕ ਬੈਟਰ ਜਿਹੜਾ ਹੈਗਾ ਰੂਪ ਇਹ ਵੀ ਆ, ਉਹਦੇ ਵਿੱਚ ਅੱਛੀਆਂ ਇੱਕ ਬਹੁਤ ਪੁਰਸਕੂਨ ਗੱਲਾਂ ਵੀ ਤੁਹਾਨੂੰ ਦਿਸੀਆਂ? ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਬਲਵਿੰਦਰ ਜੀ। ਬਹੁਤ ਕੁਝ ਦੇਖਣ ਦਾ ਮੌਕਾ ਮਿਲਿਆ, ਆਪਣੇ ਅੰਦਰ ਬੈਠ ਕੇ ਝਾਤ ਮਾਰਨ ਦੀ ਵੀ ਮੈਨੂੰ ਪਈ। ਕਿਉਂਕਿ ਕਿਤੇ ਕਿਤੇ ਮੈਂ ਉਦਾਸ ਹੁੰਦੀ ਸੀ ਜਦੋਂ, ਕਿਉਂਕਿ ਜ਼ਿੰਦਗੀ ਭੱਜ ਸੀਗੀ। ਬੱਚਿਆਂ ਨੂੰ ਵੀ ਦੇਖ, ਹਸਬੈਂਡ ਨੂੰ ਵੀ ਦੇਖਣਾ, ਰਿਸ਼ਤੇਦਾਰਾਂ ਨੂੰ ਦੇਖਣਾ, ਭੈਣ ਭਰਾਵਾਂ ਨੂੰ ਦੇਖਣਾ। ਫਿਰ ਕੋਈ ਆਇਆ ਗਿਆ ਸਾਡੇ ਬਹੁਤ ਸੁੱਖ ਨਾਲ, ਰੱਬ ਦੀ ਰਹਿਮਤ ਨਾਲ ਹੁੰਦਾ ਹੈ। ਤੇ ਸਰਦੂਲ ਜੀ ਦਾ ਸੁਭਾਅ ਜਿਹੜਾ ਤੁਹਾਨੂੰ ਪਤਾ ਹੀ ਆ, ਬਹੁਤ ਖੁਸ਼ੀ ਵਾਲਾ ਹੈ, ਹਰੇਕ ਨੂੰ ਇਹ ਖੁਸ਼ ਕਰ ਦਿੰਦੇ ਨੇ, ਕੋਈ ਇਹਨਾਂ ਕੋਲ ਨਹੀਂ ਹੁੰਦਾ। ਸੋ ਮਹਿਫਲਾਂ ਲੱਗੀਆਂ ਰਹਿੰਦੀਆਂ ਨੇ ਹਨਾ। ਤੇ ਮਤਲਬ ਕਿ ਵੀ ਉਹ ਇੰਨੇ ਜ਼ਿਆਦਾ ਬਿਜ਼ੀ ਅਸੀਂ ਹੁੰਦੇ ਸੀਗੇ। ਫਿਰ ਬਾਹਰ ਚਲੋ ਕੋਈ ਨਾ ਕੋਈ ਟੂਰ ਹੁੰਦਾ ਸੀ, ਕਿਤੇ ਆਣਾ ਜਾਣਾ ਹੁੰਦਾ ਸੀਗਾ। ਤੇ ਉਹ ਕਿਤੇ ਉਸ ਚੀਜ਼ ਦੀ ਪਕੜ ਨਹੀਂ ਸੀ ਕਿਤੇ ਕਿਤੇ ਆ ਰਹੀ। ਉਹ ਪਕੜ ਦੇ ਵਿੱਚ ਆਈ, ਕਦੇ ਕਦੇ ਮੈਂ ਉਦਾਸ ਹੋ ਜਾਂਦੀ ਸੀ। ਮੈਂ ਉਦਾਸੀ ਦਾ ਕਾਰਨ ਲੱਭ ਰਹੀ ਸੀ ਵੀ ਉਦਾਸ ਮੈਂ ਕਿਉਂ ਹੁੰਦੀ ਹਾਂ, ਕੋਈ ਵਜ੍ਹਾ ਨਹੀਂ ਹੈਗੀ। ਕਿਸੇ ਨੇ ਮੈਨੂੰ ਦੁਖੀ ਨਹੀਂ ਕੀਤਾ ਹੁੰਦਾ ਸੀਗਾ, ਕੁਛ ਵੀ ਨਹੀਂ ਸੀਗਾ। ਫਿਰ ਮਿਲਿਆ ਵਜ੍ਹਾ, ਲੱਭੀ ਤੁਸੀਂ ਤੁਹਾਨੂੰ? ਹਾਂਜੀ, ਉਹ ਫਿਰ ਮੈਂ ਜਦੋਂ ਬੈਠ ਕੇ ਆਪਣੇ ਆਪ ਚ ਇਕੱਲੀ ਬੈਠਦੀ ਸੀ, ਮੈਂ ਬਾਹਰ ਬਹਿੰਦੀ ਸੀਗੀ। ਮੈਨੂੰ ਇਹ ਪ੍ਰਕਿਰਤੀ ਮੈਨੂੰ ਬਹੁਤ ਚੰਗੀ ਲੱਗਦੀ ਹੈ। ਮੈਂ ਬਹੁਤ ਵੱਡੇ ਵੱਡੇ, ਤੁਸੀਂ ਹੁਣ ਆਉਂਗੇ ਨਾ, ਉਹ ਜਿਹੜੇ ਦਰਖਤ
ਬਹੁਤ ਵੱਡੇ ਤੇ ਭਾਰੇ ਹੋਏ ਹੋਏ ਨੇ। ਮੈਂ 10 ਸਾਲ ਪਹਿਲਾਂ ਆਇਆ ਸੀਗਾ, ਉਦੋਂ ਬਹੁਤ ਛੋਟੇ ਸੀਗੇ। ਸਹੀ ਬਿਜਲੀ ਦੇ ਨਾਲ ਨਾ ਵੱਡੇ ਹੋ ਹਾਂ। ਗਏ ਨਾ। ਤੇ ਹੂੰ ਫਿਰ ਮੈਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਥੱਲੇ ਜਾ ਕੇ ਬਹਿੰਦੀ ਸੀ, ਉਹਨਾਂ ਨੂੰ ਆਨੰਦ ਮਾਣਦੀ ਸੀ, ਉਹਨਾਂ ਨੂੰ ਦੇਖਦੀ, ਚਿੜੀਆਂ ਉੱਡਦੀਆਂ ਸੀ, ਤਿਤਲੀਆਂ ਉੱਡਦੀਆਂ ਸੀ, ਫੁੱਲ ਕਿੱਦਾਂ ਖਿਲ ਰਿਹਾ, ਕਿਹੜਾ ਰੰਗ, ਕਿਵੇਂ ਪੱਤਾ, ਇੱਕ ਇੱਕ ਪੱਤੇ ਦੇ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਮਿਲਿਆ। ਹੂੰ ਤੇ ਇਹ ਪੱਤਾ ਪੀਲਾ ਕਿਉਂ ਹੋਇਆ, ਕਿੱਦਾਂ ਹੋਇਆ, ਇੱਕ ਇੱਕ ਚੀਜ਼ ਦੇ ਵਿੱਚ ਡੂੰਘਾਈ ਚ ਗਈ ਮੈਂ। ਉਦੋਂ ਹੂੰ ਫਿਰ ਮੈਂ ਅੰਦਰ ਦੇਖਿਆ ਵੀ ਮੈਂ ਉਦਾਸ ਕਿਉਂ ਹੁੰਦੀ ਸੀਗੀ। ਹੂੰ ਤੇ ਅੰਦਰੋਂ ਇਹ ਲੱਭਿਆ ਕਿ ਮੈਂ ਕਲਾਕ੍ਰਿਤੀ ਤੋਂ ਦੂਰ ਹੁੰਦੀ ਸੀ, ਮੈਂ ਤਾਂ ਉਦਾਸ ਹੁੰਦੀ ਸੀ। ਮੇਰੀ ਜ਼ਿੰਦਗੀ ਤਾਂ ਇੱਕ ਕਲਾ ਹੀ ਆ, ਚਾਹੇ ਉਹ ਵਾਹ ਚਾਹੇ ਨੇਚਰ ਦੇ ਵਿੱਚ ਬੈਠਣਾ ਹੋਵੇ, ਜਾਂ ਇਹਨਾਂ ਰੰਗਾਂ ਦੇ ਨਾਲ ਇਹਨਾਂ ਦੀ ਖੂਬਸੂਰਤੀ ਨੂੰ ਦੇਖਣਾ ਹੋਵੇ, ਕਿਉਂਕਿ ਰੰਗ ਜਦੋਂ ਆਪਾਂ ਦੇਖਦੇ ਸਾਡੇ ਅੰਦਰ ਵੀ ਉਤਰਦਾ ਹੈ। ਹੂੰ ਅਸੀਂ ਜੋ ਕੁਝ ਖਾਂਦੇ ਆਪਣੇ ਮੂੰਹ ਤੋਂ ਹੀ ਨਹੀਂ ਖਾਂਦੇ ਹੈਗੇ, ਅਸੀਂ ਆਪਣੀਆਂ ਅੱਖਾਂ ਰਾਹੀਂ ਵੀ ਬਹੁਤ ਕੁਝ ਖਾਂਦੇ ਆਪਾਂ ਆ, ਰੂਹ ਤੋਂ ਵੀ ਖਾਂਦੇ ਕੰਨਾਂ ਰਾਹੀਂ ਵੀ ਖਾਂਦੇ ਆ, ਹੂੰ ਇਹ ਸਾਡੇ ਅੰਦਰ ਰੋਮ ਜਿਹੜੇ ਹੈਗੇ ਸਰੀਰ ਦੇ, ਇਹਨਾਂ ਹੂੰ ਰਾਹੀਂ ਵੀ ਅੰਦਰ ਬਹੁਤ ਕੁਝ ਜਾਂਦਾ ਹੈ। ਤੇ ਉਹ ਚੀਜ਼ਾਂ ਮਹਿਸੂਸ ਕੀਤੀਆਂ ਵੀ ਮੈਂ ਕਿਤੇ ਕਲਾ ਤੋਂ ਬਹੁਤ ਦੂਰ ਚਲੀ ਗਈ ਸੀ, ਮੈਂ ਬਹੁਤ ਜ਼ਿਆਦਾ ਖੋ ਗਈ ਸੀਗੀ, ਦੁਨੀਆਦਾਰੀ ਖੋ ਗਈ ਸੀ, ਮੈਂ ਤਾਂ ਹੂੰ ਉਦਾਸ ਸੀ। ਉਹ ਹੂੰ ਨੂਰੀ ਆਵਾਜ਼ਾਂ ਮਾਰਦੀ ਸੀ ਅੰਦਰ ਬੈਠੀ ਹੋਈ, ਹੂੰ ਜਿਹੜੀ ਧਾਰਨੀ ਹੈਗੀ ਸੀ, ਉਹ ਕੁਦਰਤ ਦੇ ਨਾਲ ਰਚੀ ਮਿਚੀ ਸੀ, ਵੀ ਹੂੰ ਉਹ ਨੂਰੀ ਉਦਾਸ ਹੁੰਦੀ ਸੀ ਕਿਤੇ ਵੀ, ਤੂੰ ਕਿੱਥੇ ਦੁਨੀਆਦਾਰੀ 'ਚ ਘੁੰਮੀ ਜਾਂਦੀ ਆ, ਕਿਹੜੇ ਬ੍ਰਾਂਡਾਂ ਦੇ ਵਿੱਚ ਤੁਰੀ ਫਿਰਦੀ ਆ ਤੂੰ, ਹਨਾ। ਦੇ ਵਿੱਚ ਦੇਖ ਨਾ, ਆਪਿਆਂ ਦੇ ਵਿੱਚ ਦੇਖ, ਇਸ ਆਕਾਸ਼ ਨੂੰ ਦੇਖ, ਹੈ ਨਾ, ਸੂਰਜ, ਚੰਨ, ਸਿਤਾਰਿਆਂ ਨੂੰ ਦੇਖ, ਤੇ ਵੀ ਆਹ ਹਵਾਵਾਂ ਜਿਹੜੀਆਂ ਤਾਜ਼ੀਆਂ ਤਾਜ਼ੀ ਚੱਲਦੀਆਂ, ਉਹਨਾਂ ਨੂੰ ਮਿਸ ਕੀਤੇ ਮੇਰੀ ਰੂਹ ਕਰਦੀ ਸੀ। ਪਤਾ ਮੈਨੂੰ ਲੱਗਦਾ ਨਹੀਂ ਸੀ ਵੀ ਮੈਂ ਕਿਉਂ ਉਦਾਸ ਹੋ ਰਹੀ ਹਾਂ। ਫਿਰ ਬੈਠਣਾ ਸ਼ੁਰੂ ਕੀਤਾ, ਇੰਨਾ ਕੁ ਆਨੰਦ ਆਇਆ, ਫਿਰ ਮਹਿਸੂਸ ਹੋਇਆ ਮੈਂ ਕਿ ਅੱਛਾ ਮੇਰੀ ਉਦਾਸੀ ਦਾ ਕਾਰਨ ਇਹ ਸੀਗਾ ਵੀ ਮੈਂ ਇਸ ਤੋਂ ਦੂਰ ਸੀਗੀ। ਚਲੋ ਇਹ ਤੇ ਗੱਲ ਵਧੀਆ ਲੱਗੀ ਕਿ ਜਿਹੜੇ ਲੋਕ ਬ੍ਰਾਂਡਾਂ ਵਾਸਤੇ ਉਦਾਸ ਹੁੰਦੇ ਨੇ, ਪ੍ਰਾਪਰਟੀਆਂ, ਵੱਡੇ ਮਸਲੇ, ਗੱਡੀਆਂ, ਵੱਡੀਆਂ ਥਾਵਾਂ, ਹਨਾ, ਉਹ ਅਸਲੀ ਖੁਸ਼ੀ ਨਹੀਂ ਹੈਗੀ। ਇਹ ਤੁਹਾਡੀ ਗੱਲ ਤੋਂ ਝਲਕਦਾ। ਲੇਕਿਨ ਵਿੱਚ ਮੈਂ ਇੱਕ ਚੀਜ਼ ਨੂਰੀ ਮੈਮ ਭੁੱਲ ਗਿਆ ਪੁੱਛਣਾ ਕਿ ਸਰਦੂਲ ਭਾਜੀ ਹੋਰਾਂ ਦਾ ਕੀ ਹਾਲ ਹੈ, ਜਿਹੜਾ ਮੈਂ ਸਭ ਤੋਂ ਪਹਿਲਾਂ ਸਵਾਲ ਕਰਨਾ ਸੀਗਾ। ਉਹਨਾਂ ਦੀ ਸਿਹਤ ਕਿਵੇਂ ਆ? ਮੈਨੂੰ ਜਸਟ ਤੁਸੀਂ ਉਹਨਾਂ ਬਾਰੇ ਜ਼ਰੂਰ ਥੋੜਾ ਜਿਹਾ ਦੱਸੋ, ਸਾਡੇ ਦਰਸ਼ਕਾਂ ਨੂੰ ਵੀ ਦੱਸੋ। ਬਾਬਾ ਜੀ ਦਾ ਸ਼ੁਕਰ ਹੈ ਜੀ, ਇਹਨਾਂ ਦੀਆਂ ਕਿਰਪਾ, ਇਹਨਾਂ ਦੀਆਂ ਸਾਰਿਆਂ ਦੀਆਂ ਅਰਦਾਸਾਂ, ਦੁਆਵਾਂ ਸਾਡੇ ਨਾਲ, ਆਸ਼ੀਰਵਾਦ ਨਾਲ ਨੇ, ਜਿਹੜੇ ਸਾਨੂੰ ਪਿਆਰ ਕਰਨ ਵਾਲੇ ਨੇ। ਔਰ ਪ੍ਰਮਾਤਮਾ ਦੀ, ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ ਕਿ ਸਰਦੂਲ ਜੀ ਦੀ ਸਿਹਤ ਬਹੁਤ ਵਧੀਆ ਹੈ, ਠੀਕ ਠਾਕ ਨੇ। ਇਹਨਾਂ ਨੇ ਕਾਫੀ ਸਾਰੇ ਗਾਣੇ ਤਿਆਰ ਕੀਤੇ ਨੇ ਲਾਕਡਾਊਨ ਦੇ ਟਾਈਮ ਵਾਹ ਦੇ ਵਿੱਚ, ਵਾਹ ਵਾਹ ਵੀ ਹੁਣ ਆਪਾਂ ਹੌਲੀ ਹੌਲੀ ਕਰਕੇ ਸਾਰੇ ਦਰਸ਼ਕਾਂ ਦੇ ਅੱਗੇ ਪੇਸ਼ ਕਰਨੇ, ਆਪਣੇ ਸਰੋਤਿਆਂ ਨੂੰ ਦੇਣੇ ਨੇ। ਤੇ ਉਹਨਾਂ ਨੇ ਰਿਆਜ਼ ਵੀ ਉਹਨਾਂ ਦਿਨਾਂ 'ਚ ਹੋਰ ਵੀ ਜ਼ਿਆਦਾ ਆਪਣਾ ਰਿਆਜ਼ ਵੀ ਕੀਤਾ, ਤੇ ਕੁਛ ਚੀਜ਼ਾਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਕਿਚਨ ਦਾ ਕੁਛ ਨਹੀਂ ਆਉਂਦਾ। ਅੱਛਾ, ਦਿਨਾਂ ਦੇ ਵਿੱਚ ਉਹਨਾਂ ਨੇ, ਸਿੱਖਿਆ ਉਹਨਾਂ ਨੇ। ਹਾਂਜੀ, ਕਾਫੀ ਸਾਰੀ ਚੀਜ਼ਾਂ, ਵਾਹ ਵਾਹ ਵਾਹ। ਬੇਸਣ ਦੇ ਪੂੜੇ ਬਣਾਉਣੇ ਸਿੱਖੇ ਉਹਨਾਂ ਨੇ, ਜਿਹੜੇ ਜਿਹੜਾ ਕਰੋਨਾ ਨਾ ਮਰਦ ਕਮਿਊਨਿਟੀ ਲਈ ਬੜਾ ਸਬਕ ਲੈ ਕੇ ਆਇਆ, ਮੈਨੂੰ ਇਹ ਬੜੀ ਖੁਸ਼ੀ ਹੁੰਦੀ ਆ। ਹਾਂਜੀ ਹਾਂਜੀ। ਮੈਂ ਉਹਨਾਂ ਦਿਨਾਂ 'ਚ ਕਿਚਨ 'ਚ ਬਹੁਤ ਕੰਮ ਕੀਤਾ, ਕਿਉਂਕਿ ਸਾਡਾ ਜਿਹੜਾ ਗਣੇਸ਼, ਉਹ ਵੀ ਫਿਰ ਕਾਫੀ ਦਿਨ, ਥੋੜੇ ਕੁ ਦਿਨ ਬਿਮਾਰ ਹੋ ਗਏ ਸੀ, ਉਹ ਵੀ ਫਿਰ 10 ਕੁ ਦਿਨ ਨਹੀਂ ਸੀ ਆ ਸਕਿਆ। 10 ਦਿਨ ਲਗਾਤਾਰ ਦਿਨ ਰਾਤ ਫਿਰ ਮੈਂ ਕੰਮ ਕਰਦੀ ਸੀ ਕਿਚਨ 'ਚ, ਬਰਤਨ ਵੀ ਧੋਣੇ, ਤੇ ਹੁੰਦਾ ਸੀਗਾ, ਕਿਉਂਕਿ ਕੰਮ ਤਾਂ ਅੱਗੇ ਵੀ ਮੈਂ ਜਦੋਂ ਬਿਜ਼ੀ ਹੋਈ ਦੀ ਲਾਈਫ, ਉਦੋਂ ਕਦੇ 2-4 ਦਿਨ ਫ੍ਰੀ ਹੁੰਦੇ ਆ, ਉਦੋਂ ਵੀ ਮੈਂ ਨਾਲ ਕਰਾਉਂਦੀ ਰਹਿੰਦੀ ਆ ਨਾ। ਮੈਨੂੰ ਕੰਮ ਕਰਨਾ ਚੰਗਾ ਲੱਗਦਾ ਹੈ, ਮੈਨੂੰ ਵਿਹਲੇ ਬਹਿਣਾ ਚੰਗਾ ਲੱਗਦਾ, ਮੈਨੂੰ ਹੁੰਦਾ ਕੁਛ ਨਾ ਕੁਛ ਕਰਦੇ ਰਹੋ, ਜਿਹਦੇ ਨਾਲ ਕਿਸੇ ਦਾ ਭਲਾ ਵੀ ਹੋ ਸਕਦਾ, ਕਿਸੇ ਦੇ ਅਸੀਂ ਕੰਮ ਵੀ ਆ ਸਕਦੇ ਹਾਂ। ਹੁਣ ਮੈਂ ਜਦੋਂ ਕਿਚਨ 'ਚ ਕੰਮ ਕੀਤਾ, ਮੈਨੂੰ ਬੜਾ ਵਧੀਆ ਲੱਗਦਾ ਸੀ। ਮੈਂ ਭਾਂਡੇ ਜਦੋਂ ਸਾਫ਼ ਕਰਦੀ ਸੀਗੀ, ਮੈਨੂੰ ਏਦਾਂ ਲੱਗਦਾ ਸੀ ਜਿਵੇਂ ਮੈਂ ਆਪਣੇ ਮਨ ਨੂੰ ਸਾਫ਼ ਕਰ ਰਹੀ ਹਾਂ। ਆਹਾ, ਵਾਹ ਵਾਹ। ਭਾਂਡੇ ਦੀ ਕਾਲਸ ਸਾਫ਼ ਹੋ ਰਹੀ ਆ, ਭਾਂਡੇ ਦੀ ਜੂਠ ਸਾਫ਼ ਹੋ ਰਹੀ ਆ, ਗੰਦਗੀ ਸਾਫ਼ ਹੋ ਰਹੀ ਆ। ਜਦੋਂ ਮੈਂ ਸਾਫ਼ ਕਰਕੇ, ਜਦੋਂ ਉਹਨੂੰ ਪਾਣੀ ਦੇ ਥੱਲੇ ਨੂੰ ਧੋਂਦੀ ਸੀ, ਸਾਫ਼ ਹੁੰਦਾ ਸੀ, ਮੈਨੂੰ ਲੱਗਦਾ ਸੀ ਜਿਵੇਂ ਮੇਰਾ ਮਨ ਲਿਸ਼ਕ ਰਿਹਾ ਹੈ। ਤੇ ਏਦਾਂ ਦਾ ਮੈਨੂੰ ਮਹਿਸੂਸ ਹੁੰਦਾ ਸੀਗਾ। ਕੱਪੜੇ ਧੋਂਦੀ ਸੀ, ਮੈਨੂੰ ਲੱਗਦਾ ਸੀ ਮੇਰੇ ਇਹ ਕੱਪੜਿਆਂ ਦੀ ਮੈਲ ਨਹੀਂ ਜਾ ਰਹੀ, ਮੇਰੇ ਮਨ ਦੀ ਮੈਲ ਜਾ ਰਹੀ ਹੈ ਕਿਤੇ, ਏਦਾਂ ਦਾ ਮਹਿਸੂਸ ਹੁੰਦਾ ਸੀਗਾ। ਸਹੀ ਹੈ ਨੂਰੀ ਮੈਮ, ਇੱਕ ਥਾਂ ਤੇ ਨਾ, ਦਿਨਾਂ 'ਚ ਨਾ, ਇੱਕ ਥਾਂ ਤੇ ਓਸ਼ੋ ਕਹਿੰਦੇ ਨੇ ਕਿ ਤੁਸੀਂ ਹਰ ਕੰਮ ਨੂੰ ਇਸ ਹਿਸਾਬ ਨਾਲ ਕਰੋ, ਇੰਨੀ ਮਨ, ਇੰਨੀ ਡੂੰਘਾਈ ਨਾਲ, ਵੀ ਤੁਹਾਡਾ ਕੰਮ ਏਦਾਂ ਲੱਗੇ ਵੀ ਤੁਸੀਂ ਹੀ ਹੋ। ਇਹ ਤੁਹਾਡੀ ਗੱਲ ਬਹੁਤ ਨੇੜੇ ਉਹਨਾਂ ਦੇ ਮੈਨੂੰ ਯਾਦ ਆ ਗਈ। ਤੇ ਨੂਰੀ ਮੈਮ, ਇੱਕ ਸਾਡੇ ਨਾਲ ਬਹੁਤ, ਕਿਉਂਕਿ ਅੱਜ ਬੜੇ ਦਿਨਾਂ ਬਾਅਦ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ। ਮੈਨੂੰ ਲੱਗਦਾ ਮੈਂ 10-11 ਸਾਲ ਪਹਿਲਾਂ ਸ਼ਾਇਦ ਤੁਹਾਡੇ ਨਾਲ ਇੱਕ ਮੁਲਾਕਾਤ ਕੀਤੀ ਸੀ, ਸ਼ਾਇਦ ਉਹ ਮੇਰੇ ਪ੍ਰੋਗਰਾਮ ਦਾ ਪਹਿਲਾ ਹੀ ਸੀਗਾ ਉਹ ਐਪੀਸੋਡ, ਜਦੋਂ ਤੁਹਾਡੇ ਨਾਲ ਮੈਂ ਰਾਬਤਾ ਕੀਤਾ ਸੀਗਾ। ਅੱਜ ਮੈਮ ਇਹ ਸਾਡੇ ਕੋਲੇ ਬਹੁਤ ਲੰਬੀ ਲਿਸਟ ਹੈਗੀ ਆ, ਦੋਸਤ ਜੁੜੇ ਹੋਏ ਨੇ ਜੇ,
ਤੁਸੀਂ ਮੈਨੂੰ ਇਜਾਜ਼ਤ ਦਿਓ, ਕਿਉਂਕਿ ਜਿਹੜੇ ਸਾਡੇ ਮਹਿਮਾਨ ਹੁੰਦੇ ਨੇ ਮੈਂ ਉਹਨਾਂ ਦੀ ਆਗਿਆ ਨਾਲ ਹੀ ਉਹਨਾਂ ਦੋਸਤਾਂ ਦੇ ਨਾਮ ਪੜ੍ਹਦਾ, ਉਹਨਾਂ ਦੀਆਂ ਫਰਮਾਇਸ਼ਾਂ, ਉਹਨਾਂ ਦੀਆਂ ਟਿੱਪਣੀਆਂ ਤੇ ਉਹ ਕੀ ਸਵਾਲ ਕਰਦੇ ਨੇ। ਜੀ ਜੀ, ਬਿਲकुल बिल्कुल। हाँ प्लीज हाँ। ਨੂਰੀ ਮੈਮ, ਡਾਕਟਰ ਗਜ਼ਨਫਰ ਤੁਹਾਨੂੰ ਹੈਲੋ ਕਹਿ ਰਹੇ ਨੇ, ਮਿਹਰ ਸ਼ਰਮਾ ਤੁਹਾਨੂੰ, ਤੁਸੀਂ ਸੁਣ ਲਓ ਫਿਰ ਸਾਰਿਆਂ ਦੇ, ਤੁਸੀਂ ਭਾਵੇਂ ਰਿਪਲਾਈ ਕਰਦੇ ਜਿੰਨੇ ਕਿ ਤੁਹਾਨੂੰ ਯਾਦ ਰਹਿਣਗੇ, ਕਾਫੀ ਸਾਰੇ ਦੋਸਤ ਇੱਕੋ ਵੇਲੇ ਜੁੜੇ ਹੋਏ ਨੇ। ਮਿਹਰ जी ਸ਼ਰਮਾ ਜੀ ਨੇ, ਦਵਿੰਦਰ ਕੌਰ ਜੀ ਨੇ, ਗੁਰਪ੍ਰੀਤ ਰਤੀਆ ਜੀ ਨੇ, ਚਰਨਜੀਤ ਜੀ ਨੇ, ਇਹ ਸਾਰੇ, ਹਰਵਿੰਦਰ, ਹੈਪੀ ਥਿੰਦ, ਅਨਿਲ ਕੁਮਾਰ, ਇਹ ਸਾਰੇ ਤੁਹਾਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਨਾਮ ਕਾਫੀ ਸਾਰੇ ਸੀਗੇ, ਜਿਵੇਂ ਚਰਨਜੀਤ ਜੀ ਰਤੀਆ ਤੋਂ ਸੀਗੇ, ਤੇ ਕਾਫੀ ਸਾਰੇ ਲਿੱਤੇ ਨੇ, ਸ਼ਰਮਾ ਜੀ, ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੀ ਫੀਲਿੰਗ ਪਿਆਰ ਵਾਲੀ ਮੇਰੇ ਤੱਕ ਪਹੁੰਚ ਗਈ ਹੈ, ਔਰ ਨਾਮ ਨਹੀਂ ਵੀ ਯਾਦ ਹੈ ਆ ਰਿਹਾ, ਕੋਈ ਗੱਲ ਨਹੀਂ, ਪਰ ਮੇਰੀ ਫੀਲਿੰਗ ਤੁਹਾਡੇ ਦਿਲਾਂ ਤੱਕ ਪਹੁੰਚ ਰਹੀ ਹੈ ਥੈਂਕ ਮੈਨੂੰ। ਯੂ ਮੈਮ, ਥੈਂਕ ਯੂ ਮੈਮ। ਰਤੀਆ ਦੇ ਵਿੱਚ ਨਾ, ਤੁਸੀਂ ਰਤੀਆ ਯਾਦ, ਤੁਸੀਂ ਵਧੀਆ ਬੋਲਿਆ, ਉੱਥੇ ਤੁਹਾਡੇ ਬਹੁਤ ਸ਼ੋਅ ਲੱਗਦੇ ਸੀ, ਬਹੁਤ ਅਖਾੜੇ ਲੱਗਦੇ ਸੀਗੇ। ਮੈਂ ਜੀ ਸਰਦੂਲ ਭਾਜੀ ਨੂੰ ਵੀ ਦੱਸਿਆ ਸੀ, ਉਹਨਾਂ ਨੂੰ ਵੀ ਯਾਦ ਸੀ, ਕਹਿੰਦੇ ਹਾਂ ਯਾਰ ਸਾਨੂੰ ਰਤੀਏ ਦੇ ਵਿੱਚ ਸਾਡੀ ਕਾਫੀ ਜਿਹੜੇ ਫੈਨ ਨੇ ਉਹ ਬੁਲਾਉਂਦੇ ਨੇ, ਉਹ ਬਹੁਤ ਅਖਾੜੇ ਲੱਗਦੇ ਸੀ ਤੁਹਾਡੇ ਉਹਨਾਂ ਦਿਨਾਂ 'ਚ। ਜੀ ਜੀ ਜੀ। ਅੱਛਾ ਮੈਮ, ਨਿਰਮਲ ਕੋਟਲਾ, ਸਤਵੀਰ ਚੌਹਾਨ, ਕੁਲਦੀਪ ਚੌਹਾਨ, ਨਿਰਮਲ, ਅਨਿਲ, ਗੁਰਨੀਤ, ਜੀਤ ਬਾਜਵਾ ਜੀ, ਔਰ ਇਹ ਸਾਰੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਇੱਕ ਜੀਤ ਬਾਜਵਾ ਜੀ ਤੁਹਾਨੂੰ ਕਹਿੰਦੇ ਨੇ ਕਿ ਨੂਰੀ ਮੈਮ, ਤੁਹਾਡਾ ਗੀਤ ਭਾਬੀ ਮੇਰੀ ਗੁੱਤ ਕਰਦੇ, ਮੇਰੀ ਬੇਬੇ ਜੀ ਨੂੰ ਬਹੁਤ ਪਸੰਦ ਆ, ਉਹ ਬਹੁਤ ਗੁਣਗੁਣਾਉਂਦੇ ਨੇ ਉਹ ਗੀਤ। ਤੇ ਇਸ ਤੋਂ ਇਲਾਵਾ ਮਿਹਰ ਸ਼ਰਮਾ ਨੇ, ਨੂਰੀ ਜੀ बचपन से आपके गाने सुनते आ रहे हैं हम, आपकी आवाज वाकई बहुत सुरीली है। ਇਹ ਮਿਹਰ ਸ਼ਰਮਾ ਹਿੰਦੀ ਦੇ ਵਿੱਚ ਤੁਹਾਨੂੰ ਭੇਜ ਰਹੇ ਨੇ। ਨਿਰਮਲ ਸਿੰਘ ਕੋਟਲਾ ਕਹਿ ਰਹੇ ਨੇ, ਨਛੱਤਰਾ ਲੈ ਆਈ ਵੇ, ਇੱਕ ਸਾਬਣ ਦੀ ਟਿੱਕੀ, ਤੁਹਾਡਾ ਗੀਤ ਅਸੀਂ ਬਹੁਤ ਸੁਣਦੇ ਹਾਂ। ਇੱਕ ਬਲਵਿੰਦਰ ਸਿੰਘ ਨੇ, ਨੂਰੀ ਜੀ ਤੁਸੀਂ ਸਾਡੇ ਆਦਰਯੋਗ ਹੋ, ਸਤਿ ਸ੍ਰੀ ਅਕਾਲ। ਜਸ ਕਮਲ ਬੈਂਸ ਤੁਹਾਡੇ ਰੋਪੜ ਤੋਂ, ਨਿਰਮਲ ਸਿੰਘ ਕੋਟਲਾ, ਸਤਵਿੰਦਰ ਬਾਜਵਾ, ਹਰਜੀਤ ਸਿੰਘ ਸਾਡੇ ਪ੍ਰੋਫੈਸਰ ਦੋਸਤ ਨੇ ਜੀ, ਕਰਮ ਸਿੰਘ, ਬਲਜਿੰਦਰ ਸਿੰਘ, ਦਮਨਜੀਤ ਬੋਰੀਵਾਲ, ਜੀਤ ਬਾਜਵਾ, ਜੋਏ ਬੋਰੀਵਾਲ, ਇਹ ਸਾਰੇ ਸਾਡੇ ਦੋਸਤ ਨੇ ਜੀ, ਤੁਹਾਨੂੰ ਦੇਖ ਰਹੇ ਨੇ। ਔਰ ਇੱਕ ਉਹਨਾਂ ਨੇ ਫਰਮਾਇਸ਼ ਕੀਤੀ ਆ, ਕੋਈ ਦੋਸਤ ਨੇ, ਪਰ ਮੈਂ ਫਰਮਾਇਸ਼ ਦਾ ਇੱਕ ਥੋੜੀ ਜਿਹੀ ਭੂਮਿਕਾ, ਪਹਿਲਾਂ ਤੁਸੀਂ ਇਹਨਾਂ ਦਾ ਰਿਪਲਾਈ ਕਰ ਦਿਓ, ਮੈਂ ਸਵਾਲ ਅਗਲਾ ਤੁਹਾਨੂੰ ਤਾਂ ਕਰੂੰਗਾ। ਹਾਂਜੀ ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ, ਔਰ ਤੁਸੀਂ ਇੰਨੀ ਤਾਰੀਫ ਕੀਤੀ ਆ। ਤਾਰੀਫ ਮੇਰੀ ਨਹੀਂ ਹੈਗੀ, ਇਹ ਸਾਰੀ ਤਾਰੀਫ ਤੁਹਾਡੀ ਆ, ਕਿਉਂਕਿ ਤੁਹਾਡੀਆਂ ਦੁਆਵਾਂ ਤੇ ਤੁਹਾਡੇ ਆਸ਼ੀਰਵਾਦ ਦੇ ਨਾਲ ਹੀ ਮੈਂ ਇਹ ਕੁਝ ਬਣੀ ਆ। ਜਿਸ ਮੁਕਾਮ ਤੇ ਹੈਗੀ ਆ, ਇਹ ਤੁਹਾਡੇ ਦੁਆਵਾਂ ਨਾਲ ਹੀ ਬਣੀ ਆ ਮੈਂ। ਸੋ ਤੁਸੀਂ ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਹੋ, ਕਿਉਂਕਿ ਇੱਕ ਕਲਾਕਾਰ ਜਿਹੜਾ ਹੈਗਾ ਹੈ, ਜਿਹੜੇ ਸਰੋਤੇ ਹੁੰਦੇ ਨੇ ਉਹ ਜੱਜ ਹੁੰਦੇ ਨੇ। ਅਗਰ ਜੱਜ ਮੋਹਰ ਲਾ ਦੇ ਇਹ ਬੰਦਾ ਪਾਸ ਆ, ਠੀਕ ਹੈ, ਤਾਂ ਉਹਦੀ ਕਲਾਕਾਰੀ ਕਿਸੇ ਕੰਮ ਆਉਂਦੀ ਆ। ਤੁਸੀਂ ਮੋਹਰ ਲਾਈ ਆ ਜੱਜ ਬਣ ਕੇ, ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਹੈ, ਤਾਂ ਮੈਂ ਕਲਾਕਾਰ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਨੂਰੀ ਮੈਮ, ਇੱਕ ਸਾਡੇ ਦੋਸਤ ਨੇ ਮਹੇਸ਼ ਕਟਾਰੀਆ ਜੀ, ਉਹ ਤੁਹਾਨੂੰ ਕਹਿ ਰਹੇ ਨੇ ਬਹੁਤ ਸੋਹਣੀ ਗੱਲਬਾਤ, ਨੂਰੀ ਮੈਮ ਤੁਹਾਡੀਆਂ ਗੱਲਾਂ ਬਹੁਤ ਡੂੰਘੀਆਂ ਨੇ, ਰੱਬੀ ਨੇ, ਔਰ ਬੰਦਗੀ ਔਰ ਸਾਧਨਾ ਚੋਂ ਨਿਕਲੀਆਂ ਹੋਈਆਂ ਲੱਗਦੀਆਂ ਨੇ, ਉਹ ਤੁਹਾਨੂੰ ਕਹਿ ਰਹੇ ਨੇ। ਇਹ ਤਾਂ ਤੁਹਾਡੀ ਰੂਹ ਇੰਨੀ ਪਾਕ ਸਾਫ਼ ਹੈਗੀ ਆ, ਤਾਂ ਤੁਹਾਨੂੰ ਏਦਾਂ ਮਹਿਸੂਸ ਹੋ ਰਿਹਾ, ਕਿਉਂਕਿ ਜਿਹਦੀ ਰੂਹ ਇੰਨੀ ਪਾਕ ਹੁੰਦੀ ਉਹਨੂੰ ਸਾਰਾ ਕੁਝ ਵਧੀਆ ਲੱਗਦਾ ਨਾ। ਸੋ ਸਾਧਨਾ ਕੀ ਦੱਸਾਂ, ਵੀ ਸਾਧਨਾ ਤਾਂ ਬਹੁਤ ਵੱਡੀ ਗੱਲ ਆ ਨਾ। ਉਹ ਤਾਂ ਬਹੁਤ ਲੋਕ ਜਿਹੜੇ ਹੋਏ ਨੇ, ਬਹੁਤ ਵੱਡੇ ਮਹਾਂਪੁਰਸ਼ ਹੋਏ ਨੇ, ਉਹਨਾਂ ਦੇ ਹਿੱਸੇ ਸਾਧਨਾ ਆਈ ਆ। ਅਸੀਂ ਤਾਂ ਤੁੱਛ ਛੋਟੇ ਜਿਹੇ ਇਨਸਾਨ ਆ, ਬਸ ਅਸੀਂ ਤਾਂ ਇਨਸਾਨ ਹੀ ਬਣ ਜਾਈਏ, ਬਸ ਇੰਨਾ ਹੀ ਬਹੁਤ ਆ। ਪ੍ਰਮਾਤਮਾ ਸੱਚੇ ਪਾਤਸ਼ਾਹ ਸਾਨੂੰ ਚੰਗੇ ਇਨਸਾਨ ਹੀ ਬਣਾ ਦੇਵੇ। ਨੂਰੀ ਮੈਮ, ਜਿਹੜੀ ਮੈਂ ਸਵਾਲ ਕਰਨਾ ਸੀ ਤੁਹਾਨੂੰ, ਉਹ ਇਸੇ ਗੱਲਬਾਤ ਦਾ ਉਹਦਾ ਤੰਦ ਮਿਲਦੀ ਆ। ਇੱਕ ਵਾਰੀ ਆਲਾਪ ਮੈਨੂੰ ਮਿਲਿਆ ਸੀਗੇ ਇੱਥੇ ਚੰਡੀਗੜ੍ਹ ਦੇ ਵਿੱਚ। ਪਹਿਲਾਂ ਤੇ ਮੈਂ ਦੱਸ ਦੇਵਾਂ ਦਰਸ਼ਕਾਂ ਨੂੰ ਕਿ ਆਲਾਪ ਬਹੁਤ ਸੋਹਣੀ ਗਿਟਾਰ ਵਜਾਉਂਦੇ ਨੇ, ਇਹਨਾਂ ਦੇ ਛੋਟੇ ਬੇਟੇ ਨੇ ਨੂਰੀ ਮੈਮ ਦੇ ਤੇ ਸਿਕੰਦਰ ਸਰ ਦੇ, ਔਰ ਸਿਰਫ ਗਿਟਾਰ ਨਹੀਂ ਵਜਾਉਂਦੇ, ਬਹੁਤ ਸੋਹਣਾ ਗਾਉਂਦੇ ਵੀ ਨੇ। ਔਰ ਨੂਰੀ ਮੈਮ ਮਾਸ਼ਾਅੱਲਾ, ਸਾਰੰਗ ਨੇ ਵੀ ਪਿਛਲੇ ਦਿਨੀ ਬਹੁਤ ਸੋਹਣੀਆਂ ਤਸਵੀਰਾਂ ਆਪਣੇ ਆਪ ਨੂੰ ਜਿਮ ਜੁਮ ਜਾ ਕੇ ਕਿਆ ਫਿੱਟ ਕੀਤਾ ਉਹਨਾਂ ਨੇ, ਮਤਲਬ ਮਾਸ਼ਾਅੱਲਾ ਨਜ਼ਰ ਨਾ ਲੱਗੇ, ਮਤਲਬ ਇਸ ਕਦਰ ਤੱਕ। ਉਹ ਆਲਾਪ ਮੈਨੂੰ ਗੱਲ ਸੁਣਾਈ ਨੂਰੀ ਮੈਮ ਕਿ ਇੱਕ ਵਾਰੀ ਆਲਾਪ ਬਹੁਤ ਜ਼ਿਆਦਾ ਬਿਮਾਰ ਸੀਗਾ ਤੇ ਉਸਨੂੰ
ਬੁਖਾਰ ਨਹੀਂ ਸੀ ਟੁੱਟ ਰਿਹਾ, ਲਗਾਤਾਰ ਉਸ ਦਾ ਸਾਰੇ ਦਵਾਈਆਂ ਓੜ-ਪੋੜ, ਡਾਕਟਰਾਂ ਦੇ ਸਾਰੀਆਂ ਮੈਡੀਕੇਸ਼ਨ ਕਰਨ ਤੋਂ ਬਾਅਦ ਵੀ ਕਹਿੰਦੇ ਇੱਕ ਰਾਤ ਮੰਮਾ ਮੇਰੇ ਕੋਲੇ ਆਏ ਔਰ ਉਹਨਾਂ ਨੇ ਮੇਰੇ ਮੱਥੇ ਤੇ ਹੱਥ ਰੱਖਿਆ ਤੇ ਇੱਕ ਉਹਨਾਂ ਨੇ ਗੀਤ ਸੁਣਾਇਆ ਇੰਨੀ ਰੂਹਦਾਰੀ ਨਾਲ। ਉਹ ਗੀਤ ਸ਼ਾਇਦ ਦੀਦਾਰ ਸੰਧੂ ਸਰ ਦਾ ਗੀਤ ਹੈ ਵੀ ਅੱਜ ਸੁਪਨੇ ਵਿੱਚ ਮਿਲਣ ਮਾਹੀ ਨੇ ਆਉਣਾ। ਕਹਿੰਦੇ ਉਹ ਇੰਨੀ ਰੂਹਦਾਰੀ ਨਾਲ ਗਾਇਆ ਕਿ ਨੂਰੀ ਮੈਮ ਨੇ ਅੱਖਾਂ ਬੰਦ ਕਰਕੇ, ਕਹਿ ਰਹੇ ਨੇ ਮੰਮਾ ਨੇ ਗਾਇਆ, ਐਂਡ ਮੇਰਾ ਬੁਖਾਰ ਲੱਥ ਗਿਆ ਥੋੜੀ ਦੇਰ ਤੱਕ ਔਰ ਮੈਨੂੰ ਏਦਾਂ ਲੱਗਿਆ ਮੈਨੂੰ એનર્ਜੀ ਮਿਲੀ ਹੈ। ਕਿਆ ਇਹ ਗੱਲ ਸੱਚੀ ਹੈ ਜਾਂ ਆਲਾਪ ਨੇ ਮੈਨੂੰ ਉਦਾਂ ਹੀ ਹਾਸੇ ਖੇਡੇ 'ਚ ਗੱਲ ਸੁਣਾ ਦਿੱਤੀ ਹੈ? ਬਿਲਕੁਲ ਸੱਚੀ ਹੈ। ਇਹ 3-4 ਸਾਲ ਪਹਿਲਾਂ ਦੀ ਗੱਲ ਆ, ਕੈਨੇਡਾ ਸੀਗੇ। ਇਹਦੇ ਨਾਲ ਸਾਰੇ ਸਰੀਰ ਦੇ ਉੱਤੇ ਨਾ ਉਹ ਹੁੰਦਾ ਨਾ, ਇੱਕ ਮਾਤਾ ਜੀ ਨੂੰ ਕਹਿੰਦੇ ਆਪਾਂ ਧੱਫੜ ਜੇ ਪੈ ਗਏ। ਹਾਂ, ਧੱਫੜ ਜੇ ਪੈ, ਸਾਰੇ ਸਰੀਰ ਦੇ ਛਾਲੇ ਹੋ ਗਏ ਸੀਗੇ, ਪੈਰਾਂ ਦੇ ਤਲੀਆਂ ਛਾਲੇ ਹੋ ਗਏ, ਹੱਥਾਂ ਦੇ ਤਲੀਆਂ ਤੇ ਵੀ ਛਾਲੇ ਹੋ ਗਏ ਸੀਗੇ, ਪੂਰੇ ਛਾਲੇ ਹੋ ਗਏ ਸੀ ਔਰ ਬੁਖਾਰ ਦਾ ਬਹੁਤ ਬੁਰਾ ਹਾਲ ਸੀ। ਸਿਰ ਇਹਦਾ ਫਟਦਾ ਜਾਂਦਾ ਸੀਗਾ। ਕਿੰਨੇ ਦਿਨ ਤੋਂ ਅਸੀਂ ਦਵਾਈ ਕਰ ਰਹੇ ਸੀਗੇ ਤੇ ਉੱਥੇ ਕੈਨੇਡਾ ਅਸੀਂ ਟੈਸਟ ਵੀ ਕਰਵਾਏ। ਡਾਕਟਰ ਕਹਿੰਦੇ ਸੀਗੇ ਵੀ ਆਹ ਦਵਾਈ ਦੇ ਦਿਓ। ਦਵਾਈ ਨੇ ਵੀ ਰਿਐਕਸ਼ਨ ਕਰ ਦਿੱਤਾ ਸੀ, ਕੋਈ ਦਵਾਈ ਕੰਮ ਨਹੀਂ ਸੀ ਕਰ ਰਹੀ ਇਹਦੀ ਨਾ। ਫਿਰ ਅਸੀਂ ਇਹਨੂੰ ਪਤਾ ਨਹੀਂ ਕੀ ਕੁਝ ਕਰਦੇ ਰਹੇ। ਇੱਕ ਹਫ਼ਤਾ 10 ਦਿਨ ਨਿਕਲ ਗਏ ਨਾ। ਫਿਰ ਮੈਂ ਇੱਕ ਦਿਨ ਇਹਦੇ ਕੋਲ ਗਈ, ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸੀਗਾ। ਮੈਂ ਹੁੰਦੀ ਤਾਂ ਇਹਦੇ ਕੋਲ ਹੀ ਸੀਗੀ ਤੇ ਮੈਂ ਕਿਹਾ ਛੱਡ ਪੁੱਤ ਦਵਾਈਆਂ। ਮੈਂ ਇਹਨੂੰ ਆਪਣੇ ਗੋਦ ਵਿੱਚ ਇਹਦਾ ਸਿਰ ਰੱਖਿਆ, ਉੱਤੇ ਹੱਥ ਰੱਖਿਆ, ਫਿਰ ਮੈਂ ਗਾਣਾ ਗਾਇਆ ਅੱਖਾਂ ਬੰਦ ਕਰਕੇ। ਗੁਣਗੁਣਾਓ ਫਿਰ ਤੁਸੀਂ ਅੱਜ ਗੀਤ ਗੁਣਗੁਣਾ ਸਕਦੇ ਸਾਡੇ ਲਈ ਉਹ ਗਾਣਾ? ਦਿਲ ਜਾ ਭਰਿਆ ਮੇਰਾ ਨਾ, ਇਦਾਂ ਦੀਆਂ ਇਮੋਸ਼ਨਲ ਜਿਹੜੇ ਟੱਚ ਹੁੰਦੇ ਨਾ ਰੂਹ। ਮੈਂ ਮਾਫ ਕਰ ਦਿਓ, ਮੈਂ ਛੇੜਨਾ ਨਹੀਂ ਸੀ ਚਾਹੁੰਦਾ ਪਰ ਮੇਰੇ ਤੋਂ ਹੋ ਗਈ ਗੱਲ ਜੀ। ਮਾਫ ਕਰਿਓ ਕਿਉਂਕਿ ਪਿੱਛੇ ਜੇ ਮੈਨੂੰ ਕਾਫੀ ਜ਼ੁਕਾਮ ਜਿਹਾ ਹੋਇਆ ਸੀਗਾ, ਖਾਂਸੀ ਵੀ ਹੋਈ ਸੀ, ਬੁਖਾਰ, ਕਿਉਂਕਿ ਵੈਦਰ ਚੇਂਜ ਹੋਣ ਕਰਕੇ ਗਲਾ ਸਾਥ ਦਊਗਾ ਪਤਾ ਨਹੀਂ। ਤੇ ਮੈਂ ਗਾਣਾ ਜ਼ਰੂਰ ਗਾਉਂਗੀ। ਜ਼ਰਾ ਛੇਤੀ ਕੰਮ ਨਿਬੇੜ ਮਾਏ ਮੈਂ ਸੋਹਣਾ ਨੀ, ਜ਼ਰਾ ਛੇਤੀ ਕੰਮ ਨਿਬੇੜ ਮਾਏ ਮੈਂ ਸੋਹਣਾ ਨੀ। ਮੈਨੂੰ ਅੱਜ ਸੁਪਨੇ ਵਿੱਚ ਮਿਲਣ ਮਾਹੀ ਨੇ ਆਉਣਾ ਨੀ। ਮੈਨੂੰ ਅੱਜ ਸੁਪਨੇ ਵਿੱਚ ਮਿਲਣ ਮਾਹੀ ਨੇ ਆਉਣਾ ਨੀ। ਮੈਨੂੰ ਰਹਿ ਯਾਦਾਂ ਉਸ ਸੱਜਣ ਦੀਆਂ ਆਈਆਂ ਨੀ। ਮੈਨੂੰ ਰਹਿ ਯਾਦਾਂ ਉਸ ਸੱਜਣ ਦੀਆਂ ਆਈਆਂ ਨੀ। ਕਿਤੇ ਮੁੜ ਨਾ ਜਾਵੇ ਦੇ ਕੇ ਚੋਰ ਭਲਾਈਆਂ ਨੀ। ਕਿਤੇ ਮੁੜ ਨਾ ਜਾਵੇ ਦੇ ਕੇ ਚੋਰ ਭਲਾਈਆਂ ਨੀ। ਨੀ ਮੈਂ ਕੀ ਤੋਂ ਸਿੱਖਾਂ, ਨੀ ਮੈਂ ਕੀ ਤੋਂ ਸਿੱਖਾਂ, ਕੀ ਤੋਂ ਸਿੱਖਾਂ ਰੁੱਸਿਆ ਛੰਨ ਮਨਾਉਣਾ ਨੀ। ਨੀ ਮੈਂ ਕੀ ਤੋਂ ਸਿੱਖਾਂ ਰੁੱਸਿਆ ਚੰਨ ਮਨਾਉਣਾ ਨੀ। ਮੈਨੂੰ ਅੱਜ ਸੁਪਨੇ ਵਿੱਚ ਮਿਲਣ ਮਾਹੀ ਨੇ ਆਉਣਾ ਨੀ। ਮਾਏ ਮਾਹੀ ਨੇ ਆਉਣਾ ਨੀ। ਮਾਏ ਮਾਹੀ ਨੇ ਆਉਣਾ ਨੀ। ਵਾਹ ਵਾਹ ਵਾਹ। ਮੈਨੂੰ ਪਤਾ ਸੀਗਾ ਮੈਂ ਦਰਸ਼ਕਾਂ ਨਾਲ ਇਹ ਵੀ ਗੱਲ ਕਰਨੀ ਸੀ ਨੂਰੀ ਮੈਮ ਕਿ ਮੈਨੂੰ ਗਲਾ ਖਰਾਬ ਸੀ ਤੁਹਾਡਾ, ਐਂਡ ਮੇਰੇ ਕਹਿਣ ਦੇ ਬਾਅਦ ਤੁਸੀਂ ਕਿਹਾ ਸੀ ਗਲਾ ਖਰਾਬ ਹੈ ਕਿ ਨਹੀਂ ਕੋਈ ਨਹੀਂ, ਅੱਜ ਅਸੀਂ ਦਰਸ਼ਕਾਂ ਨਾਲ ਜੁੜਾਂਗੇ ਡੈਫੀਨੇਟਲੀ। ਮੈਮ ਮੇਰਾ ਸਵਾਲ ਨੂਰੀ ਮੈਮ ਇਹ ਸੀ ਕਿ ਜਦੋਂ ਮਾਂ ਲੋਰੀ, ਹਾਂ ਮੈਂ ਕਿਹਾ ਵੀ ਇਹ ਜਿਹੜਾ ਗਾਣਾ ਲਿਖਿਆ ਨਾ ਇਹ ਬਹੁਤ ਨੇੜੇ ਆ ਮੇਰੇ। ਦੀਦਾਰ ਸੰਧੂ ਜੀ ਦੀ ਕਲਮ ਤੋਂ ਜਿੰਨੇ ਵੀ ਉਕਰੇ ਹੋਏ ਗਾਣੇ ਨੇ ਸਾਰੇ ਬਾ ਕਮਾਲ ਨੇ, ਬਹੁਤ ਵੱਡੇ ਸ਼ਾਇਰ ਹੋਏ ਨੇ ਉਹ। ਮੈਂ ਉਹਨਾਂ ਦੀ ਬਹੁਤ ਵੱਡੀ ਫੈਨ ਆ। ਔਰ ਮੇਰਾ ਸਵਾਲ ਵੀ ਇਹੀ ਹੈ, ਮੇਰਾ ਸਵਾਲ ਵੀ ਦੀਦਾਰ ਸੰਧੂ ਹੋਰਾਂ ਦੀ ਗਾਇਕੀ ਤੇ ਉਹਨਾਂ ਦੀ ਗੀਤਕਾਰੀ ਨੂੰ ਲੈ ਕੇ ਆ
ਪਹਿਲਾਂ ਜੀ, ਤੇ ਮੈਂ ਇਹ ਪੁੱਛਣਾ ਚਾਹੁੰਦਾ, ਕਿਉਂਕਿ ਸਾਡੇ ਦਰਸ਼ਕਾਂ ਨੇ ਬਹੁਤ ਸਾਰੇ ਸਵਾਲ ਕੀਤੇ ਨੇ ਕਿ ਤੁਸੀਂ ਗਾਇਕੀ ਤੋਂ ਅਦਾਕਾਰੀ ਵੱਲ ਕਿਵੇਂ ਆ ਗਏ, ਇਹੋ ਹਮਾਰਾ ਜੀਵਨਾਂ ਦਾ ਤਜਰਬਾ ਕਿਵੇਂ ਰਿਹਾ। ਦਦਾਰ ਸੰਧੂ ਹੋਰਾਂ ਨਾਲ ਜਿਹੜੀ ਗਾਇਕੀ ਸੀ, ਉਸ ਤੋਂ ਬਾਅਦ ਸਰਦੂਲ ਭਾਜੀ ਹੋਰਾਂ ਨਾਲ ਗਾਇਕੀ, ਉਹਦੇ ਬਹੁਤ ਸਾਰੇ ਸਵਾਲ ਨੇ। ਪਰ ਮੈਂ ਇੱਕ ਇੱਕ ਕਰਕੇ ਤੁਹਾਡੇ ਤੋਂ ਪੁੱਛ ਰਿਹਾ ਕਿ ਸੰਧੂ ਸਾਹਿਬ ਦੀ ਜਦੋਂ ਅਖਾੜਾ ਗਾਇਕੀ ਚ ਤੁਸੀਂ ਆਏ ਹੋ, ਉਹ ਮਾਹੀ ਵੇ ਮਾਹੀ ਮੈਨੂੰ ਬੈਦ ਮੰਗਾ ਦੇ, ਮਤਲਬ ਇੰਨਾ ਹਿੱਟ ਗੀਤ, ਕਿਉਂਕਿ ਉਸ ਵੇਲੇ ਅਸੀਂ 10ਵੀਂ 11ਵੀਂ ਚ ਪੜ੍ਹਦੇ ਹੋਵਾਂਗੇ ਤੇ ਮੈਨੂੰ ਪਤਾ ਵੀ ਉਹ ਕਿੰਨਾ ਵੱਜਦਾ ਸੀ ਗੀਤ, ਵੇ ਮੈਂ ਸਤਲੁਜ ਦਰਿਆ ਨੂੰ ਤੜਕਾ ਲਾਈ ਬੈਠੀ ਹਾਂ, ਹਨਾ, ਆਹਾ ਤੁਹਾਡਾ ਇਹ ਵਾਲਾ ਇੱਕੋ ਜੋੜੀ, ਜਦੋਂ ਮਤਲਬ ਇਸ ਤਰ੍ਹਾਂ ਦੇ ਗੀਤ ਜਿੰਨੇ ਵੀ। ਮੇਰਾ ਸਵਾਲ ਮੈਂ ਕੱਟ ਕਰਕੇ ਉੱਥੇ ਜਾ ਰਿਹਾ ਕਿ ਜੀ। ਤੁਸੀਂ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਦਦਾਰ ਸੰਧੂ ਸਾਹਿਬ ਹੋਰਾਂ ਦੇ ਅਖਾੜੇ ਨਾਲ ਜੁੜ ਗਏ ਸੀ। ਕਿ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਉਹ ਸਬੱਬ ਕਿਵੇਂ ਬਣ ਗਿਆ। ਬਹੁਤ ਮੈਨੂੰ ਲੱਗਦਾ ਤੁਹਾਡੀ ਉਮਰ ਸ਼ਾਇਦ ਉਦੋਂ 20 ਸਾਲ ਵੀ ਨਹੀਂ ਹੋਏਗੀ, ਮੇਰਾ ਆਈਡੀਆ ਜਿਹੜਾ ਹੈਗਾ, ਸ਼ਾਇਦ ਤੁਸੀਂ ਉਹਦੇ ਨੇੜੇ ਤੇੜੇ ਜੇ ਹੋਵੋਗੇ, ਇੱਕ ਅੱਧਾ ਸਾਲ ਘੱਟ ਜਾਂ ਵੱਧ ਹੋਵੋਗੇ। ਕਿਵੇਂ ਉੱਥੇ ਜੁੜ ਗਏ ਤੇ ਫਿਰ ਕਿੰਨੇ ਸਾਲ ਤੁਸੀਂ ਉਹਨਾਂ ਦੀ ਗਾਇਕੀ ਗੀਤਕਾਰੀ ਨੂੰ ਪਛਾਣਿਆ, ਤੁਹਾਨੂੰ ਵੀ ਲੱਗਿਆ ਕਿ ਤੁਹਾਡੀ ਗਾਇਕੀ ਵੀ ਉਹਨਾਂ ਦੇ ਨਾਲ ਰਹਿ ਕੇ ਕਿੰਨੀ ਕੁ ਨਿਖਰੀ? ਮੈਂ ਉਹ ਇੱਕ ਤਜਰਬਾ ਤੁਹਾਡੇ ਤੋਂ ਸੁਣਨਾ ਚਾਹੁੰਦਾ। ਜੀ ਬਲਵਿੰਦਰ ਜੀ, ਮੈਂ ਉਦੋਂ 14 ਸਾਲਾਂ ਦੀ ਸੀਗੀ ਜਦੋਂ ਮੈਂ ਦੀਦਾਰ ਸੰਧੂ ਜੀ ਦੇ ਮੈਂ ਤਾਂ ਸੌਰੀ, ਮੈਂ ਮਾਫੀ ਚਾਹੂੰਗਾ, ਮੈਂ 20 ਦੇ ਨੇੜੇ ਤੇੜੇ ਕਹਿ ਗਿਆ ਸੀ। ਤੇ ਕਿਉਂਕਿ ਮੇਰਾ ਬਚਪਨ ਜਿਹੜਾ ਸਾਰਾ ਹੈ ਉੱਥੇ ਹੀ ਗੁਜ਼ਰਿਆ ਨਾ, ਮੈਂ ਖੇਡੀ ਵੀ ਉੱਥੇ, ਤੇ ਉਹ ਉੱਥੋਂ ਮੈਨੂੰ ਬਹੁਤ એનર્ਜੀ ਮਿਲੀ ਉਸ ਘਰ ਦੇ ਵਿੱਚੋਂ। ਸਬੱਬ ਕਿਵੇਂ ਹੋਇਆ ਵੀ ਆਜੋ ਅੱਜ ਅਖਾੜਾ, ਵੀ ਹੁਣ ਵੀ ਤੂੰ ਨੂਰੀ ਆਪਾਂ ਚਲੋ ਅਖਾੜਾ ਲਾਉਨੇ ਆ, ਤੂੰ ਗਾਏਂਗੀ ਅਖਾੜੇ? ਮਤਲਬ ਮੈਨੂੰ ਉਹ ਲਾਈਨਾਂ, ਮੈਂ ਉਹ ਸਬੱਬ ਪੁੱਛਣਾ ਚਾਹੁੰਦਾ ਤੁਹਾਡੇ ਤੋਂ। ਹਾਂਜੀ, ਉਹ ਏਦਾਂ ਸੀਗਾ ਕਿ ਅਸੀਂ ਲੁਧਿਆਣੇ ਸੀਗੇ, ਸਟਰਗਲ ਕਰ ਰਹੇ ਸੀ, ਸਟਰਗਲ ਦਾ ਦੌਰ ਸੀਗਾ। ਜਸਵੰਤ ਭੰਵਰਾ ਜੀ ਬਹੁਤ ਵੱਡੇ ਇੱਕ ਮਿਊਜ਼ਿਕ ਦੇ ਹਾਂ, ਉਹ ਮਿਊਜ਼ਿਕ ਡਾਇਰੈਕਟਰ ਸੀਗੇ, ਸਹੀ। ਹੋਏ ਨੇ। ਹਾਂਜੀ, ਉਹਨਾਂ ਕੋਲੋਂ ਮੈਂ ਗਾਇਕੀ ਦੇ ਗੁਰ ਸਿੱਖ ਰਹੀ ਸੀਗੀ ਤੇ ਉਦੋਂ ਸਟਰਗਲ ਸੀਗਾ। ਤੇ ਸਾਲ ਉਹਨਾਂ ਕੋਲ ਮੈਂ ਰਹੀ, ਮਾਨਕ ਸਾਹਿਬ ਨਾਲ ਵੀ, ਮੈਂ ਕੁਲਦੀਪ ਮਾਨਕ ਜੀ ਦੇ ਨਾਲ ਵੀ ਮੈਂ 1 ਸਾਲ ਉਹਨਾਂ ਦੇ ਗਰੁੱਪ ਦੇ ਵਿੱਚ ਵੀ ਕੰਮ ਕਰਦੀ ਰਹੀ। ਉਹਨਾਂ ਕੋਲ ਵੀ ਮੈਂ ਬਹੁਤ ਕੁਝ ਸਿੱਖਿਆ। ਉਹ ਕਿਤੇ ਫਿਰ ਅੰਕਲ ਦੀਦਾਰ ਸੰਧੂ ਜੀ ਦੇ ਨਾਲ ਪਾਪਾ ਦੀ ਮੁਲਾਕਾਤ ਹੋਈ। ਦੀਦਾਰ ਸਦੀਕ ਸਾਹਿਬ ਜੀ ਦੇ ਸ਼ਾਗਿਰਦ ਨੇ। ਸਾਡਾ ਜਾਣਾ ਆਉਣਾ ਬਹੁਤ ਹੁੰਦਾ ਸੀਗਾ ਰਣਜੀਤ ਕੌਰ ਜੀ ਦੇ ਘਰੇ ਨਾ। ਔਰ ਦੀਦੀ ਨੇ, ਉਹ ਸਾਡੇ ਪੰਜਾਬ ਦੀ ਇੰਡਸਟਰੀ ਦਾ ਬਹੁਤ ਵੱਡਾ ਨਾਮ, ਬਹੁਤ ਵੱਡਾ ਨਾਮ, ਸਹੀ, ਤੁਹਾਡੀ ਗੱਲ ਸਹੀ ਹੈ, ਹੈਗਾ ਉਹਨਾਂ ਦਾ ਨਾਮ। ਤੇ ਉਹ ਮੇਰੇ ਪਾਪਾ ਦੇ ਸ਼ਾਗਿਰਦ ਸੀਗੇ, ਰਣਜੀਤ ਕੌਰ। ਇਸ ਕਰਕੇ ਸਾਡਾ, ਅਸੀਂ ਲੁਧਿਆਣੇ ਜਦੋਂ ਸਟਰਗਲ ਕਰਦੇ ਸੀ, ਅਸੀਂ ਉਹਨਾਂ ਦੇ ਘਰੇ ਜਾਣਾ ਆਉਣਾ ਬਹੁਤ ਹੁੰਦਾ ਸੀ, ਦੀਦੀ ਉਹਨਾਂ ਦੇ ਘਰੇ। ਉੱਥੇ ਦੀਦਾਰ ਸੰਧੂ ਜੀ ਨਾਲ ਮੁਲਾਕਾਤ ਹੋਈ ਉਹਨਾਂ ਦੇ ਘਰੇ, ਹੈ ਨਾ। ਤੇ ਉਦੋਂ ਹੀ ਫਿਰ ਪਾਪਾ ਦੇ ਨਾਲ ਗੱਲ ਹੋਈ ਦੀਦਾਰ ਸੰਧੂ ਜੀ ਦੀ, ਤੇ ਉਹ ਇਸੇ ਤਰੀਕੇ ਦੇ ਨਾਲ ਫਿਰ ਸਾਡਾ ਉਹਨਾਂ ਦੇ ਗਰੁੱਪ ਦੇ ਵਿੱਚ ਆਣਾ ਹੋ ਗਿਆ। ਹਾਂ, ਰਿਕਾਰਡਿੰਗ ਹੋ ਗਈ ਫਿਰ, ਤੇ ਫਿਰ ਸਟੇਜਾਂ ਵੀ ਕੀਤੀਆਂ ਕਾਫੀ ਸਾਰੀਆਂ ਸੰਧੂ ਸਾਹਿਬ ਨਾਲ। 4 ਸਾਲ ਮੈਂ ਦੀਦਾਰ ਸੰਧੂ ਜੀ ਦੇ ਨਾਲ ਕੰਮ ਕੀਤਾ। ਉਹਨਾਂ ਦੀ ਇੱਕ ਬਹੁਤ ਵੱਡੀ ਜਿਹੜੀ, ਮੇਰੇ ਖਿਆਲ ਆਮ ਲੋਕਾਂ ਨੂੰ ਤਾਂ ਉਹਨਾਂ ਦੀ ਗਾਇਕੀ ਬਾਰੇ ਤੇ ਉਹਨਾਂ ਦੀ ਲੇਖਣੀ ਬਾਰੇ ਪਤਾ ਨਾ, ਤੇ ਜਿਹੜਾ ਕਹਿੰਦੇ ਹੁੰਦਾ ਜਿਹੜਾ ਬਚਪਨ ਹੁੰਦਾ ਹੈ, ਉਹ ਬੜਾ ਉਹ ਹੁੰਦਾ ਹੈ, ਕੀ ਕਹਿੰਦੇ ਹੁੰਦੇ ਆਪਾਂ, ਜਦੋਂ ਆਪਾਂ ਵੱਡੇ ਹੋ ਜਾਂਦੇ ਫਿਰ ਤਾਂ ਆਪਣੇ ਦਿਮਾਗ ਕਾਫੀ ਚੀਜ਼ਾਂ 'ਚ ਘੁੰਮਦਾ ਹੁੰਦਾ ਹੈ, ਮਲੂਕ ਜਿਹਾ ਹੁੰਦਾ ਬਚਪਨ ਉਦੋਂ। ਪ੍ਰੈਜ਼ੈਂਟ ਚੀਜ਼ ਨੂੰ ਦੇਖਦਾ ਹੈ, ਹਰੇਕ ਚੀਜ਼ ਨੂੰ, ਕਿਉਂਕਿ ਭਾਲਦਾ ਨਾ ਉਹ, ਜਿਗਿਆਸਾ ਬਹੁਤ ਹੁੰਦੀ ਹੈ ਉਦੋਂ ਮੇਰਾ ਬਚਪਨ ਸੀਗਾ। ਤੇ ਜਦੋਂ ਦੀਦਾਰ ਸੰਧੂ ਜੀ ਹੋਰਾਂ ਦੇ ਪਿੰਡ ਅਸੀਂ ਰਹਿੰਦੇ ਹੁੰਦੇ ਸੀਗੇ, ਜਦੋਂ ਸਾਡੇ ਪ੍ਰੋਗਰਾਮ ਚੱਲਦੇ ਹੁੰਦੇ ਸੀ, ਮੈਂ ਦੀਦਾਰ ਸੰਧੂ ਅੰਕਲ ਦੇ ਪਿੰਡ ਹੀ ਰਹਿੰਦੀ ਸੀ ਉਹਨਾਂ ਦਿਨਾਂ 'ਚ 3-4 ਮਹੀਨੇ। ਜਿਹੜੇ ਦੀਦਾਰ ਸੰਧੂ ਜੀ ਦੇ ਵਾਈਫ ਸੀਗੇ ਅਮਰਜੀਤ ਸੰਧੂ ਜੀ, ਉਹ ਮੈਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ। ਉਹਨਾਂ ਦੇ ਬੱਚੇ ਵੀ ਮੇਰੇ ਹਮ ਉਮਰ ਸੀਗੇ, ਤੇ ਬੜਾ ਪਿਆਰ ਸੀਗਾ, ਅਸੀਂ ਬੱਚਿਆਂ ਨੂੰ ਖੇਲਣਾ ਸਾਰਿਆਂ ਨੇ ਜਿਵੇਂ ਨਾ। ਤੇ ਮੈਂ ਉਹਨਾਂ ਦੇ ਵਿੱਚ ਕਾਫੀ ਸਾਰੀਆਂ, ਉਹ ਬੜੇ ਰੱਬ ਦੇ ਨੇੜੇ ਸੀ, ਨੇਚਰ ਦੇ ਬਹੁਤ ਨੇੜੇ ਸੀ ਸੰਧੂ ਸਾਹਿਬ। ਅੱਛਾ। ਸੀਗੇ ਉਹ ਬਹੁਤ ਘੱਟ ਬੋਲਦੇ ਹੁੰਦੇ ਸੀਗੇ, ਬੋਲਦੇ ਨਹੀਂ ਸੀ ਹੁੰਦੇ। ਬੈਟਰੀ ਥੋੜੀ ਡਾਊਨ ਹੋ ਰਹੀ ਹੈ, ਪਰ ਮੈਂ ਤੁਸੀਂ ਲਗਾ ਲਓ, ਚਾਰਜਰ ਲਗਾ ਲਓ, ਕੋਈ ਨਹੀਂ, ਲਗਾ ਲਓ। ਹਾਂ, ਮੇਰਾ ਹੱਥ ਅੱਗੇ ਆਏਗਾ, ਮੈਨੂੰ ਮਾਫ ਕੋਈ ਨਹੀਂ, ਲਗਾ ਲਓ, ਕੋਈ ਇਸ਼ੂ ਨਹੀਂਗਾ। ਹਾਂਜੀ, ਆਪਾਂ ਤਾਂ ਘਰਦਿਆਂ ਵਾਂਗੂ ਗੱਲਾਂ ਕਰ ਰਹੇ ਨੇ, ਇਸ਼ੂ ਹੀ ਕੋਈ ਨਹੀਂਗਾ ਏਦਾਂ ਦਾ। ਹਾਂ, ਦੇਖ ਰਹੇ ਨੇ, ਵੀ ਜੁੜੇ ਹੋ, ਵੀ ਸਾਡੇ ਪਰਿਵਾਰ ਆ ਜੀ। ਬਿਲਕੁਲ ਸਹੀ ਹੈ ਤੁਹਾਡੀ ਗੱਲ। ਹਾਂ, ਉਹ ਨਾ ਬੋਲਦੇ ਬਹੁਤ ਘੱਟ ਹੁੰਦੇ ਸੀਗੇ, ਉਹਨਾਂ ਨੇ ਬਸ ਦੇਖੀ ਜਾਣਾ, ਹਰ ਇੱਕ ਚੀਜ਼ ਨੂੰ ਦੇਖੀ ਜਾਣਾ।
ਉਹਨਾਂ ਨੂੰ ਮੈਂ ਕਦੇ ਅੰਕਲ ਨੂੰ ਕੋਈ ਜਿਵੇਂ ਮੈਗਜ਼ੀਨ ਹੁੰਦਾ ਉਹ ਪੜ੍ਹਦੇ ਨਹੀਂ ਦੇਖਿਆ, ਕਦੇ ਕੋਈ ਹੂੰ ਅਖਬਾਰ ਨਹੀਂ ਦੇਖਿਆ। ਉਹ ਜੋ ਕੁਝ ਉਹਨਾਂ ਦੇ ਅੰਦਰੋਂ ਨਿਕਲਦਾ ਸੀ, ਉਹਨਾਂ ਦੇ ਆਪਣਾ ਹੀ ਹੁੰਦਾ ਸੀ ਸਾਰਾ ਕੁਝ। ਉਹਨਾਂ ਜੋ ਹੂੰ ਨੂੰ ਵਾਚਦੇ ਸੀ ਜਾਂ ਰਿਸ਼ਤਿਆਂ ਨੂੰ ਦੇਖਦੇ ਸੀਗੇ, ਉਹ ਬਹੁਤ ਸੋਹਣਾ ਕੁਝ ਆਪਣੇ ਗਾਣੇ ਰਾਹੀਂ ਫਿਰ ਬੋਲਦੇ ਸੀਗੇ। ਯਾਰ ਅੰਕਲ ਆਪਣੇ ਗਾਣੇ ਰਾਹੀਂ ਬੋਲਦੇ ਹੁੰਦੇ ਨਹੀਂ, ਸੀਗੇ। ਮੇਰਾ ਸਵਾਲ ਵੀ ਇਹੀ ਹੈ ਨੂਰੀ ਮੈਮ। ਇੱਕ ਹਾਂਜੀ ਮੈਂ ਤੁਹਾਡਾ ਗੀਤ ਹੈ, ਤੁਹਾਡਾ ਗੀਤ ਹੈ ਦੁਦਾਰ ਸਰ ਹੋਰਾਂ ਦੇ ਨਾਲ। ਉਹ ਗੀਤ ਦੇ ਵਿੱਚ ਮਸਲਾ ਇਹ ਹੈ ਕਿ ਘਰ ਦੇ ਵਿੱਚ ਕਿਸਾਨ ਨੇ, ਕਿਸਾਨ ਫੈਮਿਲੀ ਆ, ਕਿਸਾਨ ਦੀ ਪਤਨੀ ਆ, ਉਹਦੇ ਹਾਂਜੀ ਕੋਲੇ ਖਾਣ ਨੂੰ ਕੁਝ ਨਹੀਂ ਹੈਗਾ ਤੇ ਉਹ ਘਰੋਂ ਆਉਂਦਾ ਵੀ ਤੂੰ ਕੀ ਬਣਾਇਆ। ਉਹ ਕਹਿੰਦੀ ਹੈ ਵੀ ਕੀ ਬਣਾਉਣਾ, ਮੈਂ ਤੇ ਸਤਲੁਜ ਦਰਿਆ ਨੂੰ ਤੜਕਾ ਲਾ ਰੱਖਿਆ ਹਨਾ। ਹਾਂਜੀ ਇਹ ਸਾਰੇ ਮਸਲੇ ਅੱਜ ਵੀ ਕਿਸਾਨ ਵਿਚਾਰਾ ਉਵੇਂ ਹੀ ਜੂਝ ਰਿਹਾ। ਜਿਹੜਾ ਦੁਦਾਰ ਸੰਧੂ ਹੋਰਾਂ ਦੇ ਕਿਸਾਨੀ ਨਾਲ ਬਹੁਤ ਨੇੜੇ ਦੇ ਸਵਾਲ ਸੀਗੇ। ਉਸ ਔਰ ਹਾਂ, ਬੜੇ ਦੇਸ਼ੀ ਸੀਗੇ ਦੀਦਾਰ ਅੰਕਲ। ਉਹਨਾਂ ਨੇ ਉਸ ਜ਼ਮਾਨੇ ਦੇ ਵਿੱਚ ਉਹ ਚੀਜ਼ਾਂ ਲਿਖੀਆਂ ਨੇ ਜਿਹੜੀਆਂ ਅੱਜ ਸਾਡੇ ਰੈਲੇਵੈਂਟ ਨੇ, ਬਿਲਕੁਲ ਰੈਲੇਵੈਂਟ ਨੇ। ਅੱਛਾ ਹਾਂਜੀ ਨੂਰੀ ਮੈਮ, ਮੇਰੇ ਕੋਲੇ ਬਹੁਤ ਸਾਰੇ ਸਵਾਲ ਫਟਾਫਟ ਪੌਪ ਅਪ ਹੋ ਰਹੇ ਨੇ, ਮੈਂ ਸ਼ਾਇਦ ਸਾਰਿਆਂ ਦਾ ਜਵਾਬ ਨਹੀਂ ਦੇ ਪਾਊਂਗਾ। ਜੀਤ ਬਾਜਵਾ ਜੀ, ਮਨਪ੍ਰੀਤ, ਡਾਕਟਰ ਜਤਿੰਦਰ ਵਰਮਾ ਜੀ, ਪਵਨ ਕੁਮਾਰ, ਨੀਰਜ ਮਹਿਤਾ, ਅਨਿਲ ਕੁਮਾਰ, ਰਾਮ ਸਿੰਘ ਢਿੱਲੋਂ, ਕੁਲਜੀਤ, ਇਹ ਸਾਰਿਆਂ ਦੇ ਸਵਾਲ ਲਗਭਗ ਨੇੜੇ ਦੇ ਨੇ ਕਿ ਨੂਰੀ ਮੈਮ ਤੁਸੀਂ ਗਾਇਕੀ ਤੋਂ ਫਿਰ ਅਦਾਕਾਰੀ ਵੱਲ ਕਿਵੇਂ ਆ ਗਏ। ਔਰ ਖਾਸ ਤੌਰ ਤੇ ਜਿਹੜਾ ਦੂਰਦਰਸ਼ਨ ਤੇ ਇਹੋ ਹਮਾਰਾ ਜੀਵਨ ਦੀ ਉਹ ਮਲੂਕ ਜੀ ਕੁੜੀ ਦਾ ਜਿਹੜਾ ਕਿਰਦਾਰ ਸੀਗਾ, ਜਿਹੜੀ ਉਹ ਦਲੀਪ ਕੌਰ ਟਿਵਾਣਾ ਹੋਰਾਂ ਦਾ ਨਾਵਲ ਹੈ ਜਿਹਦੇ ਵਿੱਚ ਉਹ ਦੂਰਦਰਸ਼ਨ ਤੋਂ ਆਇਆ, ਲੇਕਿਨ ਉਹਦਾ ਮੇਨ ਕਿਰਦਾਰ ਤੁਸੀਂ ਨਿਭਾਇਆ। ਇਹ ਜੀ ਸਬੱਬ ਕਿਵੇਂ ਹੋਇਆ? ਤੇ ਕਿਆ ਇੱਕ ਹੋਰ ਸਾਡੇ ਸਿਮਰ ਕੌਰ ਨੇ, ਸਾਡੇ ਖੁਦ ਉਹ ਵੀ ਬੜੇ ਅੱਛੇ ਪੋਇਟ ਨੇ, ਜੀ ਉਹ ਵੀ ਪੁੱਛਦੇ ਨੇ ਕਿ ਤੁਸੀਂ ਗਾਇਕੀ ਨੂੰ ਜ਼ਿਆਦਾ ਆਨੰਦ ਲੈਂਦੇ ਹੋ ਜਾਂ ਤੁਸੀਂ ਐਕਟਿੰਗ ਚੋਂ ਆਨੰਦ ਲੈਂਦੇ ਹੋ? ਇਹ ਸ਼ਾਇਦ ਆਪਾਂ ਸ਼ੁਰੂ ਚ ਵੀ ਗੱਲਾਂ ਕੀਤੀਆਂ ਵੀ ਹੁਣ ਤੇ ਸ਼ਿਲਪ ਕਲਾ ਵੀ ਤੁਸੀਂ ਨਾਲ ਸ਼ੁਰੂ ਕਰ ਲਿਆ, ਮਿੱਟੀ ਦੇ ਉਹ ਸਾਰੇ ਤੇ ਕਢਾਈਆਂ ਤੇ ਤੁਸੀਂ। ਔਰ ਮੈਨੂੰ ਇਹ ਵੀ ਪਤਾ ਲੱਗਿਆ ਵੀ ਤੁਸੀਂ ਆਪਦੇ ਕੱਪੜੇ ਵੀ ਆਪ ਹੀ ਡਿਜ਼ਾਈਨ ਕਰਦੇ ਹੋ ਸਾਰਾ ਕੁਝ। ਤਾਂ ਮੈਂ ਉਹਨਾਂ ਦੇ ਸਵਾਲ ਦੇ ਹਵਾਲੇ ਨਾਲ ਤੁਹਾਨੂੰ ਪੁੱਛਦਾ ਵੀ ਪਹਿਲਾਂ ਤੇ ਉਹ ਜਵਾਬ ਦਿਓ ਕਿ ਉਹ ਤੁਹਾਨੂੰ ਉਹ ਜਿਹੜਾ ਰੋਲ ਹੈ ਉਹ ਬਹੁਤ ਮੇਨ ਕਿਰਦਾਰ ਸੀ, ਮੁੱਖ ਭੂਮਿਕਾ ਸੀ, ਉਹ ਤੁਸੀਂ ਕਿਵੇਂ ਲਿਆ? ਤੇ ਦੂਸਰਾ ਉਹ ਸਿਮਰ ਕੌਰ ਹੋਣੇ ਜਿਹੜੇ, ਉਹਨਾਂ ਦਾ ਵੀ ਸਵਾਲ ਹੈ ਕਿ ਤੁਸੀਂ ਗਾਇਕੀ ਨੂੰ ਵੱਧ ਆਨੰਦ ਲੈਂਦੇ ਹੋ, ਇੰਜੋਏ ਕਰਦੇ ਹੋ, ਜਾਂ ਤੁਸੀਂ ਅਦਾਕਾਰੀ ਨੂੰ, ਜਾਂ ਤੁਹਾਡੇ ਜਿਹੜੇ ਤੁਸੀਂ ਹੁਣ ਬਾਕੀ ਸਾਨੂੰ ਹੁਨਰ ਗਿਣਾਏ ਆ ਉਹਨਾਂ ਨੂੰ? ਪਲੀਜ਼ ਇਹ ਤੁਸੀਂ ਇਕੱਠਾ ਹੀ ਜਵਾਬ ਦੇ ਦਿਓ ਭਾਵੇਂ। ਜੀ ਜੀ ਐਕਚੁਅਲੀ ਜਿਹੜਾ ਐਕਟਿੰਗ ਦਾ ਸ਼ੌਂਕ ਸੀਗਾ ਉਹ ਮੈਨੂੰ ਬਚਪਨ ਤੋਂ ਹੀ ਸੀਗਾ। ਇਹ ਸਾਰੀ ਚੀਜ਼ਾਂ ਬਚਪਨ ਤੋਂ ਹੀ ਮੇਰੇ ਨਾਲ ਨਾਲ ਤੁਰੀਆਂ ਆ ਰਹੀਆਂ ਨੇ। ਹੂੰ ਮੇਰੇ ਖਿਆਲ ਦੇ ਵਿੱਚ ਜਿਹੜਾ ਮੈਂ ਸਮਝਦੀ ਆ ਵੀ ਅਹ, ਜਿਹੜੀ ਐਕਟਿੰਗ ਆ ਉਹ ਵੀ ਹੂੰ ਗਾਣੇ ਇੱਕ ਪਾਰਟ ਆ। ਕਿਉਂਕਿ ਐਕਟਿੰਗ ਕੀ ਆ? ਫੀਲ ਆ, ਗਾਣਾ ਫੀਲ ਆ, ਗਾਣੇ ਦੇ ਸ਼ਬਦ ਆ। ਆਪਾਂ ਉਸ ਸ਼ਬਦਾਂ ਨੂੰ ਫੀਲ ਕਰਕੇ ਉਹਦੀ ਕੰਪੋਜ਼ ਕਰਕੇ ਉਸ ਕੰਪੋਜੀਸ਼ਨ ਦੇ ਵਿੱਚ ਜਾ ਕੇ ਅਸੀਂ ਗਾਣਾ ਜਿਹੜਾ ਗਾਣੇ ਆ, ਹੂੰ ਜਿਹੜੀ ਕੰਪੋਜੀਸ਼ਨ ਹੁੰਦੀ ਹੈ ਗਾਣੇ ਦੀ, ਆਪਾਂ ਗਾਣੇ ਦੇ ਸ਼ਬਦਾਂ ਦੇ ਹਿਸਾਬ ਨਾਲ ਬਣਾਈ ਦੀ ਆ। ਫਿਰ ਹੂੰ ਫੀਲ ਨਿਕਲਦਾ ਅੰਦਰੋਂ, ਉਹ ਹੂੰ ਸ਼ਬਦ ਫੀਲ ਨਿਕਲਦਾ ਹੈ, ਉਹ ਫਿਰ ਸਾਡੇ ਚਿਹਰੇ ਦੇ ਉੱਤੇ ਉਹਦੇ ਹਾਵ ਭਾਵ ਆਉਂਦੇ ਨੇ, ਉਹਨੂੰ ਆਪਾਂ ਸਹੀ ਐਕਟਿੰਗ, ਹੈ, ਟਰੂ, ਤੁਹਾਡੀ ਗੱਲ ਸਹੀ ਹੈ। ਉਹਨੂੰ ਆਪਾਂ ਐਕਟਿੰਗ ਕਹਿੰਦੇ ਆ। ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ, ਹੂੰ ਗੱਲ ਤਾਂ ਮੈਂ ਹੁਣ ਬੋਲ ਕੇ ਕਰ ਰਹੀ ਆ ਨਾ, ਹੂੰ ਲਫ਼ਜ਼ ਤਾਂ ਨਿਕਲਦੇ ਪਏ ਨੇ, ਪਰ ਹੂੰ ਜਿਹੜਾ ਭਾਵ ਮੇਰਾ ਅੰਦਰੋਂ ਨਿਕਲ ਰਿਹਾ ਹੈ, ਭਾਵ ਦੇ ਨਾਲ ਹੂੰ ਮੇਰੇ ਹੱਥ ਪੈਰ, ਮੇਰੇ ਐਕਸਪ੍ਰੈਸ਼ਨ ਵੀ ਨਾਲ ਆ ਰਹੇ ਨੇ। ਹੂੰ ਸਹੀ। ਸਾਹਿਤ ਦਾ ਇਹ ਪਾਰਟ ਆ, ਹੂੰ ਐਕਟਿੰਗ ਵੀ ਉਹਦਾ ਹੀ ਇੱਕ ਪਾਰਟ ਆ, ਉਹਦੇ ਵਿੱਚੋਂ ਹੀ ਨਿਕਲੀ ਹੋਈ ਇਹ ਇੱਕ ਕਲਾ ਹੈ। ਚਾਹੇ ਗਾਣੇ ਦੇ ਵਿੱਚੋਂ ਹੀ ਨਿਕਲੀ ਹੋਈ ਐਕਟਿੰਗ ਆ, ਔਰ ਡਾਂਸ ਵੀ ਉਹਦੇ ਵਿੱਚੋਂ ਹੀ ਨਿਕਲਿਆ ਹੋਇਆ। ਇਹਦਾ ਮਤਲਬ ਤੁਸੀਂ ਦੋਵਾਂ ਨੂੰ ਇਕੁਅਲੀ ਇੰਜੋਏ ਕਰਦੇ ਹੋ? ਬਿਲਕੁਲ, ਡਾਂਸ, ਗਾਣਾ ਔਰ ਐਕਟਿੰਗ, ਇਹ ਤਿੰਨੋਂ ਚੀਜ਼ਾਂ ਦਾ ਸੁਮੇਲ ਬਣਾ ਕੇ ਮੈਂ ਦੀਦਾਰ ਸੰਧੂ ਜੀ ਦੀ ਸਟੇਜ ਤੇ ਪੂਰਾ, ਉਦੋਂ ਏਦਾਂ ਨਹੀਂ ਸੀ ਹੁੰਦਾ ਜਦੋਂ ਮੈਂ ਅੰਕਲ ਹੋਰਾਂ ਦੇ ਸਟੇਜਾਂ ਤੇ ਜਾਂਦੀ ਸੀਗੀ, ਉਦੋਂ ਕੁੜੀਆਂ ਬਹੁਤ ਸਾਦਗੀ ਦੇ ਨਾਲ ਸਟੇਜ ਤੇ ਖੜ ਕੇ, ਆਹੋ ਸਹੀ ਗੱਲ ਆ। ਹਾਂ ਵੀ ਉਹ ਇਹ ਸਮਝਿਆ ਜਾਂਦਾ ਸੀ ਵੀ ਤਾੜੀ ਮਾਰੀ ਆ ਬਹੁਤ ਵੱਡੀ ਗੱਲ ਆ। ਹੂੰ ਨਾ ਜੁੜਨਾ ਇੰਨਾ ਜ਼ਿਆਦਾ ਨਹੀਂ ਸੀ, ਲੋਕਾਂ ਨੂੰ ਪਤਾ ਨਹੀਂ ਸੀ ਹੁੰਦਾ ਉਦੋਂ ਮੇਰੇ ਖਿਆਲ, ਕਿਉਂਕਿ ਧਿਆਨ ਗਾਣੇ 'ਚ ਹੁੰਦਾ ਸੀਗਾ ਜ਼ਿਆਦਾ ਕਰਕੇ, ਹੂੰ ਗਾਣੇ ਤੇ ਹੁੰਦਾ ਸੀਗਾ ਸਾਰੀਆਂ ਸਿੰਗਰਸ ਦਾ, ਬਹੁਤ ਘੱਟ ਸੀਗੇ ਜਿਵੇਂ ਜਗਮੋਹਨ ਕੌਰ ਜੀ, ਉਹ ਸਟੇਜ ਹਾਂ, ਤੇ ਉਹ ਕਾਫੀ ਹਾਵ ਭਾਵ ਦਿੰਦੇ ਹੁੰਦੇ ਸੀਗੇ। ਹਾਂ ਤੇ ਪਰ ਜਦੋਂ ਮੈਂ ਉਹਨਾਂ ਦੇ ਨਾਲ ਸਟੇਜ ਤੇ ਗਈ, ਇਹ ਜਿਹੜੀਆਂ ਮੇਰੀਆਂ ਬਚਪਨ ਤੋਂ ਤਿੰਨੋਂ ਚੀਜ਼ਾਂ ਨਾਲ ਤੁਰੀਆਂ ਆਈਆਂ, ਉਹ ਫਿਰ ਮੈਂ ਉਹਨਾਂ ਦੀ ਸਟੇਜ ਤੇ ਸ਼ੁਰੂ ਕੀਤੀਆਂ ਨਾਲ। ਹੂੰ ਮੇਰੇ ਐਕਸਪ੍ਰੈਸ਼ਨ ਔਰ ਮੇਰਾ ਡਾਂਸ, ਮੇਰਾ ਹਿੱਲਣਾ ਜੁਲਣਾ, ਮੇਰੇ ਸਾਰੇ ਉਹ ਸਾਰੇ ਚੀਜ਼ਾਂ ਦਾ ਸੁਮੇਲ ਹੁੰਦਾ ਸੀ, ਗਾਣਾ ਵੀ ਨਾਲ ਹੁੰਦਾ ਸੀਗਾ। ਤੁਸੀਂ ਹੂੰ ਦੇਖਿਓ ਤੇ ਕਦੇ ਕਾਫੀ ਸਾਰੇ ਲੋਕਾਂ ਨੇ ਜਿਨ੍ਹਾਂ ਦੇ ਅਸੀਂ ਅਖਾੜੇ ਲਗਾਏ ਸੀਗੇ ਉਹ ਟਾਈਮ ਦੇ ਵਿੱਚ ਦੀਦਾਰ ਸੰਧੂ ਜੀ ਦੇ ਨਾਲ,
ਤੇ ਉਹ ਕਈ ਵਾਰੀ ਉਹ ਵੀਡੀਓ ਕਈ ਲੋਕ ਪਾਉਂਦੇ ਨੇ, ਮੈਂ ਅੱਜ ਦੇਖਦੀ ਵੀਡੀਓ, ਤੇ ਉਸ ਵੀਡੀਓ ਦੇ ਵਿੱਚੋਂ ਤੁਹਾਨੂੰ ਸਾਰਾ ਕੁਝ ਨਜ਼ਰ ਆਏਗਾ, ਮੇਰੇ ਐਕਸਪ੍ਰੈਸ਼ਨ ਜਿੱਦਾਂ ਦਾ ਗਾਣੇ ਦੇ ਬੋਲ ਨੇ ਉਹਦੇ ਨਾਲ ਮੇਰੇ ਐਕਸਪ੍ਰੈਸ਼ਨ ਵੀ ਚੱਲ ਰਹੇ ਨੇ ਤੇ ਡਾਂਸ ਮੈਨੂੰ ਪਤਾ, ਮੈਂ ਦੇਖ ਰਿਹਾ ਸੀਗਾ ਉਹ ਖਾਸ ਤੌਰ ਤੇ ਉਹ ਗੀਤ ਮੈਂ ਦੇਖ ਰਿਹਾ। ਹਾਂ ਪਲੀਜ਼ ਹਾਂ। ਅੱਗੇ ਉਹਦੇ ਲਾਈਨ ਅੱਗੇ ਜੁੜ ਰਹੀ ਹੈ ਕਿ ਜਦੋਂ ਮੈਂ ਉਹ ਮੇਰਾ ਪ੍ਰੋਗਰਾਮ ਕਿਸੇ ਜਿਹੜੇ ਸਾਡੇ ਇਹੋ ਹਮਾਰਾ ਜੀਵਨਾ ਦੇ ਪ੍ਰੋਡਿਊਸਰ ਸੀਗੇ ਉਹਨਾਂ ਨੇ ਕਿਤੇ ਦੇਖਿਆ, ਉਹ ਮੇਰਾ ਸਰਦਾਰ ਸੰਧੂ ਜੀ ਦੇ ਨਾਲ, ਤੇ ਉਹਨਾਂ ਨੇ ਦੇਖਿਆ ਗਰੇਵਾਲ ਸਾਹਿਬ ਸੀਗੇ, ਗਰੇਵਾਲ ਸਾਹਿਬ ਸੀ ਸ਼ਾਇਦ। ਹਾਂ, ਭਾਨੂ ਦਾ ਮਾਸੂਮ ਜਿਹਾ ਚਿਹਰਾ, ਮਾਸੂਮ ਜੀ ਕੁੜੀ, ਉਦਾਂ ਦਾ ਉਹਨਾਂ ਨੂੰ ਚਿਹਰਾ ਵੀ ਮਿਲ ਗਿਆ ਤੇ ਉਹ ਐਕਸਪ੍ਰੈਸ਼ਨ ਦੇਖੇ ਉਹਨਾਂ ਨੇ ਕਿਹਾ ਵੀ ਕੁੜੀ ਐਕਟਿੰਗ ਅੱਛੀ ਕਰ ਸਕਦੀ ਆ। ਤੇ ਪੇਂਡੂ ਗਾਣੇ ਹੁੰਦੇ ਸੀ ਸਾਡੇ ਜਿਹੜੇ ਪਿੰਡਾਂ ਦੇ ਗਾਣੇ ਹੁੰਦੇ ਉਦਾਂ ਦੀ ਬੋਡੀ ਲੈਂਗੁਏਜ ਵੀ ਹੁੰਦੀ ਆ ਪਿੰਡਾਂ ਦੀ ਸਾਡੀ, ਉਦਾਂ ਦੀ ਸਾਰਾ ਮੇਰਾ ਹਿਸਾਬ ਕਿਤਾਬ ਹੁੰਦਾ ਸੀ ਸਾਰਾ। ਉਹਨਾਂ ਨੂੰ ਬਿਲਕੁਲ ਪੇਂਡੂ ਪਿਓਰ ਪੇਂਡੂ ਲੈਂਗੁਏਜ ਵਾਲੀ ਕੁੜੀ ਚਾਹੀਦੀ ਸੀਗੀ। ਗੱਲ ਕੀਤੀ, ਉਹਨਾਂ ਨੇ ਦੇਖਿਆ ਵੀ ਇਹਦੀ ਜਿਹੜੀ ਸ਼ਬਦਾਵਲੀ ਆ ਗਾਣੇ ਗਾਉਣ ਦੇ ਵਿੱਚ ਉਹ ਬਿਲਕੁਲ ਪੇਂਡੂ ਜ਼ੁਬਾਨ ਹੈ ਇਹਦੀ। ਹਾਂ, ਤੇ ਉਹਨਾਂ ਨੇ ਮੇਰਾ ਲਹਿਜ਼ਾ ਵੀ ਦੇਖਿਆ, ਜਦੋਂ ਵੀ ਇਹ ਲਹਿਜ਼ਾ ਵੀ ਉਹੀ ਪਟਿਆਲੇ ਦੇ ਨਾਭੇ ਦੇ ਏਰੀਏ ਦੇ, ਬੇਬੇ ਮੈਂ ਤਾਂ ਜਾਂਦੀ ਤੀ, ਮੈਂ ਖਾਂਦੀ ਤੀ, ਬਿਲਕੁਲ ਉਹ। ਹਾਂ ਹਾਂਜੀ, ਉਹ ਉਦੋਂ ਫਿਰ ਮੈਨੂੰ ਉਹ ਸੀਰੀਅਲ ਜਿਹੜਾ ਸੀਗਾ ਮੈਨੂੰ ਉਦੋਂ ਮਿਲਿਆ ਤੇ ਇਹੋ ਹਮਾਰਾ ਜੀਵਨ ਦਾ। ਫਿਰ ਮੈਂ ਨਾਵਲ ਤਾਂ ਮੈਂ ਪੜ੍ਹਿਆ ਸੀ, ਜਦੋਂ ਨਾਲ ਮੇਰੀ ਸਟੱਡੀ ਵੀ ਚੱਲਦੀ ਹੁੰਦੀ ਸੀ ਨਾ, ਮੈਂ ਪ੍ਰਾਈਵੇਟ ਸਟੱਡੀ ਵੀ ਕਰਦੀ ਹੁੰਦੀ ਸੀ ਆਪਣੀ, ਤੇ ਉਦੋਂ ਮੈਂ ਦਲੀਪ ਕੌਰ ਟਿਵਾਣਾ ਜੀ ਦਾ ਨਾਵਲ ਪੜ੍ਹਿਆ ਸੀ। ਮੇਰੇ ਬਹੁਤ ਨੇੜੇ ਦਲੀਪ ਕੌਰ ਟਿਵਾਣਾ ਜੀ ਮੇਰੀ ਬਹੁਤ ਪਸੰਦੀਦਾ ਲੇਖਕਾਂ ਨੇ। ਰੱਬ ਦੀਆਂ ਰੁੱਤਾਂ, ਉਹ ਮੇਰੇ ਰੂਹ ਦੇ ਬਹੁਤ ਨੇੜੇ ਆ। ਰੱਬ ਦੀ ਰੁੱਤਾਂ ਬਹੁਤ ਸੋਹਣੀ ਕਹਾਣੀ ਆ, ਮੈਂ ਸਿਲੇਬਸ ਚ ਪੜਾਉਣਾ ਬੱਚਿਆਂ ਨੂੰ, ਬਹੁਤ ਸੋਹਣੀ ਕਹਾਣੀ ਆ। ਹਾਂਜੀ, ਤੇ ਮੈਂ ਕਿਤੇ ਨਾ ਕਿਤੇ ਜਿਵੇਂ ਰੱਬ ਦੀਆਂ ਰੁੱਤਾਂ ਵਾਲੀ ਜਿਹੜੀ ਰੂਹ ਆ ਨਾ, ਉਹ ਮੈਂ ਮਹਿਸੂਸ ਕਰਦੀ ਵੀ ਸ਼ਾਇਦ ਪਤਾ ਨਹੀਂ ਮੇਰੇ ਤੇ ਲਿਖੀ ਆ ਉਹਨਾਂ ਨੇ, ਕਿਉਂਕਿ ਇਹਦਾ ਬੜਾ ਆਨੰਦ ਮਾਣਦੇ। ਨਹੀਂ, ਉਹ ਸਹੀ ਗੱਲ ਆ, ਉਹ ਤੁਹਾਡੇ ਵਰਗੇ ਬੰਦਿਆਂ ਤੇ ਲਿਖੀ ਹੈ। ਸਹੀ ਗੱਲ ਆ, ਜਿਵੇਂ ਤੁਸੀਂ ਆਪਣੇ ਆਪ ਨੂੰ ਦੱਸਿਆ ਸ਼ੁਰੂ ਚ, ਉਹ ਤੁਹਾਡੇ ਵਰਗੇ ਬੰਦਿਆਂ ਤੇ ਹੀ ਲਿਖੀ ਆ। ਮੈਂ ਹੁਣ ਜੇ ਕਲਾਸ ਚ ਕਹੂੰਗਾ ਨਾ ਵੀ ਕੌਣ ਬੰਦਾ, ਤਾਂ ਮੈਂ ਤੁਹਾਡਾ ਨਾਮ ਲਊਂਗਾ। ਮੈਂ ਇੱਕ ਵਾਰੀ ਦਲੀਪ ਕੌਰ ਟਿਵਾਣਾ ਜੀ ਨੂੰ ਫੋਨ ਕੀਤਾ, ਹਾਂ ਨਹੀਂ ਸੀਗੇ ਆਪਸ ਵਿੱਚ, ਮੈਂ ਇਹੋ ਹਮਾਰਾ ਜੀਵਨਾ ਸ਼ੂਟ ਹੋ ਗਿਆ, ਸਾਰਾ ਕੁਝ ਹੋ ਗਿਆ, ਤੇ ਉਹਦੇ ਵਿੱਚ ਬਲਵਿੰਦਰ ਜੀ ਇਹੋ ਹਮਾਰਾ ਜੀਵਨਾ ਦੇ ਵਿੱਚ ਮੇਰੇ ਕੋਈ ਨਵਾਂ ਸੂਟ ਨਹੀਂ ਸੀ ਪਵਾਇਆ ਉਹਨਾਂ ਨੇ। ਗੁਰਬੀਰ ਔਰ ਗਰੇਵਾਲ, ਹਾਂ, ਤੇ ਬਹੁਤ ਵਧੀਆ ਡਾਇਰੈਕਟਰ ਸੀਗੇ ਉਹਨਾਂ ਨੇ। ਅਸਲ ਦੇ ਵਿੱਚੋਂ ਜੋ ਨੂਰੀ ਅੰਦਰੋਂ ਐਕਟਰ ਜੋ ਕਲਾ ਨਾ ਉਹਨਾਂ ਨੇ ਕਢਾਈ ਸੀਗੀ, ਉਹਨਾਂ ਸਹੀ ਸੀ ਗੁਰਬੀਰ ਗਰੇਵਾਲ ਜੀ ਨੇ। ਔਰ ਜਦੋਂ ਉਹਦੇ ਵਿਆਹ ਦੇ ਉੱਤੇ ਲੀੜੇ ਜਿਹੜੇ ਆਪਾਂ ਪਾਈਦੇ ਆ ਨਵੇਂ, ਬਸ ਸਿਰਫ ਨਵੇਂ ਸਵਾਏ ਸੀ, ਬਾਕੀ ਸਾਰੇ ਪਿੰਡ ਦੀਆਂ ਜਿਹੜੀਆਂ ਕੁੜੀਆਂ ਸੀਗੀਆਂ ਉਸ ਟਾਈਪ ਦੀਆਂ, ਜਿੱਦਾਂ ਦਾ ਰੋਲ ਸੀਗਾ ਮੇਰਾ, ਨਾਰਮਲ ਫੈਮਿਲੀ ਦੀਆਂ, ਉਹਨਾਂ ਦੇ ਘਰਾਂ ਚੋਂ ਕੱਪੜੇ ਲੈ ਕੇ ਹੰਡਾਏ ਹੋਏ ਵਰਤੇ ਹੋਏ ਉਹ ਮੇਰੇ ਪਵਾਏ ਸੀ ਉਹਨਾਂ ਨੇ। ਵਾਹ ਮੈਮ, ਇਹ ਵੀ ਕਮਾਲ ਆ। ਤੁਸੀਂ ਜਦੋਂ ਇੱਕ ਐਕਟਰ ਪੁਰਾਣੇ ਕੱਪੜੇ ਪਾਉਂਦਾ ਔਰ ਬਿਨਾਂ ਕਿਸੇ ਝਿਜਕ ਦੇ, ਬਿਨਾਂ ਵੀ ਇਹ ਕਿੱਥੋਂ ਲੈ ਕੇ ਫਟੇ ਪੁਰਾਣੇ, ਕਮਾਲ ਹੋ ਮੈਮ ਤੁਸੀਂ। ਹਾਂ ਕਰਦੀਆਂ ਸਾਰੀਆਂ ਚੀਜ਼ਾਂ ਇਹ। ਤੇ ਉਦੋਂ ਨਾ ਮੈਂ ਆਪਾਂ ਦਲੀਪ ਕੌਰ ਟਿਵਾਣਾ ਜੀ ਨੂੰ ਮੈਂ ਉਹਨਾਂ ਦਿਨਾਂ ਚ ਮਿਲੀ ਤਾਂ ਹੈ ਨਹੀਂ ਸੀਗੀ, ਨਾ ਸਬੱਬ ਨਹੀਂ ਮਿਲਣ ਦਾ। ਤੇ ਬਹੁਤ ਸਾਲਾਂ ਬਾਅਦ ਜਦੋਂ ਬਹੁਤ ਜ਼ਿਆਦਾ ਮਕਬੂਲ ਹੋ ਗਿਆ ਇਹ ਹਮਾਰਾ ਜੀਵਨਾ, ਔਰ ਵੈਨਕੂਵਰ ਦੀ ਯੂਨੀਵਰਸਿਟੀ ਦੇ ਉਹਦੇ ਵਿੱਚ ਵੀ ਇਹ ਸਿਲੇਬਸ ਦੇ ਤੌਰ ਤੇ ਲੱਗ ਗਿਆ, ਪਟਿਆਲਾ ਯੂਨੀਵਰਸਿਟੀ ਦੇ ਵਿੱਚ ਵੀ ਲੱਗ ਗਿਆ। ਉਸ ਤੋਂ ਬਾਅਦ ਵੀ ਮੈਨੂੰ ਕਾਫੀ ਸਾਲਾਂ ਬਾਅਦ, ਮੇਰੇ ਖਿਆਲ 6 ਸਾਲ ਪਹਿਲਾਂ, 5-6 ਸਾਲ ਪਹਿਲਾਂ ਮੈਨੂੰ ਉਹਨਾਂ ਨਾਲ ਫੋਨ ਤੇ ਗੱਲ ਕਰਨ ਦਾ ਮੌਕਾ ਮੇਰਾ ਬਣਿਆ, ਤੇ ਮੈਂ ਉਹ ਬਹੁਤ ਖੁਸ਼ ਹੋਏ ਉਹ। ਮੈਂ ਪਤਾ ਨਹੀਂ ਕਿੰਨੀ ਕੁ ਵਾਰੀ ਰੱਬ ਦੀ ਰੁੱਤਾਂ ਕਹਾਣੀ ਪੜ੍ਹ ਲਈ ਸੀ, ਮੈਂ ਉਹਨਾਂ ਨਾਲ ਸਾਂਝੀ ਕੀਤੀ ਮੈਂ ਆਪਣੀ ਗੱਲ। ਮੈਂ ਕਿਹਾ ਜੀ ਰੁੱਤਾਂ ਤਾਂ ਮੈਨੂੰ ਏਦਾਂ ਲੱਗਦਾ ਜਿਵੇਂ ਤੁਸੀਂ ਮੇਰੇ ਤੇ ਲਿਖ ਦਿੱਤੇ। ਕਹਿੰਦੇ ਅੱਛਾ, ਤੇ ਕਹਿੰਦੇ ਹਰ ਉਸ ਬੰਦੇ ਵਾਸਤੇ ਆ ਇਹ ਜਿਹੜਾ ਨੇਚਰ ਦੇ ਨੇੜੇ ਆ, ਕਿਉਂਕਿ ਮੈਂ ਪਾਗਲਾਂ ਸਦਾਈਆਂ ਵਾਂਗੂ ਬਾਰਿਸ਼ ਵਿੱਚ ਭੱਜ ਕੇ ਨਾ, ਛੋਟੇ ਬੱਚਿਆਂ ਵਾਂਗੂ ਅੱਜ ਵੀ ਮੇਰੇ ਹੋ ਗਏ ਵੱਡੇ 25 ਸਾਲ ਦਾ ਹੋ ਗਿਆ, 22 ਸਾਲ ਦਾ ਹੋ ਗਿਆ, ਅੱਜ ਵੀ ਮੈਂ ਜਵਾਕਾਂ ਵਾਂਗੂ ਭੱਜੀਆਂ ਜਾਂਦੀਆਂ ਮੀਂਹ ਦੇ ਵਿੱਚ ਨਾ, ਨੱਚਦੀਆਂ, ਬਹੁਤ ਮਸਤੀ ਦੇ ਵਿੱਚ ਭਿੱਜਦੀਆਂ ਮੀਂਹ ਦੇ ਵਿੱਚ ਨਾ। ਤੁਸੀਂ ਆਪਦੇ ਅੰਦਰਲੀ ਮਾਸੂਮੀਅਤ ਮਰਨ ਨਹੀਂ ਦਿੱਤੀ। ਨੂਰੀ ਮੈਮ, ਸਾਡੇ ਦੋਸਤ ਕੁਝ ਜੁੜੇ ਨੇ ਕਿਉਂਕਿ ਅਸੀਂ ਇੱਕੋ ਵੇਲੇ ਲਾਈਵ ਜਾ ਰਹੇ ਹਾਂ 3-4 ਚੈਨਲਸ ਦੇ ਉੱਤੇ, ਤੇ ਉਹਦੇ ਨਾਲ ਬਹੁਤ ਸਾਰੇ ਦੋਸਤ, ਗੁਰਦੀਪ ਸੀਰਾ ਜੀ ਸਾਡੇ ਨਾਲ ਜੁੜੇ ਨੇ। ਇਹ ਦਿੱਲੀ ਦੇ ਬਹੁਤ ਅੱਛੇ ਥੀਏਟਰਿਸਟ ਨੇ, ਬੜੇ ਪੁਰਾਣੇ, ਔਰ ਕਹਿ ਰਹੇ ਨੇ ਨੂਰੀ ਮੈਮ ਤੁਹਾਡੀ ਜਿਹੜੀ ਰੌਸ਼ਨੀ ਹੈ, ਤੁਹਾਡੀ ਸ਼ਖਸੀਅਤ ਦੀ ਤੇ ਚਮਕ ਹੈ, ਉਹ ਅੱਜ ਵੀ ਕਾਇਮ ਹੈ, ਔਰ ਮਾਸ਼ਾਅੱਲਾ ਤੁਸੀਂ ਲੰਬੀ ਉਮਰ ਹੋਵੇ। ਨੂਰੀ ਜੀ, ਤੁਸੀਂ ਤੇ ਸਿਕੰਦਰ ਭਾਜੀ ਚੰਦ ਅਜਿਹੀਆਂ ਸ਼ਖਸੀਅਤਾਂ ਹੁਣ ਪੰਜਾਬ ਵਿੱਚ ਹਨ ਜੋ ਰੂਹਾਨੀ ਗਾਇਕੀ ਦੀ ਮਿਸਾਲ ਨੇ। ਬਲਕਿ ਇਹ ਕਹਿਣਾ ਵਾਜਿਬ ਹੋਏਗਾ ਕਿ
ਲੋਕ ਗਾਇਕੀ ਜਾਂ ਰੂਹਾਨੀ ਗਾਇਕੀ ਦਾ ਲਗਭਗ ਆਖਰੀ ਸਰਮਾਇਆ ਹੋ ਤੁਸੀਂ, ਇਹ ਗੁਰਦੀਪ ਜੀ ਕਹਿ ਰਹੇ ਨੇ। ਔਰ ਬਾਈ ਅਮਰਜੀਤ ਜੀ ਖੁਦ ਜਿਹੜੇ ਸਿੰਗਰ ਨੇ, ਨੂਰੀ ਮੈਮ, ਉਹ ਜੁੜੇ ਹੋਏ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਉਹ ਭਾਜੀ। ਹਾਂ, ਉਹ ਕਹਿ ਰਹੇ ਨੇ, ਬਲਵਿੰਦਰ ਜੀ ਮਾਲਕ ਅੱਗੇ ਅਰਦਾਸ, ਇਸ ਜੋੜੀ ਦੀ ਉਮਰ ਇੱਕ ਲੋਕ ਗੀਤ ਜਿੱਡੀ ਹੋਵੇ। ਸਰਦੂਲ ਭਾਜੀ ਤੇ ਅਮਰ ਨੂਰੀ ਜੀ ਨੂੰ ਬਹੁਤ ਸਤਿਕਾਰ। ਇਹ ਆਪਣੇ ਬਾਈ ਅਮਰਜੀਤ ਹੋਰੀ ਤੁਹਾਡੇ ਤੱਕ ਇਹ ਆਪਣਾ ਜਿਹੜਾ ਸਤਿਕਾਰ ਪਹੁੰਚਾ ਰਹੇ ਨੇ। ਔਰ ਮੈਮ ਹੋਰ ਬਹੁਤ ਸਾਰੇ ਦੋਸਤ ਨੇ, ਲੇਕਿਨ ਉਹਨਾਂ ਦਾ ਜਿਹੜਾ ਸਵਾਲ ਇਹ ਹੈਗਾ ਕਿ ਉਹ ਕਹਿ ਰਹੇ ਸੀਗੇ ਵੀ ਸਰਦੂਲ ਭਾਜੀ ਤੇ ਤੁਸੀਂ ਇੱਕ ਤੁਹਾਡੀਆਂ ਵੀ ਦੋਗਾਣਾ ਦੀਆਂ ਬਹੁਤ ਸਾਰੀਆਂ ਟੇਪਾਂ ਆਈਆਂ। ਉਹਦੇ ਵਿੱਚ ਇੱਕ ਗੀਤ ਬੜਾ ਫੇਮਸ ਸੀਗਾ, ਇੱਕ ਸਾਡੇ ਦੋਸਤ ਨੇ, ਉਹ ਰਤੀਆ ਦੇ ਨੇ, ਔਰ ਕਹਿ ਰਹੇ ਨੇ ਅਸੀਂ ਇੱਕ ਧਰਮਸ਼ਾਲਾ ਦੇ ਵਿੱਚ ਤੁਹਾਡਾ ਉਹ ਉਦੋਂ ਗੀਤ ਆਇਆ ਸੀਗਾ ਕਿ ਨਵਾਂ ਨਵਾਂ ਤੇਰਾ ਲਿਖ ਦੂੰ ਸਫੇਦਿਆਂ ਤੇ ਨਾ ਜਿੰਨੇ ਨੇ GT ਰੋਡ ਦੇ ਉੱਤੇ। ਇਹ ਸਾਰੇ ਗੀਤਾਂ ਨਾਲ ਉਹ ਦੇਖੋ ਲੋਕਾਂ ਨੂੰ ਯਾਦ ਨੇ ਮੈਮ ਇਹ ਸਾਰੀਆਂ ਚੀਜ਼ਾਂ। ਤੇ ਹਾਂ, ਤੇ ਉਹ ਨੂਰੀ ਮੈਮ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਤੁਸੀਂ ਉਹ ਰੱਬ ਤੇ ਰੁੱਤਾਂ ਜਾਂ ਹੋਰ ਸਾਰਾ ਤੁਹਾਡੀ ਮਾਸੂਮੀਅਤ ਜਾਂ ਮੀਂਹ ਪੈਂਦਾ ਹੈ, ਮੈਂ ਅਸਲ ਚ ਸ਼ੁਰੂ ਚ ਇਹ ਪੁੱਛਣ ਲੱਗਿਆ ਸੀਗਾ ਕਿ ਇਨਸ਼ਾਅੱਲਾ ਤੁਹਾਡੇ ਮਾਸ਼ਾਅੱਲਾ ਤੁਹਾਡੇ ਚਿਹਰੇ ਤੇ ਉਹੀ ਨੂਰ ਹੈ। ਮੈਂ ਪੁੱਛਣ ਲੱਗਿਆ ਵੀ ਤੁਹਾਡਾ ਖਾਦ ਖੁਰਾਕ ਕੀ ਖਾਂਦੇ ਹੋ। ਪਹਿਲਾਂ ਮੈਂ ਇਹ ਪੁੱਛ ਰਿਹਾ ਵੀ ਕਿ ਕੋਈ ਭੋਜਨ ਦੇ ਵਿੱਚ ਕੁਝ ਖਾਸ ਰੱਖਦੇ ਹੋ, ਪਰ ਜਿਵੇਂ ਤੁਸੀਂ ਗੱਲਾਂ ਸੁਣਾਈਆਂ ਉਹਦੇ ਤੋਂ ਲੱਗਿਆ ਕਿ ਨਹੀਂ, ਇਹ ਜਿਹੜਾ ਨੂਰ ਹੈ ਇਹ ਅੰਦਰ ਦਾ ਹੈ, ਰੂਹਾਨੀਅਤ ਦਾ ਹੈਗਾ। ਤੇ ਹੋਰ ਬਹੁਤ ਸਾਰੇ ਸਵਾਲ ਨੇ, ਮੈਂ ਸਾਰੇ ਸਵਾਲਾਂ ਤਾਂ ਨਹੀਂ ਕਰੂੰਗਾ, ਲੇਕਿਨ ਆਉਣ ਵਾਲੇ ਸਮੇਂ 'ਚ ਮੈਂ ਖਾਸ ਤੌਰ ਤੇ ਅਲਾਪ ਨੂੰ ਲੈ ਕੇ, ਸਾਰੰਗ ਨੂੰ ਲੈ ਕੇ ਮੇਰੇ ਸਵਾਲ ਨੇ ਕਿ ਉਹਨਾਂ ਦੇ ਕਿੱਦਾਂ ਦੇ ਸੁਪਨੇ ਨੇ, ਉਹਨਾਂ ਦੇ ਕਿੱਦਾਂ ਦੇ ਮਨਸੂਬੇ ਨੇ। ਬੀਇੰਗ ਅ ਮਦਰ, ਤੁਸੀਂ ਬੀਇੰਗ ਅ ਮਦਰ, ਨੂਰੀ ਉਹਨਾਂ ਨੂੰ ਕੀ ਆਉਣ ਵਾਲੇ ਸਮੇਂ 'ਚ ਦੇਖਣਾ ਚਾਹੁੰਦੀ ਹੈ, ਜਾਂ ਨੂਰੀ ਜਿਵੇਂ ਆਪ ਹੈ ਵੀ ਮਾਸੂਮੀਅਤ ਵੀ ਚਲੋ ਬੱਚਿਆਂ ਨੇ ਜਿਵੇਂ ਆਪੇ ਉਡਾਰ ਹੋਣਾ ਤੇ ਉਹ ਕਿਸਮਤ ਉਹਨਾਂ ਦੀ, ਮੈਂ ਉਹਨਾਂ ਦੇ ਬਾਰੇ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਜਿਹੜੇ ਸ਼ਖਸੀਅਤਾਂ ਦੇ ਤੁਸੀਂ ਨਾਮ ਲਿੱਤੇ ਨੇ ਸਾਰਿਆਂ ਦੇ, ਉਹਨਾਂ ਨੂੰ ਮੇਰੇ ਵੱਲੋਂ ਭਰੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਥੈਂਕਸ। ਅਮਰਜੀਤ ਬਾਈ ਜੀ ਸਤਿ ਸ਼੍ਰੀ ਅਕਾਲ, ਇੰਨੀ ਮੁਹੱਬਤ ਦੇਣ ਵਾਸਤੇ। ਬਹੁਤ ਵਧੀਆ ਆਰਟਿਸਟ ਨੇ ਜੀ, ਬਹੁਤ ਵਧੀਆ ਇਨਸਾਨ ਨੇ ਅਮਰਜੀਤ ਜੀ। ਸਹੀ ਗੱਲ ਹੈ। ਤੇ ਬਾਕੀ ਜਿਵੇਂ ਤੁਸੀਂ ਕਿਹਾ ਸੀਗਾ ਖਾਦ ਖੁਰਾਕ, ਖਾਦ ਸਾਡੀ ਆਹੀ ਹੈ ਬਸ, ਚੰਗੀਆਂ ਗੱਲਾਂ ਸੁਣੀਆਂ, ਚੰਗਾ ਸੰਗੀਤ ਸੁਣਨਾ, ਚੰਗੀਆਂ ਫਿਲਮਾਂ ਦੇਖਣੀਆਂ, ਚੰਗਾ ਸਾਹਿਤ ਪੜ੍ਹਨਾ ਔਰ ਨੇਚਰ ਦੇ ਨੇੜੇ ਰਹਿਣਾ। ਰਾਤ ਨੂੰ ਛੱਤ ਤੇ ਚਲੇ ਜਾਂਦੀ ਆ, ਜਾ ਕੇ ਜਦੋਂ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਤਾਰਿਆਂ ਨੂੰ ਨਿਹਾਰਦੀਆਂ, ਚੰਦਰਮਾ ਨੂੰ ਨਿਹਾਰਦੀਆਂ, ਤੇ ਆਹੀ ਖੁਰਾਕ ਹੈ ਮੇਰੀ। ਬਾਕੀ ਮੈਂ ਵੈਜੀਟੇਰੀਅਨ ਹਾਂ, ਅਸੀਂ ਸਾਰੀ ਫੈਮਿਲੀ ਅਸੀਂ ਪੂਰੀ ਪਿਓਰ ਵੈਜੀਟੇਰੀਅਨ, ਅਸੀਂ ਬੱਚੇ ਵੀ, ਸਰਦੂਲ ਜੀ ਵੀ ਤੇ ਮੈਂ ਵੀ, ਤੇ ਬਿਲਕੁਲ ਦੇਸੀ ਖਾਣਾ ਖਾਂਦੇ ਆ ਜੀ। ਕਦੇ ਕਦੇ ਹੁਣ ਬੱਚੇ ਜਿਹੜੇ ਨੇ ਅੱਜ ਕੱਲ੍ਹ ਪੜ੍ਹੇ ਲਿਖੇ ਨੇ, ਨਵੇਂ ਨਵੇਂ ਖਾਣੇ ਬਣਾ ਕੇ ਦਿੰਦੇ ਨੇ ਜੀ, ਪਾਸਤਾ, ਮੈਕਰੋਨੀ, ਨੂਡਲਸ ਵਗੈਰਾ, ਪਰ ਮੈਂ ਬੱਚਿਆਂ ਦਾ ਮਨ ਰੱਖਣ ਵਾਸਤੇ ਕਦੇ ਕਦੇ ਖਾ ਲੈਂਦੀ ਆ। ਪਰ ਮੇਰਾ ਜਿਹੜਾ ਸਵਾਦ ਆ, ਮੇਰਾ ਤਾਂ ਸਵਾਦ ਇਹ ਹੈ ਕਿ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਕੜੀ ਚਾਵਲ, ਦਾਲ ਚਾਵਲ, ਬਸ ਇਹ ਚੀਜ਼ਾਂ ਪਸੰਦ ਨੇ ਮੈਨੂੰ ਤਾਂ, ਦੇਸੀ ਚੀਜ਼ਾਂ ਪਸੰਦ ਨੇ ਬਿਲਕੁਲ। ਮੇਰਾ ਖਾਣਾ ਇਹ ਹੈ। ਨੂਰੀ ਮੈਮ, ਮੈਂ ਵਾਪਸ ਕਿਉਂਕਿ ਤੁਸੀਂ ਐਕਟਿੰਗ ਦੇ ਵਿੱਚ ਉਦੋਂ ਜਦੋਂ ਜੁੜੇ ਸੀਗੇ ਉਹ ਹਮਾਰਾ ਜੀਵਨਾ, ਤੇ ਦੂਰਦਰਸ਼ਨ ਇੱਕ ਹੁੰਦਾ ਸੀਗਾ ਚੈਨਲ ਜਿਹਦੇ ਉੱਤੇ ਹਫ਼ਤੇ ਬਾਅਦ ਇੱਕ ਛੋਟਾ ਜਿਹਾ 22-23 ਮਿੰਟ ਦਾ ਇੱਕ ਐਪੀਸੋਡ ਆਉਣਾ, ਉਹਦੇ ਵਿੱਚ ਵੀ ਬਹੁਤ ਸਾਰੇ ਇਸ਼ਤਿਹਾਰ ਹੋਣੇ, ਪਰ ਅਸੀਂ ਉਹਦੀ ਵੀ ਵੇਟ ਕਰ ਰਹੇ ਸੀਗੇ। ਉਸ ਤੋਂ ਬਾਅਦ ਦੇਖੋ ਕੇਬਲ ਟੀਵੀ ਆ ਗਿਆ, ਸੈਟੇਲਾਈਟ ਟੀਵੀ ਆ ਗਿਆ, ਅੱਜ ਅਸੀਂ ਕਹਿ ਸਕਦੇ ਹਾਂ ਵੀ ਵੈਬ ਸੀਰੀਜ਼ ਤੱਕ ਅਸੀਂ ਪਹੁੰਚ ਗਏ ਹਾਂ। ਅੱਜ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਇੱਕ ਤਰ੍ਹਾਂ ਨਾਲ ਨਵੀਂ ਜਨਰੇਸ਼ਨ ਜ਼ਿਆਦਾ ਜੁੜੀ ਹੋਈ ਹੈ, ਨਵੀਂ ਨਸਲ। ਮੈਂ ਨੂਰੀ ਨੂੰ ਪੁੱਛਣਾ ਚਾਹੁੰਦਾ ਕਿ ਕਿੰਨਾ ਕੁ ਬਦਲਾਅ ਮਹਿਸੂਸ ਕਰਦੇ ਹੋ, ਜਾਂ ਕਿੰਨਾ ਕੁ ਲੱਗਦਾ ਹੈ ਕਿ ਵਿਕਾਸ ਹੋਇਆ, ਜਾਂ ਕਿੰਨਾ ਕੁ ਲੱਗਦਾ ਕਿ ਨਹੀਂ ਕੁਆਲਿਟੀ ਡਾਊਨ ਆਈ ਹੈ, ਜਾਂ ਇਹ ਲੱਗਦਾ ਕਿ ਜ਼ਮਾਨੇ ਦੇ ਹੀ ਇਹ ਅਸਰ ਹੁੰਦੇ ਨੇ, ਵਕਤ ਨੇ ਆਪਦੇ ਅਨੁਸਾਰ ਚੱਲਣਾ ਹੁੰਦਾ। ਫਿਰ ਵੀ ਨੂਰੀ ਹੋਰਾਂ ਦਾ ਕੀ ਮਤਲਬ ਵਿਊ ਹੈ ਇਸ ਬਾਰੇ, ਕੀ ਉਹਨਾਂ ਦਾ ਇੱਕ ਦੇਖਣੀ ਹੈ ਇਹ ਸਾਰੀ ਇੱਕ ਪੂਰੇ ਦਾ ਪੂਰਾ, ਕਿਉਂਕਿ ਪਿਛਲੇ ਤੁਸੀਂ 40-45 ਸਾਲ ਦੀ ਇੱਕ ਜਰਨੀ ਹੈ ਮੀਡੀਆ ਦੀ ਤੁਸੀਂ ਦੇਖੀ ਹੈ। 54 ਦੀ ਹੋ ਗਈ ਜੀ ਮੈਂ ਕਦੇ ਉਮਰ ਨਹੀਂ ਹੁੰਦੀ, ਮੈਨੂੰ ਕੋਈ ਪੁੱਛਦਾ ਮੈਂ ਕਹਿੰਦਾ ਨਹੀਂ ਉਮਰ ਦੇ ਵਿੱਚ ਕੀ ਆ, ਤੁਸੀਂ ਆਪਣਾ ਕੰਮ ਕਰੋ, ਆਪਣੀ ਜ਼ਿੰਦਗੀ ਜੀ ਰਹੇ ਹੋ, ਬਹੁਤ ਵਧੀਆ ਹੈ। ਆਪਣੀ ਲਾਈਫ ਦੇ ਵਿੱਚ ਕਾਫੀ, ਜਦੋਂ ਮੈਂ ਸ਼ੁਰੂਆਤ ਕੀਤੀ ਆ, ਜਦੋਂ ਮੇਰੀ ਰਿਕਾਰਡਿੰਗ ਹੋਈ ਸੀਗੀ, ਉਹ ਸੀਗਾ ਰਿਕਾਰਡ ਸੀਗਾ ਦਿਦਾਰ ਸੰਧੂ ਜੀ ਦੇ ਨਾਲ, ਈਪੀ ਆਪਣਾ ਹੁੰਦਾ ਸੀ, ਐਲਪੀ ਰਿਕਾਰਡ ਹੁੰਦਾ ਸੀ, ਐਲਪੀ ਰਿਕਾਰਡ ਹੁੰਦਾ ਸੀ, ਈਪੀ ਹੁੰਦਾ ਸੀਗਾ ਮੇਰਾ। ਤੋਂ ਪਹਿਲਾਂ ਮੇਰਾ ਐਲਪੀ ਰਿਕਾਰਡ ਆਇਆ ਸੀਗਾ, ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਆ, ਉਹਦੇ ਵਿੱਚ ਆਣਾ ਸੀਗਾ ਹੁਣ ਬੰਦ ਪਿਆ ਦਰਵਾਜ਼ਾ, ਜਿਵੇਂ ਫਾਟਕ ਕੋਟਕਪੂਰੇ ਦਾ ਰਿਕਾਰਡ ਹੋਇਆ ਸੀਗਾ।
ਮੈਂ ਗਈ ਤਾਂ ਸੀਗੀ 2 ਗਾਣਿਆਂ ਵਾਸਤੇ, ਬਾਕੀ ਸੁਰਿੰਦਰ ਕੌਰ ਜੀ ਦੇ ਨਾਲ ਉਹਨਾਂ ਦੇ ਗਾਣੇ ਹੋਣੇ ਸੀਗੇ, ਅੰਕਲ ਦੇ, ਤੇ 2 ਗਾਣੇ ਮੇਰੇ ਹੋਣੇ ਸੀ, ਕਿਉਂਕਿ ਉਹਨਾਂ ਨੂੰ ਏਦਾਂ ਸੀ ਕਿ ਇਹ ਕੁੜੀ ਮੇਰੇ ਨਾਲ ਸਟੇਜ ਤੇ ਗਾਉਂਦੀ ਹੈ, ਵੀ ਇਹਦੇ ਗਾਣੇ ਹੋਣੇ ਚਾਹੀਦੇ ਆ ਨਾਲ। ਹਨਾ, ਸੁਰਿੰਦਰ ਕੌਰ ਤੇ ਬਹੁਤ ਵੱਡੀ ਐਸਟੈਬਲਿਸ਼ ਉਦੋਂ ਸਿੰਗਰ ਸੀ, ਬਹੁਤ ਵੱਡੀ ਸੀ। ਹਾਂ, ਬਹੁਤ ਵੱਡਾ ਨਾਂ ਹੈ। ਮੈਂ ਤਾਂ ਉਹਨਾਂ ਨੂੰ, ਨਰਿੰਦਰ ਬੀਬਾ ਜੀ ਤੇ ਸੁਰਿੰਦਰ ਕੌਰ ਜੀ, ਮੈਂ ਤਾਂ ਇਹਨਾਂ ਨੂੰ ਸੁਣਦੀ ਵੱਡੀ ਹੋਈ ਆ, ਔਰ ਮੇਰੇ ਕੰਨਾਂ ਦੇ ਵਿੱਚ ਅੱਜ ਵੀ ਉਹਨਾਂ ਦੀ ਆਵਾਜ਼ਾਂ ਦੇ ਰਸ ਘੁਲੇ ਹੋਏ ਨੇ। ਤੇ ਜਦੋਂ ਫਿਰ ਉਹ ਗਾਣਾ ਕਰਨਾ ਸੀਗਾ, ਉਹਨਾਂ ਨੇ ਆਪਣਾ HMV ਹੁੰਦੀ ਸੀਗੀ, ਕੰਪਨੀ ਹੁੰਦੀ ਸੀਗੀ, ਅੱਜ ਵੀ ਉਹ ਮੇਰੇ ਖਿਆਲ ਸਾਰੇਗਾਮਾ ਦੇ ਨਾਮ ਨਾਲ ਉਹ ਕੰਪਨੀ, ਹਾਂ ਸਾਰੇਗਾਮਾ ਦੇ ਨਾਲ। ਅਸੀਂ ਚਰਨਜੀਤ ਅਹੂਜਾ ਜੀ ਹੋਣਗੇ ਸ਼ਾਇਦ ਮਿਊਜ਼ਿਕ ਉਦੋਂ ਜੀ, ਤੇ ਚਰਨਜੀਤ ਅਹੂਜਾ ਜੀ ਗੁਰੂ ਜੀ ਸਾਡੇ, ਉਹਨਾਂ ਨੇ ਉਹ ਕੀਤਾ ਸੀਗਾ LP। ਉਹਨਾਂ ਨੇ ਫਿਰ ਦੀਦਾਰ ਅੰਕਲ ਨੂੰ ਕਿਹਾ ਵੀ ਇਹ ਕੁੜੀ ਤੇਰੇ ਨਾਲ ਸਟੇਜਾਂ ਕਰਦੀ ਆ, ਤੇ ਤੈਨੂੰ ਦੇਖਦੇ ਨੇ ਸਟੇਜਾਂ ਉੱਤੇ, ਫਿਰ ਤੂੰ ਇਹਦੀ ਆਵਾਜ਼ ਵਿੱਚ ਹੀ ਸਾਰੇ ਗਾਣੇ ਕਰਵਾ। ਔਰ ਇਹਦੀ ਆਵਾਜ਼ ਵਿੱਚ ਰਸ ਵੀ ਬਹੁਤ ਆ, ਮਿੱਠਾ ਹੈ ਇਹਦਾ ਗਲਾ, ਔਰ ਪੇਂਡੂ ਠੇਠ ਆਵਾਜ਼ ਹੈ ਇਹਦੀ, ਪਿੰਡਾਂ ਦੇ ਲੋਕ ਏਦਾਂ ਦੀ ਆਵਾਜ਼ ਨੂੰ ਪਸੰਦ ਵੀ ਕਰਦੇ, ਵੀ ਸਾਰੇ ਗਾਣੇ ਤੂੰ ਇਹਦੀ ਆਵਾਜ਼ 'ਚ ਕਰਵਾ। ਤੇ ਉਹਨਾਂ ਨੇ ਕਿਹਾ ਵੀ ਹਾਂ ਬਿਲਕੁਲ ਠੀਕ ਆ, ਵੀ ਤੁਹਾਡੀ ਗੱਲ ਬਹੁਤ ਅੱਛੀ ਆ। ਅੰਕਲ ਉਹਨਾਂ ਨੇ ਵੀ ਕਿਹਾ ਠੀਕ ਹੈ, ਤੇ ਵੀ ਉਹਨਾਂ ਨੇ ਫਿਰ ਸਾਰੇ 12 ਦੇ 12 ਗਾਣੇ ਫਿਰ ਮੇਰੀ ਆਵਾਜ਼ ਵਿੱਚ ਹੋਏ। ਫਿਰ ਉਹ ਮੇਰਾ ਪਹਿਲਾ LP ਆ, ਤੇ ਉਹ ਫਿਰ 2-3 ਸਾਲ ਤਾਂ ਆਪਾਂ ਰਿਕਾਰਡ ਵਾਲੀ ਦੁਨੀਆ ਦੇ ਵਿੱਚ ਚੱਲਦੇ ਰਹੇ ਆ ਜਿਹੜੇ। ਉਸ ਤੋਂ ਬਾਅਦ ਫਿਰ ਕੈਸਟਾਂ ਆਈਆਂ, ਟੇਪਾਂ ਆਈਆਂ, ਫਿਰ ਆਉਂਦੀਆਂ ਸੀਗੀਆਂ, ਫਿਰ ਉਹ ਯੁੱਗ ਵੀ ਦੇਖਿਆ। ਤੇ ਫਿਰ CD ਵਾਲਾ, ਫਿਰ ਸੀਡੀਆਂ, ਚਾਈਨੀਜ਼ CD ਪਲੇ ਆਉਂਦੇ, ਚਾਈਨੀਜ਼। ਬਿਲਕੁਲ। ਤੇ ਫਿਰ ਪੈਨ ਡਰਾਈਵ ਆ ਗਏ। ਜੀ, ਅੱਜ ਜਿਹੜਾ ਯੁੱਗ ਹੈਗਾ ਹੈ, ਮੈਂ ਤਾਂ ਇਹੀ ਕਹਾਂਗੀ ਕਿ ਮੈਂ ਹਰ ਚੀਜ਼ ਨੂੰ ਪੋਜ਼ਿਟਿਵ ਲੈਂਦੀ ਆ। ਮੈਂ ਦੇਖੋ ਫੁੱਲ ਨੂੰ ਦੇਖਦੀ ਹੁੰਦੀ ਆ, ਗੁਲਾਬ ਦੇ ਫੁੱਲ ਨੂੰ, ਸੋਹਣੀ ਖੁਸ਼ਬੂ, ਸੋਹਣਾ ਫੁੱਲ, ਉਹਦੇ ਕੰਡਿਆਂ ਨੂੰ ਨਹੀਂ ਮੈਂ ਦੇਖਦੀ ਹੁੰਦੀ। ਮੈਨੂੰ ਏਦਾਂ ਹੁੰਦਾ ਵੀ ਪੋਜ਼ਿਟਿਵ ਤੁਸੀਂ ਦੇਖੋ। ਬਹੁਤ ਜ਼ਿਆਦਾ ਤਰੱਕੀ ਕੀਤੀ ਆ, ਕੁਆਲਿਟੀ ਵਧੀਆ ਹੋਈ ਆ, ਸਾਡੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀ ਬਹੁਤ ਵੱਡਾ ਕੁਆਲਿਟੀ ਦਾ ਜਿਹੜਾ ਹੈਗਾ ਹੈ ਉਹ ਉਭਾਰ ਹੋਇਆ ਹੈ। ਸਿਨੇਮੇ ਦੇ ਵਿੱਚ ਵੀ ਬਹੁਤ ਵੱਡੀ ਕੁਆਲਿਟੀ ਆਈ ਆ। ਔਰ ਜਿਹੜੇ ਮੈਂ ਅੱਜ ਆਪਾਂ ਬੈਠੇ ਗੱਲ ਕਰ ਰਹੇ ਆ ਲਾਈਵ, ਮੈਂ ਆਪਣੇ ਘਰੇ ਬੈਠੀ ਆ, ਤੇ ਸਾਨੂੰ ਸਟੂਡੀਓ ਦੇ ਵਿੱਚ ਜਾਣਾ ਪੈਂਦਾ ਸੀਗਾ, ਉੱਥੋਂ ਰਿਕਾਰਡਿੰਗ ਹੁੰਦੀ ਸੀ, ਫਿਰ ਰਿਲੇ ਹੁੰਦਾ ਸੀ, ਰਿਲੇ ਹੋ ਕੇ ਵੀ ਜਦੋਂ ਦੂਰਦਰਸ਼ਨ ਜਲੰਧਰ ਹੁੰਦਾ ਸੀਗਾ, ਅੰਬਾਲੇ ਤੱਕ ਵੀ ਨਹੀਂ ਸੀ ਜਾਂਦਾ ਹੁੰਦਾ ਨਾ, ਐਂਟੀਨੇ ਠੀਕ ਕਰਨੇ, ਸਹੀ ਗੱਲ ਆ ਤੁਹਾਡੀ, ਆ ਜਾਂਦੇ ਹੁੰਦੇ ਸੀਗੀ ਸੁਣੋ ਜੀ ਅੱਜ ਨਹੀਂ ਕਦੇ ਪਿਕਚਰ ਸਾਫ਼ ਹੋਣੀ, ਫਿਰ ਜਾਣਾ ਬੰਦੇ ਨੇ, ਭੱਜੇ ਨੇ, ਫਿਰ ਐਂਟੀਨਾ ਠੀਕ ਕਰਨਾ। ਮਤਲਬ ਕਿ ਵੀ ਉਹ ਵੀ ਯੁੱਗ ਸੀਗਾ। ਤੇ ਆਹ ਜਿਹੜਾ ਯੁੱਗ ਹੈਗਾ ਅੱਜ ਦਾ, ਅੱਜ ਇਹ ਵੀ ਮੈਂ ਆਪਣੇ ਘਰੇ ਬੈਠੀ ਆ, ਤੁਸੀਂ ਆਪਣੇ ਘਰ ਬੈਠੇ ਹੋ, ਸਾਰੇ ਦਰਸ਼ਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ, ਇਹ ਜਿਹੜਾ ਲਾਈਵ ਪ੍ਰੋਗਰਾਮ ਹੋ ਰਿਹਾ ਹੈ ਦੇਖ ਰਹੇ, ਅਸੀਂ ਲਾਈਵ ਗੱਲਾਂ ਕਰ ਰਹੇ, ਤੁਸੀਂ ਮੈਨੂੰ ਲਾਈਵ ਦੱਸ ਰਹੇ ਹੋ ਵੀ ਆਹ ਵਾਲੇ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਸਾਡੇ ਦਰਸ਼ਕ, ਉਹਨਾਂ ਦੇ ਨਾਮ ਵੀ ਤੁਸੀਂ ਅਨਾਉਂਸ ਕਰ ਰਹੇ ਹੋ, ਨਾਲ ਦੀ ਨਾਲ ਸਾਰਾ ਉਹ ਕੁਐਸਚਨ ਵੀ ਕਰ ਰਹੇ ਨੇ। ਤੇ ਦੇਖੋ ਨਾ ਵੀ ਕਿੱਡਾ ਵਧੀਆ ਲੱਗ ਰਿਹਾ ਹੈ, ਆਪਾਂ ਸਾਰਾ ਪੋਜ਼ਿਟਿਵ ਰਿਹਾ। ਸਹੀ ਗੱਲ ਆ, ਟੈਕਨੋਲੋਜੀ ਪੋਜ਼ਿਟਿਵ ਰਿਹਾ। ਸਹੀ, ਹਾਂ, ਗੱਲਾਂ ਕਰਦੇ ਪਏ ਆ। ਤੇ ਮੈਂ ਤਾਂ ਇਹ ਕਹਾਂਗੀ ਕਿ ਬਹੁਤ ਤਰੱਕੀ ਕੀਤੀ ਆ ਜਿਹਨੇ ਵੀ ਇਹ ਚੀਜ਼ਾਂ ਬਣਾਈਆਂ ਨੇ। ਤੇ ਉਹ ਜਿਹੜੇ ਪੁਰਾਣੇ ਰਿਸ਼ੀ ਮੁਨੀ ਹੁੰਦੇ ਸੀਗੇ, ਮੈਂ ਇਹੀ ਸੋਚਦੀ ਆ ਕਿ ਉਹ ਸਾਇੰਸਦਾਨ ਹੀ ਸੀਗੇ। ਆਪਾਂ ਨੂਰੀ ਮੈਮ ਉਹ ਵੀ ਕਹਿੰਦੇ ਅੱਖਾਂ ਬੰਦ ਕਰਕੇ ਸੁਣ ਲੈਂਦੇ ਸੀ ਇੱਕ ਦੂਜੇ ਦੀਆਂ ਗੱਲਾਂ, ਜਿਵੇਂ ਹੁਣ ਆਪਾਂ ਫੋਨ ਲਾ ਕੇ ਸੁਣ ਲੈਂਦੇ। ਹਾਂਜੀ, ਉਹ ਬਹੁਤ ਵੱਡੇ ਸਾਇੰਟਿਸਟ ਸੀਗੇ, ਕਿਉਂਕਿ ਉਹਨਾਂ ਨੇ ਬਾਹਰੀ ਦੁਨੀਆ, ਜਿਵੇਂ ਅੱਜ ਜਿਹੜੀ ਕੀਤੀ ਆ, ਆਪਾਂ ਅੱਜ ਗੱਲ ਕਰ ਰਹੇ ਆ, ਸੁਣ ਰਹੇ ਆ, ਆਪਣੇ ਤੱਕ ਆਵਾਜ਼ ਪਹੁੰਚਦੀ ਆ ਫੋਨ ਦੀ, ਇਹ ਸਾਰੀ ਚੀਜ਼ਾਂ ਉੱਥੋਂ ਹੀ ਆਈਆਂ ਨੇ। ਜਿਹੜੀਆਂ ਸਾਇੰਸਦਾਨਾਂ ਨੇ ਚੀਜ਼ਾਂ ਚੱਕੀਆਂ ਨੇ, ਕਿਤੇ ਸਾਡੇ ਸ਼ਾਸਤਰਾਂ ਦੇ ਵਿੱਚੋਂ ਹੀ ਇਹ ਚੀਜ਼ਾਂ ਆਈਆਂ ਨੇ, ਸਾਡੀਆਂ ਕਿਤਾਬਾਂ ਦੇ ਵਿੱਚੋਂ ਹੀ ਇਹ ਚੀਜ਼ਾਂ ਅੱਗੇ ਵਧੀਆਂ ਨੇ। ਕਿਉਂਕਿ ਦੇਖੋ ਸਾਡੇ ਮਾਂ-ਬਾਪ ਸੀਗੇ, ਉਹਨਾਂ ਨੂੰ ਜਿੰਨੀ ਕੁ ਨੌਲੇਜ ਸੀਗੀ ਆਪਣੇ ਪੇਰੈਂਟਸ ਤੋਂ ਲਿੱਤੀ, ਉਹ ਸਾਡੇ ਤੱਕ ਆਈ। ਅਸੀਂ ਉਹਨਾਂ ਦੀ ਨੌਲੇਜ ਲੈ ਕੇ ਅਸੀਂ ਆਪਣੇ ਯੁੱਗ ਦੇ ਨਾਲ ਚੱਲੇ, ਅਸੀਂ ਕੁਝ ਹੋਰ ਆਸਾ-ਪਾਸਾ ਦੇਖਿਆ, ਆਪਣਾ ਕੋਈ ਐਕਸਪੀਰੀਅੰਸ ਕੀਤਾ, ਉਹਦੇ ਵਿੱਚ ਹੋਰ ਵਾਧਾ ਹੋਇਆ। ਫਿਰ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਨੌਲੇਜ ਦਿੱਤੀ, ਬੱਚਿਆਂ ਨੇ ਆਪਣਾ ਐਕਸਪੀਰੀਅੰਸ ਕੀਤਾ, ਉਹਨਾਂ ਨੇ ਹੋਰ ਅੱਗੇ ਨੌਲੇਜ ਵਧੀ, ਏਦਾਂ ਵੱਧਦੀ ਇਹ ਚੀਜ਼ ਇੱਥੇ ਤੱਕ ਪਹੁੰਚੇ ਕਿ ਅਸੀਂ ਇੱਕ ਦੂਜੇ ਨੂਰੀ ਮੈਮ, ਮੈਂ ਵਾਪਸ ਜਾਊਂਗਾ ਤੁਹਾਡੇ ਨਾ ਦਦਾਰ ਸੰਧੂ ਦੇ ਅਖਾੜਾ ਦਾ ਸਟਾਈਲ ਐਂਡ ਮੈਂ ਇਹ ਪੁੱਛਣਾ ਚਾਹੁੰਦਾ ਕਿ ਦਦਾਰ ਸਰ ਹੋਰਾਂ ਨਾਲ ਤੁਸੀਂ ਪਹਿਲਾਂ ਲੰਬਾ ਸਮਾਂ 2 ਗਾਣਾ ਗਾਇਕੀ ਰੱਖੀ, ਫਿਰ ਤੁਸੀਂ ਸੋਲੋ ਵੀ ਗਾਏ, ਤੁਹਾਡੇ ਸੋਲੋ ਵੀ ਮਤਲਬ ਮਾਸ਼ਾਅੱਲਾ ਉਹ ਭਿੱਜ ਗਈ, ਤੁਹਾਡੇ ਭਾਬੀ ਮੇਰੀ ਗੁੱਤ ਕਰਦੇ, ਹਨਾ, ਮਤਲਬ ਉਹਨੇ ਰਿਕਾਰਡ ਤੋੜੇ। ਫਿਰ ਤੁਸੀਂ ਸਰਦੂਲ ਭਾਜੀ ਨਾਲ ਜਿਹੜੇ 2 ਗਾਣਾ ਗਏ ਕਿ ਤੇਰਾ ਲਿਖ ਦੂ ਸਫੈਦਿਆਂ ਤੇ ਨਾ, ਉਹ ਸਾਰੇ ਸੰਧੂ ਭਾਜੀ ਦੀ ਤੇ ਦਦਾਰ ਭਾਜੀ ਦੀ ਆਪਣੇ ਸਾਰੀ
ਸਰਦੂਲ ਭਾਜੀ ਤੇ ਦਿਦਾਰ ਭਾਜੀ ਦੀ ਗਾਇਕੀ 'ਚ ਤੁਹਾਨੂੰ ਅਖਾੜੇ 'ਚ ਕੋਈ ਚੇਂਜ ਨਜ਼ਰ ਆਈ? ਕੋਈ ਤੁਹਾਨੂੰ ਲੱਗਿਆ ਕਿ ਉਹਨਾਂ ਦੇ ਸਟਾਈਲ ਹੋਰ ਸੀਗਾ, ਸਰਦੂਲ ਭਾਜੀ ਦਾ ਹੋਰ ਸੀਗਾ, ਜਾਂ ਇਹ ਲੱਗਦਾ ਕਿ ਨਹੀਂ ਦੋਵਾਂ ਦੇ ਵਿੱਚ ਕੁਝ ਖਾਸੀਅਤਾਂ ਨੇ, ਦੋਵਾਂ ਦਾ ਆਪਦਾ ਅੰਦਾਜ਼ ਹੈ? ਮੈਂ ਇਹ ਪੁੱਛਣਾ ਚਾਹੁੰਦਾ ਵੀ ਕਦੀ ਮਨ 'ਚ ਤੁਲਨਾ ਹੋਈ ਜਦੋਂ ਤੁਸੀਂ ਦੋਵਾਂ ਨਾਲ ਗਾਇਆ ਵੀ ਆ ਯਾਰ ਉੱਥੇ ਆਏ ਹੁੰਦਾ ਸੀ, ਉੱਥੇ ਆਏ ਹੁੰਦਾ ਹੈ? ਬਿਲਕੁਲ ਸਹੀ ਗੱਲ ਆ। ਜਿਵੇਂ ਇੱਕ ਗੁਲਾਬ ਆ, ਇੱਕ ਗੇਂਦਾ ਹੈ, ਦੋਨੋਂ ਫੁੱਲ ਆ, ਦੋਨਾਂ ਦੀ ਇੱਕ ਸ਼ਖਸੀਅਤ ਆ, ਦੋਨਾਂ ਦੀ ਇੱਕ ਆਪਣਾ ਖੁਸ਼ਬੂ ਆ। ਹਾਂ ਹਾਂ, ਸਹੀ ਹੈ। ਹਾਂ, ਕਲੀਆਂ ਦੀ ਖੁਸ਼ਬੂ ਆ, ਇੱਕ ਪਾਸੇ ਗੁਲਾਬ ਦੀ ਖੁਸ਼ਬੂ ਆ, ਉਹ ਆਪਣੇ ਆਪ ਵਿੱਚ ਆ। ਗੁਲਾਬ ਕਲੀ ਵਰਗੀ ਖੁਸ਼ਬੂ ਨਹੀਂ ਲੈ ਸਕਦਾ, ਕਲੀ ਗੁਲਾਬ ਵਰਗੀ ਖੁਸ਼ਬੂ ਨਹੀਂ ਲੈ ਸਕਦੀ। ਸਹੀ ਗੱਲ ਹੈ। ਹਾਂ, ਉਹਦੇ ਉੱਤੇ ਖੜੇ ਪੂਰੇ ਆ। ਦੀਦਾਰ ਸੰਧੂ ਜੀ ਦੀ ਜਿਹੜੀ ਆਵਾਜ਼ ਸੀਗੀ, ਪੇਂਡੂ ਠੇਠ ਆਵਾਜ਼ ਸੀਗੀ, ਪਿੰਡਾਂ ਦੇ ਲੋਕ ਉਸ ਆਵਾਜ਼ ਨੂੰ ਬਹੁਤ ਪਸੰਦ ਕਰਦੇ ਸੀਗੇ। ਉਹਨਾਂ ਦੀ ਆਵਾਜ਼ ਵਿੱਚ ਇੱਕ ਬਹੁਤ ਮਿਠਾਸ ਸੀਗੀ। ਤੇ ਉਹਨਾਂ ਨੂੰ ਕੋਈ ਹਰਕਤ ਮੁਰਗੀ ਲਾਉਣ ਦੀ ਲੋੜ ਹੀ ਨਹੀਂ ਸੀ ਪੈਂਦੀ, ਕਿਉਂਕਿ ਉਹਨਾਂ ਦੀ ਆਵਾਜ਼ ਸੀਗੀ, ਉਹ ਸਿੱਧਾ ਵੀ ਗਾਉਂਦੇ ਸੀ ਨਾ, ਤੇ ਇੱਕ ਬਹੁਤ ਹੀ ਖੂਬਸੂਰਤ ਉਹਨਾਂ ਦੀ ਆਵਾਜ਼ ਵਿੱਚ ਜਿਵੇਂ ਭਾਰੀਪਣ ਸੀਗਾ, ਸੋਲਿਡ ਆਵਾਜ਼ ਸੀਗੀ, ਜਿਵੇਂ ਬੰਬੇ ਦੇ ਵਿੱਚ ਕਿਸ਼ੋਰ ਦਾ ਹੋਏ ਨੇ ਐਸੀ ਏਦਾਂ ਦੀ ਆਵਾਜ਼ ਸੀਗੀ। ਅਸੀਂ ਕਹਿੰਦੇ ਸੀ ਪੰਜਾਬ ਦੇ ਕਿਸ਼ੋਰ ਕੁਮਾਰ ਨੇ ਦੀਦਾਰ ਸੰਧੂ ਜੀ। ਉਹਨਾਂ ਦੀ ਆਵਾਜ਼ ਇੰਨੀ ਮਿਠਾਸ ਔਰ ਐਡੀ ਆਵਾਜ਼, ਦਮਦਾਰ ਆਵਾਜ਼, ਏਦਾਂ ਦੀ ਆਵਾਜ਼ ਪਰਮਾਤਮਾ ਵੱਲੋਂ ਮਿਲਦੀ ਆ, ਬਣਾਇਆ ਤੋਂ ਨਹੀਂ ਬਣਦੀ ਆਵਾਜ਼। ਤੇ ਉਹਨਾਂ ਦੇ ਵਿੱਚ ਇਹ ਬਹੁਤ ਵੱਡੀ ਕੁਆਲਿਟੀ ਸੀਗੀ ਵੀ ਉਹਨਾਂ ਨੂੰ ਬਹੁਤੀਆਂ ਹਰਕਤਾਂ ਮੁਰਕੀਆਂ ਲਾਉਣ ਦੀ ਲੋੜ ਹੀ ਨਹੀਂ ਸੀ ਪੈਂਦੀ। ਉਹਨਾਂ ਦੀ ਸਿੰਪਲ ਸਿੱਧੀ ਆਵਾਜ਼ ਹੀ ਇੰਨੀ ਜਾਦੂ ਕਰਦੀ ਸੀ ਤੁਹਾਡੇ ਦਿਲਾਂ ਦੇ ਉੱਤੇ। ਉਹਨਾਂ ਦੀਆਂ ਕੰਪੋਜੀਸ਼ਨ ਇੰਨੀਆਂ ਮਿੱਠੀਆਂ ਹੁੰਦੀਆਂ ਸੀਗੀਆਂ ਵੀ ਉਹ ਬਹੁਤ ਹਰ ਬੰਦਾ ਆਰਾਮ ਨਾਲ ਗਾ ਸਕਦਾ ਸੀਗਾ। ਦੁਨੀਆ ਸਾਡੇ ਨਾਲ ਗਾਉਂਦੀ ਸੀਗੀ, ਯਾਦ ਵੀ ਛੇਤੀ ਹੁੰਦੀਆਂ ਸੀਗੀਆਂ ਵੀ ਇਹ ਕੁਆਲਿਟੀ ਸੀ ਉਹਨਾਂ ਦੇ ਵਿੱਚ। ਲੇਖਣੀ ਤਾਂ ਉਹਨਾਂ ਦੀ ਕਿਆ ਬਾਤ ਸੀਗੀ, ਔਰ ਸਟੇਜ ਤੇ ਕੰਮ ਕਰਨ ਦਾ ਜਿਹੜਾ ਤਰੀਕਾ ਸੀ ਉਹ ਵੀ ਬਹੁਤ ਵਧੀਆ ਸੀ। ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਤੇ ਸਿੱਖ ਕੇ ਦੇਖੋ, ਕੁਲਦੀਪ ਮਾਣਕ ਜਦੋਂ ਸਿੱਖਿਆ, ਹੋਰ ਕਈ ਕਲਾਕਾਰਾਂ ਦੇ, ਧੰਨਾ ਸਿੰਘ ਰੰਗੀਲਾ ਸੀਗੇ, ਉਹਨਾਂ ਦੇ ਨਾਲ ਵੀ ਮੈਂ ਸਟੇਜਾਂ ਕੀਤੀਆਂ। ਬਹੁਤ ਸਾਰੇ ਕਲਾਕਾਰਾਂ ਦੇ ਨਾਲ ਬਹੁਤ ਕਿੰਨੀਆਂ ਸਾਰੀਆਂ ਚੀਜ਼ਾਂ ਸਿੱਖ ਕੇ ਮੈਂ ਸਰਦੂਲ ਸਿਕੰਦਰ ਜੀ ਦੇ ਕੋਲ ਪਹੁੰਚੀ। ਉਹ ਸਾਰਾ ਗੁਲਦਸਤਾ ਜਿਹੜਾ ਸਿੱਖਿਆ ਸੀ ਮੈਂ, ਉਹ ਇੱਕ ਪੈਕੇਜ ਬਣ ਗਿਆ ਮੇਰੇ ਕੋਲ। ਸੋਲੋ ਗਾਇਕੀ, ਜਿਵੇਂ ਮੈਂ ਆਪਣੀ ਫੋਕ ਗਾਇਕੀ ਦੇ ਵਿੱਚ ਮੈਂ ਕੁਲਦੀਪ ਮਾਣਕ ਜੀ ਨੂੰ ਆਪਣੇ ਗੁਰੂਆਂ ਸਮਾਨ ਸਮਝਦੀ ਹਾਂ, ਕਿਉਂਕਿ ਮੈਂ ਉਹਨਾਂ ਦੀ ਫੋਕ ਗਾਇਕੀ ਦੀ ਬਹੁਤ ਦੀਵਾਨੀ ਆ। ਕਿਤੇ ਉਹ ਫੋਕ ਰੰਗ ਮੇਰੇ ਚ ਜੇ ਦਿਮਾਗ ਸੀਗਾ, ਜ਼ਿਹਨ ਚ ਪਿਆ ਸੀਗਾ। ਹਾਂ, ਤੇ ਜਦੋਂ ਮੈਂ ਫਿਰ ਸਰਦੂਲ ਜੀ ਦੇ ਨਾਲ ਅਸੀਂ ਇਕੱਠਿਆਂ ਨੇ ਗਾਣਾ ਸ਼ੁਰੂ ਕੀਤਾ, ਇੱਕ ਆਰਟਿਸਟ ਦਾ ਅਸੀਂ ਸੀਗੇ ਹੀ, ਪਰ ਇਹਨਾਂ ਦੇ ਕੋਲ ਆ ਕੇ ਮੇਰੀ ਗਾਇਕੀ ਦੇ ਵਿੱਚ ਹੋਰ ਵੀ ਜ਼ਿਆਦਾ ਨਿਖਾਰ ਆਇਆ। ਉਹ ਕਿਉਂ? ਕਿਉਂਕਿ ਇਹਨਾਂ ਦੇ ਕੋਲ ਕਲਾਸੀਕਲ ਸੀਗਾ। ਉਹ ਕਲਾਸੀਕਲ ਟੱਚ ਇਹਨਾਂ ਨੇ ਕਿਤੇ ਮੇਰਾ ਜਦੋਂ ਰਿਆਜ਼ ਕਰਵਾਇਆ, ਉਹ ਕਲਾਸੀਕਲ ਹਲਕਾ ਲਾਈਟ ਦਾ ਕਲਾਸੀਕਲ ਵੀ ਮੇਰੇ ਫੋਕ ਦੇ ਵਿੱਚ ਜਦੋਂ ਮਿਲਿਆ, ਐਡ ਹੋ ਗਿਆ। ਹਾਂ, ਹੋਰ ਵੀ ਜ਼ਿਆਦਾ ਨਿਖਰ ਗਿਆ। ਤੇ ਬਾਕੀ ਜਿਵੇਂ ਸਾਡੀ ਮੁਹੱਬਤ ਸੀਗੀ, ਸਾਡੀ ਸਾਂਝ ਸੀਗੀ ਦਿਲਾਂ ਦੀ, ਰੂਹਾਨੀਅਤ ਦੀ, ਤੇ ਉਹ ਇੱਕ ਨੂਰੀ ਮੈਮ, ਮੈਂ ਨਾ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਨਾ। ਜਦੋਂ ਤੁਸੀਂ ਸਰਦੂਲ ਭਾਜੀ ਹੋਰਾਂ ਨਾਲ ਇਹ ਗਾਇਕੀ ਸ਼ੁਰੂ ਕੀਤੀ, ਚਲੋ ਉਹ ਤਾਂ ਇੱਕ ਪ੍ਰੋਫੈਸ਼ਨ ਸੀਗਾ ਵੀ ਚਲੋ ਗਾਇਕੀ ਆ, ਫਿਰ ਕਦੋਂ ਲੱਗਿਆ, ਉਹ ਮੂਵਮੈਂਟ ਕਿਹੜਾ ਸੀਗਾ ਕਿ ਨਹੀਂ ਵੀ ਅਸੀਂ ਹੁਣ ਜ਼ਿੰਦਗੀ ਗੁਜ਼ਾਰਨ ਦਾ ਜਿਹੜਾ ਇਸ ਸ਼ਖਸ ਨਾਲ ਹੋ ਸਕਦਾ, ਮੈਂ ਕਰ ਸਕਦਾ? ਇਹ ਸਰਦੂਲ ਭਾਜੀ ਵੱਲੋਂ ਕੋਈ ਇੰਡੀਕੇਸ਼ਨ ਆਈ, ਜਾਂ ਤੁਹਾਨੂੰ ਲੱਗੀ ਕੋਈ ਇੰਡੀਕੇਸ਼ਨ ਤੁਸੀਂ ਦਿੱਤੀ, ਜਾਂ ਤੁਹਾਨੂੰ ਲੱਗਿਆ ਕਿ ਨਹੀਂ ਇਹ ਹੀ ਉਹੀ ਪਰਸਨ ਆ ਜਿਹਦੇ ਨਾਲ ਮੈਂ ਆਪਣੀ ਜ਼ਿੰਦਗੀ ਆਉਣ ਵਾਲੇ ਵੇਲਾ ਜਿਹੜਾ ਹੈਗਾ ਉਹ ਗੁਜ਼ਾਰ ਸਕਦੀ ਹਾਂ? ਉਦੋਂ ਮੇਰੇ ਖਿਆਲ ਦੇ ਵਿੱਚ ਅਸੀਂ ਇੱਕ ਦੂਜੇ ਨੂੰ, ਦੋਨਾਂ ਦੇ ਰੂਹਾਂ ਦੇ ਵਿੱਚ ਇਕੱਠੀ ਗੱਲ ਉੱਠੀ ਵੀ ਅਸੀਂ ਇੱਕ ਦੂਜੇ ਨੂੰ ਚੰਗਾ, ਸਾਨੂੰ ਲੱਗਦਾ ਸੀ ਇੱਕ ਦੂਜੇ ਦੇ ਨਾਲ ਬੈਠਣਾ, ਸਾਫ਼ ਸਾਨੂੰ ਚੰਗਾ ਲੱਗਦਾ ਸੀਗਾ। ਅਸੀਂ ਪਤਾ ਨਹੀਂ ਕਿੰਨੇ ਘੰਟੇ ਰਿਆਜ਼ ਕਰੀ ਜਾਣਾ ਬੈਠਿਆਂ ਨੇ, ਬਹੁਤ ਵਧੀਆ ਲੱਗਦਾ ਸੀ। ਪਰ ਜਿਹੜੀ ਆਵਾਮ ਸੀਗੀ ਉਹਨਾਂ ਨੇ ਪਹਿਲ ਕੀਤੀ। ਉਹਨਾਂ ਨੇ ਕਹਿਣਾ ਵੀ ਤੁਹਾਡੀ ਤਾਂ ਜੋੜੀ ਬਹੁਤ ਵਧੀਆ ਲੱਗਦੀ ਆ, ਤੁਸੀਂ ਤਾਂ ਵਿਆਹ ਹੀ ਕਰਵਾ ਲਓ। ਏਦਾਂ ਦੀਆਂ ਗੱਲਾਂ ਹੁਣ ਸ਼ੁਰੂ ਹੋ ਗਈਆਂ ਸੁਣਨੀਆਂ ਨਾ, ਤੇ ਕਈਆਂ ਨੇ ਤੇ ਕਹਿ ਵੀ ਦਿੱਤਾ ਵੀ ਇਹ ਤਾਂ ਲੱਗਦਾ ਵੀ ਇਹ ਵਿਆਹ ਇਹਨਾਂ ਦਾ, ਕਿਉਂਕਿ ਆਵਾਮ ਜਿਹੜੀ ਆ ਉਹਦੇ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ, ਉਹਨਾਂ ਦੀ ਜ਼ੁਬਾਨ ਸੱਚ ਹੋ ਜਾਂਦੀ ਆ। ਤੇ ਮੇਰੇ ਖਿਆਲ ਉਹੀ ਚੀਜ਼ ਸਾਡੀ ਰੂਹਾਂ ਤੱਕ ਪਹੁੰਚ ਗਈ, ਤੇ ਸਾਡੀ ਰੂਹਾਂ ਦੇ ਵਿੱਚ ਇਕੱਠਿਆਂ ਦੇ ਦਿਲਾਂ ਦੇ ਵਿੱਚ ਹੀ ਉਹ ਚੀਜ਼ ਉੱਠੀ ਆ। ਵਾਹ 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 ਵਾਹ। ਨੂਰੀ ਮੈਮ, ਮੇਰੇ ਨਾਲ ਕੁਝ ਹੋਰ ਦੋਸਤ ਜੁੜੇ ਨੇ ਜਿਹਦੇ ਵਿੱਚੋਂ ਸਾਡੇ ਬਹੁਤ ਅੱਛੇ ਥੀਏਟਰ ਕਰਦੇ ਨੇ, ਲੱਖਾ ਲਹਿਰੀ ਜੀ। ਉਹ ਕਹਿ ਰਹੇ ਨੇ ਕਿ ਉਹ ਛੇਤੀ ਕੰਮ ਨਵੇੜ, ਮੈਂ ਮਾਏ ਮੈਂ ਸੋਣਾ ਨਹੀਂ, ਉਹ ਕਹਿੰਦੇ ਮੇਰਾ ਮਨਪਸੰਦੀਦਾ ਗੀਤ ਵੀ ਰਿਹਾ ਹੈ। ਉਹ ਬਹੁਤ ਅੱਛੇ ਥੀਏਟਰਿਸਟ ਨੇ, ਇਹਨਾਂ ਦਾ ਆਪਣੇ ਗਰੁੱਪ ਹੈ। ਜਗਦੀਪ ਸਿੱਧੂ ਜੀ ਨੇ ਬਹੁਤ ਅੱਛੇ ਐਂਕਰ ਨੇ, ਬਹੁਤ ਅੱਛੇ ਪੋਇਟ ਨੇ, ਕਵੀ ਨੇ ਖੁਦ। ਉਹ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਬਹੁਤ ਸੋਹਣੀ ਗੱਲ ਤੁਸੀਂ ਕਰ ਰਹੇ ਹੋ। ਔਰ
ਪਰਮਜੀਤ ਸਿੰਘ ਢਿੱਲੋਂ ਤੁਹਾਨੂੰ ਵਿਸ਼ ਕਰ ਰਹੇ ਨੇ। ਇਸ ਤੋਂ ਇਲਾਵਾ ਮੈਮ ਪਵਨਦੀਪ ਚੌਹਾਨ ਤੁਹਾਡੇ ਨਾਲ ਜੁੜੇ ਨੇ, ਤੁਹਾਨੂੰ ਉਹ ਬੁੱਕੇ, ਫੁੱਲਾਂ ਦਾ ਬੁੱਕੇ ਭੇਜ ਰਹੇ ਨੇ ਸਕਰੀਨ ਤੇ ਜਿਹੜੇ ਉਹ ਆਉਂਦੇ ਨੇ। ਅਮਰਤ ਸੰਧੂ ਤੁਹਾਨੂੰ ਕਹਿ ਰਹੇ ਨੇ ਕਿ ਚਰਨ ਸਪਰਸ਼ ਕਰਨਾ ਮੈਂ ਮੰਨਿਆ ਜਾਵੇ ਮੇਰਾ। ਇਹ ਅਮਰ ਸੰਧੂ ਤੁਹਾਨੂੰ ਜਾਣਦੇ ਵੀ ਨੇ, ਇਹ ਸ਼ਾਇਦ ਤੁਹਾਡੇ ਫੈਮਿਲੀ ਦੇ ਨੇੜੇ ਤੇੜੇ ਦੇ ਕੋਈ ਦੋਸਤ ਨੇ। ਇਸ ਤੋਂ ਇਲਾਵਾ ਨੂਰੀ ਮੈਮ ਪ੍ਰੇਮ ਮਾਨ ਕਮਾਣਾ ਤੁਹਾਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਦਵਿੰਦਰ ਕੌਰ ਤੁਹਾਨੂੰ ਕਹਿ ਰਹੇ ਨੇ ਕਿ ਨੂਰੀ ਮੈਮ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਹੋ। ਐਂਡ ਕੁਲਵਿੰਦਰ ਪਦਮ ਕਹਿ ਰਹੇ ਨੇ ਬਲਵਿੰਦਰ ਭਾਜੀ ਸਤਿ ਸ੍ਰੀ ਅਕਾਲ, ਤੇ ਤੁਸੀਂ ਨੂਰੀ ਮੈਮ ਨਾਲ ਮਿਲਾ ਕੇ ਅੱਜ ਸਾਡੇ ਦਿਲ ਦੀ ਇੱਛਾ ਪੂਰੀ ਕਰ ਦਿੱਤੀ ਆ। ਤੇ ਸ਼ਰਮਾ ਜੀ ਉਪਾਧਿਆ ਹਿੰਦੀ ਚ ਲਿਖ ਰਹੇ ਨੇ, ਵਾਹ ਜੀ ਬਹੁਤ ਅੱਛਾ। ਕਮਲਜੀਤ ਸਾਡੇ ਦੋਸਤ ਨੇ, PhD ਕਰ ਰਹੇ ਨੇ, ਉਹ ਤੁਹਾਨੂੰ ਦੇਖ ਰਹੇ ਨੇ ਮੈਮ। ਨੀਰਜ ਬਾਤਿਸ਼ ਜੀ ਤੁਹਾਨੂੰ ਦੇਖ ਰਹੇ ਨੇ, ਤੇ ਰਸ਼ਪਾਲ ਸਿੰਘ ਹੋਰੀ ਤੁਹਾਨੂੰ ਇੱਕ ਭੇਜ ਰਹੇ ਨੇ। ਕਿਆ ਸਰਦੂਲ ਭਾਜੀ ਨਾਲ ਤੁਸੀਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਵਾਂ ਐਲਬਮ ਲੈ ਕੇ ਆ ਰਹੇ ਹੋ? ਇਸ ਤਰ੍ਹਾਂ ਦੀ ਕੋਈ ਮਤਲਬ ਆਉਣ ਵਾਲਾ ਪ੍ਰੋਜੈਕਟ ਬਾਰੇ ਤੁਹਾਨੂੰ ਪੁੱਛ ਰਹੇ ਨੇ। ਜੀ ਬਿਲਕੁਲ, ਕਾਫੀ ਸਾਰੇ ਗਾਣੇ ਤਿਆਰ ਕੀਤੇ ਸੀ ਲਾਕਡਾਊਨ ਦੇ ਵਿੱਚ, ਅਸੀਂ ਪ੍ਰੈਕਟਿਸ ਕੀਤੀ ਸੀ, ਗਾਣੇ ਛਾਂਟੇ, ਤੇ ਕਾਫੀ ਸਾਰੇ ਗਾਣੇ ਉਹਨਾਂ ਵਿੱਚੋਂ ਕੁਝ ਸੋਲੋ ਗਾਣੇ ਹੈਗੇ ਨੇ ਮੇਰੇ ਵੀ, ਸਰਦੂਲ ਜੀ ਦੇ ਵੀ, ਜੂਟ ਵੀ ਹੈਗੇ ਨੇ। ਤੇ ਬਸ ਇਹਨਾਂ ਦਾ ਆਸ਼ੀਰਵਾਦ ਚਾਹੀਦਾ ਹੈ। ਬਹੁਤ ਜਲਦੀ ਅਸੀਂ ਇੱਕ ਇੱਕ ਕਰਕੇ ਗਾਣੇ 2-2 3-3 ਮਹੀਨੇ ਬਾਅਦ ਇਹਨਾਂ ਦੇ ਝੋਲੇ 'ਚ ਪਾਈ ਜਾਵਾਂਗੇ। ਵਾਹ 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 ਵਾਹ। ਇੱਕ ਡਾਕਟਰ ਜਤਿੰਦਰ ਵਰਮਾ ਜੀ ਤੁਹਾਨੂੰ ਕਹਿ ਰਹੇ ਨੇ ਕਿ ਗਿਆਨ ਤੇ ਨਿਮਰਤਾ ਦਾ ਸੰਜੋਗ ਹੋ ਤੁਸੀਂ, ਤੁਹਾਨੂੰ ਸਲਾਮ। ਤੇ ਨੂਰੀ ਮੈਮ ਜਾਂਦੇ ਜਾਂਦੇ, ਕਿਉਂਕਿ ਮੈਂ ਤੁਹਾਡੇ ਤੋਂ ਸਿਰਫ 40 ਮਿੰਟ ਜਾਂ 50 ਮਿੰਟ ਮੰਗੇ ਸੀਗੇ ਫੋਨ ਤੇ, ਲੇਕਿਨ ਮੈਨੂੰ 1.25 ਘੰਟਾ ਹੋ ਗਿਆ ਆਪਾਂ ਨੂੰ ਗੱਲਾਂ ਕਰਦਿਆਂ, ਤੇ ਪਤਾ ਵੀ ਨਹੀਂ ਲੱਗਿਆ। ਦਰਸ਼ਕਾਂ ਨੇ ਆ ਕੇ, ਪਿਆਰੇ ਜਿਹੜੇ ਸਾਡੇ ਚਾਹਣ ਵਾਲੇ, ਉਹਨਾਂ ਨੇ ਆ ਕੇ ਰੌਣਕਾਂ ਲਾ ਦਿੱਤੀਆਂ, ਚਾਰ ਚੰਨ ਲੱਗੇ ਜੀ। ਲੇਕਿਨ ਹਾਂ, ਤੁਹਾਡੇ ਗੀਤਾਂ ਦੀ ਫਰਮਾਇਸ਼ ਬਹੁਤ ਜ਼ਿਆਦਾ ਸੀਗੀ, ਲੇਕਿਨ ਗਲਾ ਤੁਹਾਡਾ ਸਹੀ ਨਹੀਂ ਹੈ। ਮੈਂ ਇਸ ਲਈ ਮੈਂ ਖੁਦ ਹੀ ਦਰਸ਼ਕਾਂ ਨੂੰ ਇਹ ਕਹਿ ਦੇਵਾਂ, ਜੇ ਤੁਸੀਂ ਕੋਈ ਜਾਂਦੇ ਜਾਂਦੇ ਭਾਵੇਂ ਹਲਕਾ ਜਿਹਾ ਕੋਈ ਗੁਣਗੁਣਾਉਣਾ ਚਾਹੋ ਤਾਂ ਗੁਣਗੁਣਾ ਸਕਦੇ ਹੋ। ਔਰ ਜਾਂਦੇ ਜਾਂਦੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਨੂਰੀ ਮੈਮ, ਕੋਈ ਜ਼ਿੰਦਗੀ ਦੇ ਤੁਸੀਂ ਜਿੱਦਾਂ ਦੀਆਂ ਗੱਲਾਂ ਸੁਣਾਈਆਂ ਤੇ ਇਹ ਲੱਗਦਾ ਵੀ ਤੁਸੀਂ ਬਹੁਤ ਹੀ ਸੰਤੁਸ਼ਟੀ ਵਾਲੇ ਪਰਸਨ ਹੋ ਜ਼ਿੰਦਗੀ ਦੇ, ਜਾਂ ਹਲੇ ਵੀ ਕੋਈ ਸੁਪਨਾ ਹੈ, ਕੋਈ ਇੱਛਾ ਹੈ, ਕੋਈ ਖੁਆਇਸ਼ ਹੈ ਕਿ ਖੁਦਾ ਨੇ ਹਜੇ ਉਹ ਮੁਕੰਮਲ ਕਰਨੀ ਹੈ, ਉਹ ਪੂਰੀ ਕਰਨੀ ਹੈ, ਜਾਂ ਹਲੇ ਮੇਰੇ ਮਨ 'ਚ ਕੋਈ ਮਾਸਟਰਪੀਸ ਕ੍ਰੀਏਟ ਕਰਨਾ, ਜਾਂ ਇਹ ਲੱਗਦਾ ਵੀ ਨਹੀਂ ਜ਼ਿੰਦਗੀ ਤੇ ਤੁਰਦੀ ਹੈ, ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ, ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ? ਇਹ ਸਾਰੇ ਗੱਲ ਨੂੰ ਤੁਸੀਂ, ਹਾਂ, ਮੇਰੀ ਇਸ ਦਾ ਜਵਾਬ ਤੁਸੀਂ ਕਿਵੇਂ ਵੀ ਦੇ ਸਕਦੇ ਹੋ। ਕਹਿੰਦੇ ਸਮਾਂ 100 ਬਰਸ ਕਾ ਪਲ ਕੀ ਖਬਰ ਨਹੀਂ, ਤੇ ਆਸ ਦੇ ਉੱਤੇ ਦੁਨੀਆ ਜਿਉਂਦੀ ਆ। ਜ਼ਿੰਦਗੀ ਦਾ ਜਿਉਣ ਦਾ ਹੀ ਨਾਂ ਹੈ, ਹਨਾ। ਕਈ ਲੋਕ ਜ਼ਿੰਦਗੀ ਨੂੰ ਦੇਖਦੇ ਹੀ ਨਹੀਂ ਹੈਗੇ, ਉਹ ਜਿਉਂਦੇ ਹੀ ਮਰੇ ਹੋਏ ਨੇ। ਮੈਂ ਕਹਿੰਦੀ ਹਾਂ ਜ਼ਿੰਦਗੀ ਜਿਹੜੀ ਆ ਨਾ, ਉਹਨੂੰ ਖੁੱਲ ਕੇ ਜੀਓ, ਪਿਆਰ ਦੇ ਨਾਲ ਜੀਓ, ਇੰਨਾ ਕੁ ਪਿਆਰ ਦਿਓ ਸਭ ਨੂੰ। ਤੁਹਾਡੇ ਅੰਦਰ ਜੋ ਕਲਾਕ੍ਰਿਤੀ, ਜੋ ਵੀ ਕੁਝ ਹੈਗਾ, ਉਹਨੂੰ ਖੋਲ ਦਿਓ, ਪੂਰੀ ਦੁਨੀਆ ਨੂੰ ਆਪਣੀ ਗਲਵਕੜੀ ਦੇ ਵਿੱਚ ਲਓ, ਦੇਖੋ ਤੁਹਾਨੂੰ ਕਿੰਨਾ ਆਨੰਦ ਆਏਗਾ। ਔਰ ਮੈਂ ਤਾਂ ਇਹੀ ਕਹਾਂਗੀ ਕਿ ਮੈਂ ਹਰ ਚੀਜ਼ ਦੇ ਵਿੱਚ ਮੈਂ ਆਸ਼ਾਵਾਦੀ ਹਾਂ, ਮੈਂ ਹਮੇਸ਼ਾ ਪੋਜ਼ਿਟਿਵ ਸੋਚਦੀ ਹਾਂ। ਤੇ ਮੈਨੂੰ ਤਾਂ ਏਦਾਂ ਹੁੰਦਾ ਵੀ ਜਦੋਂ ਅਸੀਂ ਕਿਤੇ ਵੀ ਜਾਈਦਾ, ਨਵੇਂ ਲੋਕ ਮਿਲਦੇ ਆ, ਨਵੇਂ ਲੋਕ ਜੁੜਦੇ ਆ। ਮੈਂ ਤਾਂ ਇਹੀ ਕਹਾਂਗੀ ਕਿ ਸੱਚੇ ਪਾਤਸ਼ਾਹ ਦਾ ਬਹੁਤ ਸ਼ੁਕਰ ਆ। ਔਰ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ, ਸਾਨੂੰ ਮੁਹੱਬਤ ਕਰਦੇ ਨੇ, ਸਾਨੂੰ ਦੁਆਵਾਂ ਦਿੰਦੇ ਨੇ, ਤੇ ਸਾਨੂੰ ਕਈ ਲੋਕ, ਅਸੀਂ ਉਹਨਾਂ ਨੂੰ ਜਾਣਦੇ ਵੀ ਨਹੀਂ ਹੁੰਦੇ, ਉਹ ਘਰੇ ਬੈਠੇ ਸਾਡੇ ਗਾਣੇ ਸੁਣਦੇ ਨੇ, ਸਾਡੇ ਲਈ ਦੁਆਵਾਂ ਕਰਦੇ ਨੇ। ਕਿਉਂਕਿ ਕਈ ਵਾਰੀ ਮੈਂ ਮੈਸੇਜ ਪੜ੍ਹਦੀ ਹੁੰਦੀ ਆ ਜਦੋਂ ਫੇਸਬੁੱਕ ਤੇ ਕੁਝ ਵੀ ਆਪਾਂ ਪਾਈਦਾ, ਤੇ ਕਿੰਨੇ ਸਾਰੀਆਂ ਦੁਆਵਾਂ, ਆਸ਼ੀਰਵਾਦ ਮਿਲਦੇ ਨੇ, ਤੇ ਮੇਰੀਆਂ ਅੱਖਾਂ ਭਰ ਆਉਂਦੀਆਂ ਨੇ। ਮੈਂ ਕਿਹਾ ਵੀ ਇਹ ਬੰਦਿਆਂ ਨੇ ਆਪਣਾ ਟਾਈਮ ਕੱਢ ਕੇ ਮੇਰੇ ਨਾਲ ਇੱਕ ਸਾਂਝ ਬਣਾ ਕੇ ਮੈਨੂੰ ਮੈਸੇਜ ਕੀਤਾ ਹੈ। ਸੋ ਮੇਰਾ ਵੀ ਫਰਜ਼ ਬਣਦਾ ਕਿ ਇੱਕ ਮੈਸੇਜ ਮੈਂ ਰੀਡ ਕਰਾਂ ਔਰ ਬਣਦਾ ਹੋਇਆ ਸਤਿਕਾਰ ਦੇਵਾਂ। ਮੈਂ ਉਹਨਾਂ ਨੂੰ ਲਾਈਕ ਕਰਦੀ, ਇੱਕ ਚੀਜ਼ ਨੂੰ ਲਾਈਕ ਕਰਦੀ ਉਹਨਾਂ ਦੀ ਨੂੰ। ਵਾਹ ਵਾਹ। ਹੁੰਦੀ ਹੈ ਕਿ ਹਾਂ, ਇਹ ਲਾਈਕ ਕੀਤਾ, ਵੀ ਮੇਰਾ ਸਾਡਾ ਮੈਸੇਜ ਰੀਡ ਕੀਤਾ ਹੈ। ਮੈਮ ਇੱਕ ਸਾਡੇ ਦੋਸਤ ਨੇ ਮੈਮ, ਨੂਰੀ ਮੈਮ, ਬਹੁਤ ਖੁਸ਼ ਬੱਚੇ ਰੱਬ ਨੇ ਬਹੁਤ ਅੱਛੇ ਦਿੱਤੇ ਨੇ, ਤੇ ਪਤੀ ਬਹੁਤ ਅੱਛਾ ਮੈਨੂੰ ਜ਼ਿੰਦਗੀ ਦਾ ਬਹੁਤ ਅੱਛਾ ਮਿਲਿਆ, ਮੈਨੂੰ ਸਮਝਦਾ ਹੈ। ਔਰ ਮੇਰੇ ਜਿਹੜੇ ਚਾਹਣ ਵਾਲੇ ਉਹ ਬਹੁਤ ਪਿਆਰੇ ਨੇ, ਮੇਰੇ ਭੈਣ ਭਰਾ ਬਹੁਤ ਅੱਛੇ ਨੇ, ਰਿਸ਼ਤੇਦਾਰ ਬਹੁਤ ਅੱਛੇ ਨੇ, ਫਰੈਂਡ ਸਰਕਲ ਬਹੁਤ ਅੱਛਾ ਹੈ, ਤੇ ਹੋਰ ਕੀ ਚਾਹੀਦਾ ਬੰਦੇ ਨੂੰ, ਹਨਾ। ਵਾਹ ਵਾਹ ਵਾਹ। ਬਹੁਤ ਵਧੀਆ। ਨੂਰੀ ਮੈਮ
ਤੁਸੀਂ ਕਹਿ ਰਹੇ ਹੋ ਮੈਂ ਇੱਕ ਬੰਦੇ ਦਾ ਮੈਸੇਜ ਪੜ੍ਹਦੀ ਹਾਂ, ਰਿਪਲਾਈ ਕਰਦੀ ਹਾਂ। ਮੇਰੇ ਤੋਂ ਵੀ ਕੁਝ ਮੈਸੇਜ ਰਹਿ ਗਏ ਨੇ, ਲੇਕਿਨ ਉਹਨਾਂ ਨੇ ਨਿਹੋਰਾ ਮਾਰਿਆ ਵੀ ਬਲਵਿੰਦਰ ਸਰ ਸਾਡਾ ਨਾਮ ਨਾ ਪੜੋ, ਕੋਈ ਗੱਲ ਨਹੀਂ, ਏਦਾਂ ਦੀ ਗੱਲ ਕਰ ਦੇ ਮੈਸੇਜ ਆਏ, ਸਭ ਦਾ ਨਾਮ ਲਓ, ਕਿਉਂਕਿ ਉਹਨਾਂ ਹਾਂ। ਨੇ ਕੱਢ ਕੇ ਆਪਣੇ ਪ੍ਰੋਗਰਾਮ 'ਚ ਸ਼ਰੀਕ ਹੋਏ ਨੇ ਤੇ ਉਹਨਾਂ ਦਾ ਨਾਮ ਲੈਣਾ ਬਣਦਾ ਹੈ। ਮੈਮ ਸਾਡੇ ਦੋਸਤ ਨੇ ਨੀਰਜ ਮਹਿਤਾ, ਉਹਨਾਂ ਨੇ ਵੀ ਉਹੀ ਸਵਾਲ ਕੀਤਾ ਜਿਹੜਾ ਮੈਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨੂੰ ਸਵਾਲ ਕੀਤਾ ਸੀ। ਮੈਂ ਹੁਣ ਕਰਦਾ, ਲੇਕਿਨ ਮੈਂ ਪਹਿਲਾਂ ਬਾਕੀਆਂ ਦੇ ਨਾਮ ਲੈ ਲਵਾਂ। ਤੇਜਿੰਦਰ ਸਿੰਘ ਕਹਿ ਰਹੇ ਨੇ ਮੈਡਮ ਤੁਸੀਂ ਬਹੁਤ ਸੋਹਣਾ ਬੋਲਦੇ ਹੋ। ਕੁਲਜੀਤ ਸਿੰਘ ਕਹਿ ਰਹੇ ਨੇ ਬਲਵਿੰਦਰ ਜੀ ਨੂਰੀ ਹੋਰੀ ਤੇ 올ਡ ਇਜ਼ 골ਡ ਨੇ। ਵੈਸੇ ਮੈਂ 올ਡ ਸ਼ਬਦ ਨਹੀਂ ਵਰਤੂੰਗਾ ਤੁਹਾਡੇ ਲਈ, ਕਿਉਂਕਿ ਤੁਸੀਂ ਉਹੀ, ਤੁਹਾਡੀ ਜਿਹੜੀ ਆਤਮਾ ਉਹੀ 18-20 ਦੀ ਹੈਗੀ। ਤੁਸੀਂ ਉਹ ਜਿਵੇਂ ਤੁਸੀਂ ਆਪਣੀ ਉਮਰ ਦੱਸੀ ਓਨੇ ਦੀ ਆਤਮਾ ਹੈ ਨਹੀਂ ਗੀ ਤੁਹਾਡੀ। ਤੇ ਤੇਜਿੰਦਰ ਸਿੰਘ ਸਾਡੇ ਦੋਸਤ ਨੇ, ਉਹ ਕਹਿ ਰਹੇ ਨੇ ਨੂਰੀ ਮੈਮ ਇੱਕ ਵਾਲਡਨ ਨਾਮ ਦੀ ਕਿਤਾਬ ਹੈ, ਇੱਕ ਥੋਰੋ ਨਾਮ ਦਾ ਫਿਲਾਸਫਰ, ਵੈਸੇ ਉਹ ਰਿਕਮੈਂਡ ਕਰ ਰਹੇ ਨੇ ਤੁਹਾਨੂੰ। ਪੰਜਾਬੀ ਦੇ ਵਿੱਚ ਇੱਕ ਕਿਤਾਬ ਮਿਲਦੀ ਹੈ। ਉਹ ਕੋਈ ਬੰਦਾ ਆਪਦਾ ਸ਼ਹਿਰ ਛੱਡ ਕੇ, ਬਿਜ਼ਨਸ ਛੱਡ ਕੇ ਕਿਤੇ ਜੰਗਲਾਂ ਦੇ ਵਿੱਚ 2-3 ਸਾਲ ਇਕੱਲੇ ਜੰਗਲ 'ਚ ਹੀ ਰਹਿੰਦਾ ਰਿਹਾ। ਇੱਕ ਵਾਲਡਨ, ਇੱਕ ਉੱਥੇ ਤਲਾਬ ਦਾ ਨਾਮ ਸੀਗਾ, ਉਹਦੇ ਕਿਨਾਰੇ ਉਹ 2.5-3 ਸਾਲ ਰਿਹਾ। ਫਿਰ ਵਾਪਸ ਆ ਕੇ ਉਹਨੇ ਇੱਕ ਕਿਤਾਬ ਲਿਖੀ ਸੀ, ਉਹਦਾ ਨਾਮ ਵਾਲਡਨ ਹੀ ਰੱਖਿਆ ਉਸ ਤਲਾਬ ਦੇ ਨਾਂ ਤੇ। ਉਹ ਕਹਿੰਦਾ ਜੇ ਮਿਲੇ ਤਾਂ ਜ਼ਰੂਰ, ਹਾਂ ਮੇਰੇ ਕੋਲ ਹੈਗੀ ਆ, ਮੈਂ ਭਿਜਵਾ ਦੂੰਗਾ। ਮੇਰੇ ਕੋਲ ਕਿਤਾਬ ਪਈ ਹੈ, ਮੇਰੇ ਪਿੱਛੇ ਕਿਤਾਬਾਂ ਦੇ ਵਿੱਚ ਪਈ ਹੈਗੀ ਹੈ ਵੈਸੇ ਉਹ। ਕਿ ਤੁਸੀਂ ਇੰਨੇ ਸੋਹਣੇ ਕਿਤਾਬ ਦਾ ਜ਼ਿਕਰ ਕੀਤਾ ਹੈ ਔਰ ਸਾਡੇ ਤੱਕ ਉਹ ਚੀਜ਼ ਪਹੁੰਚਾਈ ਹੈ, ਸਾਨੂੰ ਵੀ ਪੜ੍ਹਨ ਦਾ, ਉਸ ਚੀਜ਼ ਦਾ ਆਨੰਦ ਮਾਣਨ ਦਾ ਮੌਕਾ ਮਿਲੇਗਾ। ਠੀਕ ਹੈ ਮੈਮ। ਉਹ ਬੂਟਾ ਸਿੰਘ ਨੇ ਸਾਡੇ ਦੋਸਤ, ਜਿਹੜੇ ਕਹਿੰਦੇ ਠੀਕ ਹੈ ਬਲਵਿੰਦਰ ਜੀ, ਬਲਵਿੰਦਰ ਬਾਈ ਜੀ ਪੜੋ ਨਾ ਪੜੋ ਸਾਡਾ ਨਾਮ। ਬੂਟਾ ਸਿੰਘ ਸਰ ਭਾਜੀ ਨੇ ਸਾਡੇ, ਬੂਟਾ ਸਿੰਘ ਪੰਦੋਹਲ, ਸ਼ਾਇਦ ਉਹਨਾਂ ਦਾ ਮੈਨੂੰ ਅੰਗਰੇਜ਼ੀ 'ਚ ਸ਼ਬਦ ਏਦਾਂ ਹੀ ਬਣਦਾ ਹੈਗਾ। ਉਹ ਤੁਹਾਨੂੰ ਹੈਲੋ ਵੀ ਕਹਿ ਰਹੇ ਨੇ। ਜੀਤ ਬਾਜਵਾ ਜੀ ਕਹਿ ਰਹੇ ਨੇ ਨੂਰੀ ਮੈਮ ਬਹੁਤ ਸੋਹਣਾ ਸੈਸ਼ਨ ਰਿਹਾ ਬਲਵਿੰਦਰ ਜੀ, ਬਹੁਤ ਧੰਨਵਾਦ ਤੁਹਾਡਾ। ਦਵਿੰਦਰ ਜੀ ਕਹਿੰਦੇ ਨੇ ਕਿ ਜ਼ਿੰਦਗੀ ਦਾ ਆਨੰਦ ਮਾਨਣਾ ਹੀ ਜ਼ਿੰਦਗੀ ਹੈ। ਰਸ਼ਪਾਲ ਸਿੰਘ ਕਹਿ ਰਹੇ ਨੇ ਆਪ ਦੇ ਚੰਗੇ ਵਿਚਾਰ ਸੁਣ ਕੇ ਚੰਗਾ ਲੱਗਿਆ, ਧੰਨਵਾਦ। ਜਗਤਪਾਲ ਸਿੰਘ ਸਾਡੇ ਨਾਲ ਜੁੜੇ ਨੇ। ਅਸ਼ੋਕ ਕੁਮਾਰ ਤੁਹਾਨੂੰ ਕਹਿ ਰਹੇ ਨੇ ਬਹੁਤ ਸੋਹਣਾ। ਇੱਕ ਸਿਮ ਸੰਧੂ ਨੇ ਸਾਡੇ ਕੁੜੀ ਹੈ ਬੜੀ ਚੰਗੀ, ਉਹ ਕਹਿ ਰਹੀ ਹੈ ਕਿ ਸ਼ੀ ਇਜ਼ ਅ ਬਿਊਟੀਫੁਲ ਸੋਲ, ਤੁਹਾਨੂੰ ਕਹਿ ਰਹੇ ਨੇ। ਥੈਂਕ ਯੂ। ਤੇ ਇੱਕ ਦੋਸਤ ਜਿਹੜਾ ਸਵਾਲ ਸੀਗਾ ਅੱਜ, ਕਿਉਂਕਿ ਨੂਰੀ ਮੈਮ ਅੱਜ ਡਾਟਰਸ ਡੇ ਆ, ਅੱਜ ਧੀ ਦਿਵਸ ਆ, ਤਾਂ ਜਿਹੜਾ ਮੈਂ ਤੁਹਾਨੂੰ ਸ਼ੁਰੂ ਤੋਂ ਮਤਲਬ ਜਦੋਂ ਆਪਾਂ ਆਡੀਓ ਵੀਡੀਓ ਚੈੱਕ ਕਰ ਰਹੀ, ਮੈਂ ਤੁਹਾਨੂੰ ਉਦੋਂ ਪੁੱਛਿਆ ਸੀਗਾ ਕਿ ਤੁਹਾਡੇ 2 ਬੇਟੇ ਨੇ ਆਲਾਪ ਤੇ ਸਾਰੰਗ। ਕਦੀ ਕਦੀ ਲੱਗਦਾ ਕਿ ਤੁਹਾਡੇ ਧੀ ਵੀ ਹੋਣੀ ਚਾਹੀਦੀ ਸੀ, ਜਾਂ ਨੂਰੀ ਨੂੰ ਲੱਗਿਆ ਕਿ ਕੋਈ ਮਿਸ ਕਰਦੀ ਆ ਮੈਂ ਐਸੀ ਆਤਮਾ ਜਿਹਦੇ ਵਿੱਚ ਇੱਕ ਡਾਟਰ ਹੋਵੇ? ਬਿਲਕੁਲ ਮਿਸ ਕਰਦੀ ਹਾਂ, ਬਹੁਤ ਮਿਸ ਕਰਦੀ ਹਾਂ। ਮੈਂ ਬਹੁਤ ਚਾਹੁੰਦੀ ਸੀਗੀ ਕਿ ਮੇਰੇ ਕੋਲ ਇੱਕ ਬੇਟੀ ਹੋਵੇ। ਤੇ ਜਦੋਂ ਅਲਾਪ ਛੋਟਾ ਹੁੰਦਾ ਸੀ ਨਾ, ਮੈਂ ਫਰਾਕਾਂ ਪਾ ਕੇ ਨਾ ਇਹਨੂੰ ਆਪਣੀ ਕੁੜੀ ਵਾਲਾ ਚਾਅ ਪੂਰਾ ਕਰੀ ਜਾਂਦੀ ਸੀਗੀ। ਤੇ ਪਰ ਜਿਵੇਂ ਸਾਡੀਆਂ ਭਰਾ ਦੀ ਬੇਟੀ ਆ, ਭਤੀਜੀ ਆ ਮੇਰੀ, ਹੋਰ ਸਾਡੇ ਜਿਵੇਂ ਸਾਡੇ ਆਸੇ ਪਾਸੇ ਸਾਡੇ ਫਰੈਂਡ ਸਰਕਲ ਆ, ਉਹਨਾਂ ਦੀਆਂ ਬੇਟੀਆਂ ਨੇ, ਉਹ ਵੀ ਮੈਂ ਕਹਿੰਦੀ ਨੇ ਮੇਰੀਆਂ ਬੇਟੀਆਂ ਹੀ ਨੇ। ਸੰਜੀਵ ਆਨੰਦ ਜੀ ਬਹੁਤ ਅੱਛੇ ਸ਼ਾਇਰ ਨੇ, ਦਿੱਲੀ ਵਾਲੇ ਸਾਡੇ ਭਾਜੀ, ਉਹਨੂੰ ਮੈਂ ਹਮੇਸ਼ਾ ਕਹਿੰਦੇ ਨੇ ਆ ਬਾਰਬੀ ਡੋਲ ਮੇਰੀ। ਤੇ ਬਹੁਤ ਪਿਆਰ ਮਿਲਦਾ ਵਾ ਕਿ ਸਾਡੀਆਂ ਬਹੁਤ ਅੱਛੀਆਂ ਬੱਚੀਆਂ ਸਾਡੇ ਫਰੈਂਡ ਸਰਕਲ ਦੇ ਵਿੱਚ। ਨਗਰ ਤੋਂ ਸਾਡੇ ਅਲੀ ਹੈਗੇ ਨੇ, ਡਾਕਟਰ ਕਰਮਚੰਦ ਅਲੀ, ਉਹਨਾਂ ਦੀਆਂ ਬੇਟੀਆਂ ਨੇ, ਉਹਨਾਂ ਨਾਲ ਬਹੁਤ ਪਿਆਰ ਆ। ਸਾਡੇ ਕੁਲਵੰਤ ਭਾਜੀ ਸਾਡੇ, ਉਹਨਾਂ ਦੀਆਂ ਬੇਟੀਆਂ ਨੇ। ਤੇ ਉਹ ਸਾਰੀਆਂ ਸਾਡੀ, ਮੈਨੂੰ ਲੱਗਦਾ ਸਾਡੀਆਂ ਹੀ ਬੱਚੀਆਂ ਨੇ, ਉਹ ਬਹੁਤ ਪਿਆਰ ਕਰਦੀਆਂ। ਸਾਡਾ ਇੱਕ ਕੁੱਕ ਨੇ ਸਾਡੇ ਜਿਹੜੇ, ਤੇ ਉਹਨਾਂ ਦੀ ਬੇਟੀ ਹੈ 6.5 ਸਾਲ ਦੀ, ਇੱਕ ਹੈਗੀ 2 ਦੀ। ਮੈਂ ਉਹਨੂੰ ਸਾਰਾ ਦਿਨ ਉਹਨੂੰ ਖਿਲਾਈ ਜਾਂਦੀ ਹੁੰਦੀ, ਮੈਨੂੰ ਇੰਨਾ ਪਿਆਰ ਆ, ਤੁਹਾਨੂੰ ਇੰਨੀਆਂ ਪਾਰੀਆਂ ਕਰਦੀਆਂ ਨਾ, ਮੈਨੂੰ ਬਹੁਤ ਅੱਛਾ ਲੱਗਦਾ। ਕਿਉਂਕਿ ਧੀਆਂ ਧਿਆਣੀਆਂ ਜਿਹੜੀਆਂ ਹੁੰਦੀਆਂ, ਇਹਨਾਂ ਤੋਂ ਬਿਨਾਂ ਘਰ ਸੁੰਨਾ ਹੁੰਦਾ। ਰੌਣਕਾਂ ਧੀਆਂ ਨਾਲ ਹੀ ਲੱਗਦੀਆਂ ਨੇ, ਕੰਜਕਾਂ ਹੋਣੀਆਂ ਚਾਹੀਦੀਆਂ ਨੇ। ਔਰ ਜਿਹੜੇ ਵਿਆਹਾਂ ਦੇ ਸ਼ਗਨ, ਜੋ ਵੀ ਜਿੱਥੇ ਜਿੱਥੇ ਵੀ ਖੁਸ਼ੀਆਂ ਨੇ, ਉੱਥੇ ਧੀਆਂ ਨੇ ਤਾਂ ਖੁਸ਼ੀਆਂ ਨੇ। ਤੇ ਮੈਂ ਉਹਨਾਂ ਦੇ ਨਾਲੇ ਲੱਗੀ ਰਹਿੰਦੀ ਆ। ਜਿਹੜੀ ਉਹ ਬੱਚੀ ਛੋਟੀ ਜੀ, ਮੈਂ ਕਿਤੇ ਵੀ ਜਾਂਦੀ ਉਹਨੂੰ ਨਾਲ ਲੈ ਕੇ ਜਾਂਦੀ, ਬਹੁਤ ਪਿਆਰ ਆਉਂਦਾ। ਮੈਨੂੰ ਲੱਗਦਾ ਮੇਰੀ ਉਹ ਬੱਚੀ ਆ ਇਹ। ਮੈਨੂੰ ਇਹ ਸੋਚ, ਮੇਰੇ ਸਰਵਣ ਦੀ ਬੱਚੀ, ਮੈਨੂੰ ਲੱਗਦਾ ਮੇਰੀ ਉਹ ਧੀ ਆ ਇਹ। ਉਹ ਰਹਿੰਦੀ ਵੀ ਸਾਡੇ ਨਾਲੇ ਜ਼ਿਆਦਾ ਪਿਆਰ ਬਹੁਤ ਕਰਦੀ ਆ, ਕਿਉਂਕਿ ਖੁਸ਼ੀ ਜਿਹੜੀਆਂ ਧੀਆਂ ਨੇ, ਉਹਨਾਂ ਤੋਂ ਬਿਨਾਂ ਰੁੱਖਾ ਹੈ, ਸੁੱਖਾ ਹੈ ਸਾਰਾ ਕੁਛ। ਜੇ ਤਰਾਵਟ ਆ, ਕਿਤੇ ਰੰਗ ਨੇ ਦੁਨੀਆ ਦੇ ਵਿੱਚ, ਖੁਸ਼ੀਆਂ ਨੇ। ਤੇ ਜੇ ਘੋੜੀਆਂ ਬਣੀਆਂ ਨੇ, ਸੁਹਾਗ ਬਣੇ ਨੇ, ਉਹ ਕੁੜੀਆਂ ਕਰਕੇ ਬਣੇ ਨੇ। ਕੁੜੀਆਂ ਜੇ ਗਿੱਧਾ ਪਾਉਂਦੀਆਂ ਨੇ ਹਰ ਥਾਂ ਤੇ, ਮਤਲਬ ਕਿ ਤੁਹਾਡੀਆਂ ਖੁਸ਼ੀਆਂ ਤੁਹਾਡੇ ਲਈ ਦੁਆਵਾਂ ਕਰਦੀਆਂ ਨੇ ਭੈਣਾਂ, ਤੁਹਾਡੀਆਂ ਧੀਆਂ, ਤੁਹਾਡੀਆਂ ਮਾਵਾਂ, ਕਿਉਂਕਿ ਇਹਨਾਂ ਤੋਂ ਬਿਨਾਂ ਸਾਰਾ ਕੁਛ ਅਧੂਰਾ ਹੈ। ਇਹ ਆਦਿ ਸ਼ਕਤੀ ਹੈ ਜਿਹੜੀ, ਤਾਂ ਹੀ ਤਾਂ ਮਾਂ ਦਾ ਰੂਪ ਦਿੱਤਾ ਗਿਆ ਨੇ, ਕਿ ਆਦਿ ਸ਼ਕਤੀ ਜਿਹਨੇ ਸਾਰੀ ਦੁਨੀਆ ਨੂੰ ਪੈਦਾ ਕੀਤਾ ਹੈ,
ਉਹ ਸ਼ਕਤੀ ਹੈ ਇੱਕ, ਉਹਨੂੰ ਚਾਹੇ ਪ੍ਰਮਾਤਮਾ ਕਹਿ ਲਓ, ਵਾਹਿਗੁਰੂ ਕਹਿ ਲਓ, ਅਕਾਲ ਪੁਰਖ ਕਹਿ ਲਓ, ਅੱਲਾ ਕਹਿ ਲਓ, ਭਗਵਾਨ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਰ ਕਈਆਂ ਨੇ ਉਹਨੂੰ ਮਾਂ ਦਾ ਨਾਮ ਦਿੱਤਾ ਕਿਉਂਕਿ ਉਹ ਅੱਜ ਉਹਨੇ ਪੈਦਾ ਕਰਨ ਵਾਲੀ ਹੈ ਮਾਂ। ਸਹੀ ਸਹੀ ਹੈ ਤੁਹਾਡੀ ਗੱਲ। ਤਾਂ ਇਸ ਕਰਕੇ ਮੈਂ ਕਹਿੰਦੀ ਵੀ ਧੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਘਰ ਦੇ ਵਿੱਚ। ਧੀ ਦੇ ਨਾਲ ਬੰਦੇ ਦੇ ਅੰਦਰ ਇੱਕ ਮਰਿਆਦਾ ਆਉਂਦੀ ਆ, ਘਰ ਦੇ ਵਿੱਚ ਇੱਕ ਟਾਈਮ ਟੇਬਲ, ਇੱਕ ਮਰਿਆਦਾ ਬਣੀ ਰਹਿੰਦੀ ਆ, ਬੰਦੇ ਦੇ ਅੰਦਰ ਸ਼ਰਮ ਹਿਆ ਪੈਦਾ ਹੁੰਦੀ ਆ ਧੀ ਜਿੱਥੇ ਘਰ 'ਚ ਹੁੰਦੀ ਆ, ਔਰ ਵਿਹੜੇ ਦੀ ਰੌਣਕ ਹੁੰਦੀ ਆ ਧੀ। ਤੇ ਮੈਂ ਬਹੁਤ ਮਿਸ ਕਰਦੀ ਆ ਜਦੋਂ ਮੇਰੇ ਬੱਚਿਆਂ ਦੇ ਵਿਆਹ ਹੋਣਗੇ, ਜਿਹੜੀਆਂ ਮੇਰੀਆਂ ਨੂੰਹਾਂ ਆਣਗੀਆਂ ਉਹ ਮੇਰੀਆਂ ਧੀਆਂ ਹੀ ਹੋਣਗੀਆਂ। ਵਾਹ ਵਾਹ। ਹੁਣ ਮੈਂ ਆਲਾਪ ਨੂੰ ਕਹਿਣਾ, ਸਾਰੰਗ ਨੂੰ ਕਹਿਣਾ ਵੀ ਹਾਂ ਵੀ ਮਾਤਾ ਦੀ ਗੱਲ ਸੁਣੋ ਤੁਸੀਂ। ਚਲੋ ਮੇਰੇ ਧੀਆਂ ਹੀ ਹੋਣਗੀਆਂ। ਚਲੋ ਨੂਰੀ ਮੈਮ, ਇਸ ਖੂਬਸੂਰਤ ਨੋਟ ਦੇ ਉੱਤੇ, ਇਸ ਖੂਬਸੂਰਤ ਗੱਲ ਦੇ ਉੱਤੇ ਅੱਜ ਦਾ ਆਪਾਂ ਇਹ ਜਿਹੜਾ ਗੱਲਬਾਤ ਦਾ ਸੈਸ਼ਨ ਆ ਇਹ ਮੈਂ ਸਮਾਪਨ ਦੇ ਵੱਲ ਤੁਹਾਡਾ ਇਸ਼ਾਰਾ ਚਾਹੁੰਦਾ। ਮੈਸੇਜ ਹਲੇ ਵੀ ਬਹੁਤ ਆ ਰਹੇ ਨੇ ਔਰ ਹਲੇ ਵੀ ਸਾਡੇ ਨਾਲ ਮਤਲਬ ਬਹੁਤ ਸਾਰੇ ਦਰਸ਼ਕ ਕੰਟੀਨਿਊ ਜੁੜੇ ਹੋਏ ਨੇ। ਮੇਰਾ ਮਨ ਨਹੀਂ ਕਰਦਾ ਹੈਗਾ, ਲੇਕਿਨ ਫਿਰ ਵੀ ਵਕਤ ਜਿਹੜਾ ਹੈਗਾ ਉਹਦੀ ਮਰਿਆਦਾ ਬਹੁਤ ਜ਼ਰੂਰੀ ਹੈ। ਮੈਂ ਕਹਿੰਦੀ ਇੰਨੀ ਮੁਹੱਬਤ ਦਾ ਅਸੀਂ ਦੇਣ ਕਿੱਥੇ ਦੇ ਸਕਦੇ ਆ, ਪਤਾ ਨਹੀਂ ਹੈ ਨਾ ਦੇਣਾ ਕਿਸੇ ਜਨਮ ਚ ਆਪਾਂ ਇਹਨਾਂ ਦਾ ਇਹ ਕਰਜ਼ ਨਹੀਂ ਉਤਾਰ ਸਕਦੇ ਜਿੰਨੀ ਮੁਹੱਬਤ ਸਾਨੂੰ ਇਹ ਦੇ ਰਹੇ ਨੇ ਸਾਰੇ ਸਾਡੇ ਚਾਹਣ ਵਾਲੇ। ਸਹੀ ਹੈ ਮੈਮ, ਸਹੀ ਹੈ ਮੈਮ ਤੁਹਾਡੀ ਗੱਲ। ਨੂਰੀ ਮੈਮ, ਥੈਂਕ ਯੂ ਸੋ ਮਚ, ਮਿਹਰਬਾਨੀ। ਅੱਜ ਧੀ ਦਿਵਸ ਨੂੰ ਅਸੀਂ ਗੱਲਬਾਤ ਦੇ ਨਾਲ, ਇਸ ਗੱਲਬਾਤ ਦੇ ਨਾਲ ਜਿਹੜਾ ਨੋਟ ਦੇ ਉੱਤੇ ਇਸ ਹਵਾਲੇ ਦੇ ਨਾਲ ਅਸੀਂ ਸਮਾਪਨ ਕਰਨ ਲੱਗੇ ਹਾਂ। ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਹੋਈਆਂ, ਜਿਹੜੀਆਂ ਰੂਹਾਨੀ ਗੱਲਾਂ ਅੱਜ ਪਹਿਲੇ ਦਿਨ ਨਿਕਲ ਕੇ ਕੁਝ ਗੱਲਾਂ ਸਾਹਮਣੇ ਆਈ। ਸ਼ਾਇਦ ਬਹੁਤ ਸਾਰੇ ਦਰਸ਼ਕਾਂ ਨੂੰ ਵੀ ਨਹੀਂ ਸੀ ਪਤਾ ਕਿ ਇੱਕ ਨੂਰੀ ਮੈਮ ਹੋਰਾਂ ਦਾ ਜਿਹੜਾ ਸੁਭਾਅ ਹੈ ਜਾਂ ਜਿੱਦਾਂ ਦਾ ਫਕੀਰਾਨਾ ਸੁਭਾਅ ਹੈ, ਜਿੱਦਾਂ ਦੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਸਰਲਤਾ ਤੇ ਸਾਦਗੀ ਹੈ, ਉਹਦਾ ਕੋਈ ਮੁਕਾਬਲਾ ਨਹੀਂ ਹੈ। ਉਹ ਸ਼ਾਇਦ ਅੱਜ ਪਹਿਲੀ ਵਾਰੀ ਆਪਾਂ ਰੂਬਰੂ ਹੋਏ, ਨਹੀਂ ਤਾਂ ਅਕਸਰ ਇਹ ਹੁੰਦੀਆਂ ਗੱਲਾਂ ਬਾਤਾਂ, ਕਿੱਥੇ ਜੰਮੇ, ਤੁਹਾਡਾ ਸਫ਼ਰ ਕੀ ਆ, ਤੁਸੀਂ ਕਿੰਨੀਆਂ ਫਿਲਮਾਂ ਕੀਤੀਆਂ। ਦੇਖੋ ਅੱਜ ਤੁਹਾਡੀਆਂ ਫਿਲਮਾਂ ਤੇ ਨਹੀਂ ਗੱਲ ਹੋਈ, ਤੁਸੀਂ ਸਿੱਧੀ ਜੀ ਗੱਲ ਦੇਖ ਲਓ ਆਪਣੀ। ਸਹੀ ਗੱਲ ਹੈ, ਸਾਰਿਆਂ ਨੂੰ ਪਤਾ ਹੀ ਹੈ। ਮੇਰੇ ਨਾਲੋਂ ਜ਼ਿਆਦਾ ਮੇਰੇ ਚਾਹਣ ਵਾਲੇ ਮੈਨੂੰ ਜਾਣਦੇ ਨੇ। ਮੇਰੇ ਖਿਆਲ ਮੈਂ ਨਹੀਂ ਜਾਣਦੀ ਹੋਣੀ ਜਿੰਨਾ ਮੇਰੇ ਚਾਹਣ ਵਾਲੇ ਮੈਨੂੰ ਪਿਆਰ ਕਰਨ ਵਾਲੇ ਜਾਣਦੇ ਨੇ। ਚਲੋ ਇਨਸ਼ਾਅੱਲਾ ਮੈਮ, ਤੁਸੀਂ ਏਦਾਂ ਹੀ ਹੱਸਦੇ ਰਹੋ, ਏਦਾਂ ਹੀ ਤਰੋ ਤਾਜ਼ਾ। ਤੁਹਾਡਾ ਨਾਮ ਬੜਾ ਸੋਹਣਾ ਹੈ, ਅਮਰ ਤੇ ਨੂਰੀ। ਅਮਰ ਨੂਰੀ ਮਤਲਬ ਨੂਰ ਹੈ, ਰੋਸ਼ਨੀ ਹੈ, ਉਹ ਡਿਵਾਈਨ ਜਿਹੜੀ ਲਾਈਟ ਹੈ ਉਹ ਤੁਹਾਡੇ ਚਿਹਰੇ ਤੋਂ ਝਲਕਦੀ ਆ। ਇਨਸ਼ਾਅੱਲਾ ਮਾਸ਼ਾਅੱਲਾ ਇਹ ਝਲਕਦੀ ਰਵੇ। ਤੁਸੀਂ ਏਦਾਂ ਹੀ ਹੱਸਦੇ ਖੇਡਦੇ ਖੁਸ਼ੀਆਂ ਮਨਾਉਂਦੇ, ਉਹ ਜਿਵੇਂ ਤੁਸੀਂ ਮਾਸੂਮੀਅਤ ਦਾ ਇੱਕ ਜਿਹੜਾ ਦਿੱਤਾ ਸੀ ਕਿ ਬਾਰਿਸ਼ ਆਉਂਦੀ ਹੈ ਤੇ ਮੀਂਹ ਆਉਂਦੀ ਹੈ, ਅਸੀਂ ਏਦਾਂ ਕਰਦੇ। ਮੈਮ ਥੈਂਕ ਯੂ ਸੋ ਮਚ, ਮਿਹਰਬਾਨੀ ਅੱਜ ਦੇ ਲਈ, ਥੈਂਕ ਯੂ ਸੋ ਮਚ। ਕੌਣ ਦਿਲਾਂ ਦੇ ਜਾਣੇ ਪ੍ਰੋਗਰਾਮ ਵਾਸਤੇ ਤੁਸੀਂ ਮੈਨੂੰ ਮੇਰੇ ਚਾਹਣ ਵਾਲਿਆਂ ਦੇ ਨਾਲ ਮਿਲਾਇਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਜਿਹੜੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਨੇ ਔਰ ਜਿਹੜੇ ਬਾਅਦ ਚ ਵੀ ਦੇਖਣਗੇ, ਜਿੱਥੇ ਜਿੱਥੇ ਬੈਠੇ ਸਾਨੂੰ ਜਿਹੜੇ ਵੀ ਸਾਡੇ ਲਈ ਦੁਆਵਾਂ ਪਿਆਰ ਸਾਨੂੰ ਕਰਦੇ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਉਹਨਾਂ ਦੇ ਘਰਾਂ ਦੀਆਂ ਖੈਰਾਂ ਮੰਗਦੇ ਹੋਏ ਦੁਆਵਾਂ ਦਿੰਦੇ ਆ, ਦੁਆ ਕਰਦੇ ਆ ਅੱਲਾਹ ਪਾਕ ਅੱਗੇ, ਵਾਹਿਗੁਰੂ ਅੱਗੇ ਕਿ ਸੱਚੇ ਪਾਤਸ਼ਾਹ ਸਭ ਦੇ ਘਰਾਂ ਦੇ ਵਿੱਚ ਬਰਕਤ ਦੇਵੇ, ਤੰਦਰੁਸਤੀਆਂ ਦੇਵੇ ਔਰ ਹਰ ਘਰ ਦੇ ਵਿੱਚ ਖੁਸ਼ੀਆਂ ਦੇ ਖੇੜੇ ਹੋਣ। ਥੈਂਕ ਯੂ ਨੂਰੀ ਮੈਮ। ਨੂਰੀ ਮੈਮ ਜਾਇਓ ਨਾ, ਮੈਂ ਜਸਟ ਕਲੋਜ਼ਿੰਗ ਕਰ ਲਵਾਂ, ਤੁਸੀਂ ਬੈਠੇ ਰਹੋ ਇੱਥੇ। ਦਰਸ਼ਕੋ ਥੈਂਕ ਯੂ ਸੋ ਮਚ। ਅੱਜ ਅਮਰ ਨੂਰੀ ਮੈਮ ਹੋਰਾਂ ਨਾਲ ਅਸੀਂ ਦਿਲ ਦੀਆਂ ਗੱਲਾਂ ਕੀਤੀਆਂ, ਰੂਹ ਦੀ ਤਕਸੀਨ ਦੀਆਂ ਗੱਲਾਂ ਕੀਤੀਆਂ ਔਰ ਤਸਕੀਨ ਦੀਆਂ ਗੱਲਾਂ ਕੀਤੀਆਂ, ਜਿਹਦੇ ਵਿੱਚ ਬਹੁਤ ਸਾਰੇ ਦਰਸ਼ਕ ਸਾਡੇ ਨਾਲ ਜੁੜੇ ਔਰ ਬਹੁਤ ਸਾਰੇ ਸਵਾਲ ਸੀ, ਬਹੁਤ ਸਾਰੇ ਜਵਾਬ ਸੀ। ਖਾਸ ਤੌਰ ਤੇ ਨੂਰੀ ਮੈਮ ਨੂੰ ਗੀਤਾਂ ਨੂੰ ਲੈ ਕੇ ਫਰਮਾਇਸ਼ਾਂ ਹੋਈਆਂ ਸਨ, ਕਿਉਂਕਿ ਨੂਰੀ ਮੈਮ ਹੋਰੀ ਗਲਾ ਖਰਾਬ ਕਰੀ ਬੈਠੇ ਸੀ ਔਰ ਬੁਖਾਰ ਸੀ, ਪਰ ਮੇਰੇ ਕਹਿਣ ਤੇ ਉਹ ਆਏ। ਉਹਨਾਂ ਨੇ ਟਾਲਿਆ ਨਹੀਂ ਹੈ ਦਿਨ ਕਿ ਨਹੀਂ ਜੇ ਤੁਹਾਡਾ ਫਿਕਸ ਆ ਪ੍ਰੋਗਰਾਮ ਤਾਂ ਤੁਸੀਂ ਆਪਾਂ ਗੱਲਬਾਤ ਕਰਾਂਗੇ, ਔਰ ਉਹ ਇਸ ਗੱਲ ਦੇ ਨਾਲ ਜੁੜੇ ਰਹੇ। ਤੁਸੀਂ ਵੀ ਜੁੜੇ ਰਹੇ ਹੋ। ਸਫ਼ਰਨਾਮਾ ਪੰਜਾਬੀ ਨਾਮਾ, ਪੰਜਾਬੀ ਆਰਟ ਚੈਨਲ ਤੇ ਮਿੱਟੀ ਦੀ ਮਹਿਕ ਦੇ ਚੈਨਲ ਦੇ ਉੱਤੇ ਤੁਸੀਂ ਲਗਾਤਾਰ ਆਪਣੀਆਂ ਟਿੱਪਣੀਆਂ, ਆਪਣੇ ਸੁਝਾਅ, ਆਪਣੇ ਕਮੈਂਟਸ ਕੀਤੇ। ਲੇਕਿਨ ਮੇਰੀ ਮਜਬੂਰੀ ਹੁੰਦੀ ਹੈ ਕਿ ਮੇਰੇ ਕੋਲ 1 ਜਾਂ 2 ਗੈਜਟ ਹੁੰਦੇ ਨੇ ਜਿਨ੍ਹਾਂ ਤੇ ਮੈਂ ਇੱਕ ਚੈਨਲ ਤੇ ਹੀ ਕਿਤੇ ਦੇਖ ਸਕਦਾ ਵੀ ਕਿਹਦੇ ਸਵਾਲ ਹੋਏ ਨੇ। ਫਿਰ ਵੀ ਮੈਂ ਕੋਸ਼ਿਸ਼ ਕੀਤੀ ਕਿ ਬਾਕੀ ਚੈਨਲ ਤੋਂ ਮੈਂ ਸਵਾਲ ਚੱਕ ਕੇ ਨੂਰੀ ਮੈਮ ਨਾਲ ਸਾਂਝਾ ਕਰਾਂ। ਇਸ ਦੇ ਬਾਵਜੂਦ ਬਹੁਤ ਸਾਰੇ ਦੋਸਤ ਰਹਿ ਗਏ ਨੇ, ਉਹਨਾਂ ਦਾ ਨਾਮ ਬੋਲਣਾ ਜਾਂ ਉਹਨਾਂ ਨੂੰ ਮੈਂਸ਼ਨ ਕਰਨਾ ਰਹਿ ਗਿਆ। ਇਹਦਾ ਜ਼ਿੰਮੇਦਾਰ ਮੈਂ ਹਾਂ, ਨੂਰੀ ਮੈਮ ਨਹੀਂ ਹੈਗੇ। ਉਹਨਾਂ ਨੇ ਤਾਂ ਸਾਰਿਆਂ ਨੂੰ ਕਿਹਾ ਕਿ ਇੱਕ ਇੱਕ ਦਾ ਨਾਮ ਲਓ, ਪਰ ਫਿਰ ਵੀ ਹੁਣ ਵੀ ਜਿਹੜੇ ਤੁਹਾਡੇ ਜਿਹੜੇ ਆ ਰਹੇ ਨੇ ਟਿੱਪਣੀਆਂ ਆ ਰਹੀਆਂ ਨੇ, ਤੁਹਾਡੇ ਕਮੈਂਟਸ ਆ ਰਹੇ ਨੇ, ਪਰ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਕਿ ਮੈਂ ਉਹਨਾਂ ਨੂੰ ਸ਼ਾਮਲ ਨਹੀਂ ਕਰ ਸਕਿਆ। ਔਰ ਅੱਜ ਇੰਨੀਆਂ ਸੋਹਣੀਆਂ ਗੱਲਾਂ ਹੋਈਆਂ ਦੋਸਤੋ। ਇਦਾਂ ਦੇ ਹਰ ਹਫਤੇ ਮੈਂ ਜਿਹੜਾ ਤੁਹਾਡੇ ਰੂਬਰੂ ਆਪਾਂ ਕਰਦੇ ਹਾਂ ਕਿਸੇ ਮੈਨਾਜ਼ ਹਸਤੀ ਨਾਲ, ਕਿਸੇ ਫਨਕਾਰ, ਕਿਸੇ ਗੁਲੂਕਾਰ ਨਾਲ।
ਔਰ ਤੁਸੀਂ ਜਿਸ ਕਿਸਮ ਦਾ ਹੁੰਗਾਰਾ ਦਿੰਦੇ ਹੋ ਉਹਦੇ ਲਈ ਮੈਂ ਮਸ਼ਕੂਰ ਹਾਂ ਤੁਹਾਨੂੰ। ਧੰਨਵਾਦ ਸ਼ਾਇਦ ਛੋਟਾ ਲਫ਼ਜ਼ ਹੈ। ਔਰ ਤੁਸੀਂ ਜੁੜੇ ਰਹੇ ਹੋ, ਇਹ ਸਾਡੇ ਚੈਨਲ ਨੇ, ਇਹਨਾਂ ਨੂੰ ਵੀ ਤੁਸੀਂ ਲਾਈਕ ਕਰਦੇ ਰਹੋ, ਸਪੋਰਟ ਕਰਿਓ। ਜਿਹੜੀਆਂ ਗੱਲਾਂ ਰਹਿ ਗਈਆਂ, ਗਲਤੀਆਂ ਹੋ ਗਈਆਂ, ਊਚ ਨੀਚ, ਕੋਈ ਊਣਤਾਈ ਖਾਮੀ ਰਹਿ ਗਈ ਹੋਵੇ ਤਾਂ ਪਲੀਜ਼ ਉਹਦੇ ਲਈ ਮੈਨੂੰ ਮਾਫੀ ਕਰ ਦਿਓ ਕਿ ਮੈਂ ਇਹ ਮੰਨਦਾ ਕਿ ਪਰਫੈਕਟ ਨਹੀਂ ਹੋਇਆ ਜਾ ਸਕਦਾ ਕਿਤੇ ਨਾ ਕਿਤੇ, ਕਿਉਂਕਿ ਲਾਈਵ ਜਾ ਰਹੇ ਹਾਂ। ਅੱਜ ਵਿੱਚੋਂ ਆਵਾਜ਼ ਵੀ ਕੱਟ ਰਹੀ ਸੀ, ਵਾਈਫਾਈ ਨੂਰੀ ਮੈਮ ਹੋਰਾਂ ਦੀ ਵੀ ਆਵਾਜ਼ ਕਿਤੋਂ ਕਿਤੋਂ ਕੱਟ ਰਹੀ ਸੀ। ਜਦੋਂ ਮੈਂ ਹੁੰਗਾਰਾ ਭਰਦਾ ਸੀ ਤਾਂ ਉਹਨਾਂ ਦੀ ਆਵਾਜ਼ ਕੱਟਦੀ ਸੀ, ਇਸ ਲਈ ਮੈਂ ਬਹੁਤੀ ਵਾਰੀ ਹੁੰਗਾਰਾ ਸਿਰ ਨਾਲ ਹੀ ਭਰਿਆ, ਮੈਂ ਬੋਲਿਆ ਨਹੀਂ ਉੱਥੇ। ਪਰ ਫਿਰ ਵੀ ਤੁਸੀਂ ਜਿਸ ਸਬਰ ਨਾਲ, ਜਿਸ ਸਕੂਨ ਨਾਲ ਬੈਠੇ ਰਹੇ, ਉਹਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਥੈਂਕ ਯੂ ਸੋ ਮਚ, ਮਿਹਰਬਾਨੀ। ਥੈਂਕ ਯੂ ਨੂਰੀ ਮੈਮ, ਮਿਹਰਬਾਨੀ ਜੀ ਤੁਹਾਡੀ ਵੀ, ਥੈਂਕ ਯੂ ਸੋ ਮਚ।